ਵਾਹਿਗੁਰੂ ਜੀ ਕੀ ਹੁਣ मैं उन्ने चਿਰ ਗੱਲ ਕਰਦਾ ਉਹਨੇ ਚਿਰ ਨਾ ਆਪਾਂ ਜੀ ਜਿੰਨੇ ਕੋਈ ਆਪਣੇ ਬਾਹਰੋਂ ਮਹਿਮਾਨ ਆਏ ਹੈਗੇ ਆ ਸਕਾਲਰ ਆਏ ਉਹਨਾਂ ਨੂੰ ਅਵਾਰਡ ਦਿਆਂਗੇ। ਉਹਨਾਂ ਲਈ ਸਾਰ ਦਲਜੀਤ ਸਿੰਘ ਜੀ ਉਹਨਾਂ ਨੂੰ, ਸਾਰ ਕੁਲਵਿੰਦਰ ਸਿੰਘ ਜੀ ਥਿਆੜਾ ਸਾਹਿਬ ਨੂੰ ਤੇ ਸਾਰ ਅੰਮ੍ਰਿਤ ਸਿੰਘ ਜੀ ਭੁੱਲਰ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਉਹ ਫਰੰਟ ਤੇ ਆ ਜਾਣ ਤੇ ਥਿਆੜਾ ਸਾਹਿਬ ਤੁਸੀਂ ਸਟੇਜ ਤੇ ਆ ਜਾਓ ਤੇ ਸੰਧੂ ਸਾਹਿਬ ਵੀ ਉੱਥੇ ਚੱਲ ਜਾਣ। ਤੁਸੀਂ ਇੱਕ ਮਿੰਟ ਦੱਸੋ ਜੀ, ਕਿਸੇ ਬੰਦੇ ਨੇ ਤੁਹਾਨੂੰ ਇੱਕ ਦਰਿਆ 'ਚ ਧੱਕਾ ਮਾਰਿਆ ਹੋਵੇ, ਜੇ ਤੁਸੀਂ ਡੁੱਬ ਕੇ ਮਰ ਸਕਦੇ ਹੋ, ਕੀ ਤੁਸੀਂ ਉਸ ਬੰਦੇ ਨੂੰ ਦੁਬਾਰਾ ਬੁਲਾਓਗੇ? ਕੋਈ ਬੰਦਾ ਜਿਹਨੂੰ ਕਿਸੇ ਨੇ ਸਤਲੁਜ ਦੇ ਦਰਿਆ ਵਿੱਚ ਧੱਕਾ ਮਾਰਿਆ ਹੋਵੇ, ਜੇ 'ਚੋਂ ਡੁੱਬ ਕੇ ਮਰ ਸਕਦਾ ਹੋਵੇ ਕਿਉਂਕਿ ਉਹਨੂੰ ਤਰਨਾ ਨਾ ਆਉਂਦਾ ਹੋਵੇ, ਕੀ ਉਹ ਦੁਬਾਰਾ ਜੇ ਕਿਸੇ ਢੰਗ ਨਾਲ ਵੱਜ ਜਾਵੇ ਤਾਂ ਉਹ ਦੁਬਾਰਾ ਕਿਸੇ ਨੂੰ ਬੁਲਾਊਗਾ? ਨਹੀਂ ਬੁਲਾਊਗਾ। ਉਹਦੇ ਮੱਥੇ ਵੀ ਨਹੀਂ ਲੱਗੂਗਾ, ਨਹੀਂ ਬੁਲਾਊਗਾ ਨਾ ਜੀ। ਕਿਉਂ ਬੁਲਾਊਗਾ? ਹਾਂਜੀ ਹਾਂਜੀ, ਨਿਰਸਕਰ ਹੋਵੇ, ਪਰ ਮੈਂ ਉਸ ਲੈਵਲ ਦਾ ਬੰਦਾ ਨਹੀਂਗਾ। ਪਰ ਜਿਹਨੇ ਧੱਕਾ ਦਿੱਤਾ ਹੋਵੇ ਉਸੇ ਬੰਦੇ ਨੇ ਉਹਨੂੰ ਗਾਂ ਬਚਾਇਆ ਹੋਵੇ ਤਾਈਓ ਬੁਲਾਊਗਾ, ਤਾਈਓ ਬੁਲਾਊਗਾ। ਮੈਂ ਉਹ ਗੱਲ ਦੱਸਣਾ ਚਾਹੁੰਦਾ ਹੈਗਾ ਬਈ ਅਸੀਂ ਇਕੱਠੇ ਕਿ ਜੰਮੇ ਹੈਗੇ ਆ, ਥੋੜੇ ਦਿਨਾਂ ਦਾ ਫਰਕ ਹੋਊਗਾ, ਪਤਾ ਨਹੀਂ ਹੈਗਾ ਕਿ ਨਹੀਂ ਹੈਗਾ। ਇਕੱਠੇ ਪਹਿਲੀ ਕਲਾਸ ਤੋਂ ਸਕੂਲ ਤੋਂ ਪੜ੍ਹੇ ਹੋਏ ਹੈਗੇ ਆ ਤੇ ਅੱਜ ਤੱਕ ਅਸੀਂ ਇਕੱਠੇ ਹੈਗੇ ਆ। ਰਹਿਣਾ ਵੀ ਇਕੱਠਿਆਂ ਨੇ ਜਿੰਨੇ ਕਿ ਸਵਾਸ ਹੈਗੇ ਆ। ਨਾ ਘਰ ਦੇ ਮੇਰਾ ਨੂੰ ਚੰਗਾ ਸਮਝਦੇ ਆ, ਨਾ ਇਹਦੇ ਘਰ ਦੇ ਮੈਨੂੰ ਚੰਗਾ ਸਮਝਦੇ ਆ। ਬਾਕੀ ਉਹ ਕਹਿੰਦੇ ਬਈ ਮੇਰੇ ਘਰ ਦੇ ਕਹਿੰਦੇ ਆ ਵੀ ਇਹ ਪੜਿਆ ਨਹੀਂਗਾ ਤੇ ਤੈਨੂੰ ਇਹਨੇ ਪੜਨ ਦੇਣਾ ਨਹੀਂਗਾ ਤੇ ਆਰਾਮ ਨਾਲ ਟਿੱਕੇ ਬਹਿ ਜਾ। ਇਹਦੇ ਘਰ ਦੇ ਉਹਨੂੰ ਕਹਿੰਦੇ ਸੀਗੇ ਵੀ ਇਹ ਭਲਵਾਨ ਦੇ ਮੁੰਡੇ ਤੇ ਵਿਹਲੇ ਹੈਗੇ ਤੇ ਤੂੰ ਵਿਹਲਾ ਰਹਿ ਜਾਏਗਾ, ਤੂੰ ਕੰਮ ਨਹੀਂ ਕਰਨਾ। ਉਹ ਇੰਨੀ ਕੁ ਸਾਡੀ ਯਾਰੀ ਹੈਗੀ, ਕਿਸੇ ਨੂੰ ਜਿਹਨੂੰ ਪਤਾ ਜਾਂ ਨਹੀਂ ਪਤਾ। ਜਦੋਂ ਮੈਂ ਅਮਰੀਕਾ ਆਇਆ ਸੀ ਉਦੋਂ ਇਸੇ ਬੰਦੇ ਦੇ ਘਰ 'ਚ ਹੀ ਮੈਂ 6 ਮਹੀਨੇ ਲਗਾਤਾਰ ਉਤਰਨ ਤੋਂ ਲੈ ਕੇ 6 ਮਹੀਨੇ ਰਿਹਾ ਸੀਗਾ। ਇਹਦੇ ਕਹਿਣ ਨੂੰ ਕੋਈ ਚੱਠਾ ਅੱਜ ਤੱਕ ਨਾ ਤਾਂ ਕੋਈ ਮੇਰੇ ਘਰੇ ਪਹਿਲਾਂ ਰਿਹਾ, ਨਾ ਅੱਜ ਤੋਂ ਮੇਰੇ ਤੋਂ ਬਾਅਦ 'ਚ ਰਹਿਣਾ ਕੋਈ, ਇੱਕੋ ਇੱਕ ਹੀ ਆ। ਤੇ ਜੋ ਮੈਨੂੰ ਧੱਕਾ ਮਾਰ ਰਿਹਾ ਸੀਗਾ, ਮੈਨੂੰ ਤਰਨਾ ਨਹੀਂ ਆਉਂਦਾ ਸੀਗਾ, 8-9 ਸਾਲ ਦਾ ਸੀਗਾ ਮੈਂ ਸਾਈਡ 'ਤੇ ਕੱਪੜੇ ਲੈ ਕੇ ਬਾਹਰ ਬੈਠਾ ਸੀਗਾ ਤੇ ਇਹ ਪਿੱਛੋਂ ਦੀ ਆਇਆ, ਇਹ ਉਦੋਂ ਵੀ ਖੂਹਾਂ 'ਚ ਛਾਲਾਂ ਮਾਰ ਲੈਂਦਾ ਸੀਗਾ, ਤਾਰੂ ਸੀ ਏਡਾ ਵੱਡਾ। ਜਦੋਂ ਇਹਨੂੰ ਧੱਕਾ ਮਾਰਿਆ ਸੱਚਮੁੱਚ ਹੀ ਮੈਂ ਦਰਿਆ 'ਚ ਰੁੜ ਗਿਆ ਸੀ ਤੇ ਨਾਲ ਦੇ ਸਾਰੇ ਹੀ ਮੁੰਡੇ ਜਿਹੜੇ ਸੀਗੇ ਸਭ ਭੱਜ ਗਏ ਸੀਗੇ। ਇਹ ਇਕੱਲਾ ਸੀ ਜਿਹਨੇ ਮੁੜ ਕੇ ਛਾਲ ਮਾਰ ਕੇ ਮੈਨੂੰ ਕੱਢ ਕੇ ਲਿਆ ਸੀਗਾ। ਮੇਰੀ ਜ਼ਿੰਦਗੀ ਵੀ ਇਹਨੇ ਬਚਾਈ ਸੀਗੀ ਤੇ ਮੈਨੂੰ ਮਾਰ ਵੀ ਇਹ ਦੇਣ ਲੱਗਾ ਸੀਗਾ, ਇਸੇ ਕਰਕੇ ਇਹਨੂੰ ਮੈਂ ਕਦੇ ਛੱਡਿਆ ਨਹੀਂਗਾ। ਮੈਂ ਬੇਨਤੀ ਕਰੂੰਗਾ ਥਿਆੜਾ ਸਾਹਿਬ ਉਹਨਾਂ ਨੂੰ ਵੀ ਸਾਰੇ ਸਕਾਲਰ ਨੂੰ ਬੁਲਾ ਕੇ ਆਪਾਂ ਅਵਾਰਡ ਦੇ ਦਈਏ। ਸਾਥ ਦਲਜੀਤ ਸਿੰਘ ਜੀ ਵਾਈਸ ਚਾਂਸਲਰ ਸਾਹਿਬ, ਮੇਰੇ ਬੱਚੇ ਵੀ ਇਹਨਾਂ ਕੋਲ ਪੜ੍ਹੇ ਆ, ਮੈਂ ਵੀ ਪੜ੍ਹਿਆ ਹੈਗਾ। ਉਮਰ ਦਾ ਅੱਜ ਤੱਕ ਨਹੀਂ ਪਤਾ, ਜਿਹੜੇ ਕਿ ਉਮਰ ਦੇ ਜੰਮੇ ਵੀ ਮੇਰੇ ਤੋਂ ਵੱਡੇ ਆ ਕਿ ਮੈਂ ਇਹਨਾਂ ਤੋਂ ਵੱਡਾ ਹੈਗਾ, ਅੱਜ ਤੱਕ ਨਹੀਂ ਪਤਾ ਸਾਨੂੰ। ਇਹ ਪਹਿਲਾਂ ਪੜ੍ਹ ਹਟਿਆ, ਮੈਂ ਹੁਣ ਪੜ੍ਹਾਈ ਇਹਨਾਂ ਕੋਲ ਸ਼ੁਰੂ ਕੀਤੀ ਆ ਜੀ। ਇਹ ਸਾਰ ਸੰਤੋਖ ਸਿੰਘ ਜੀ, ਸਾਰ ਭੁੱਲਰ ਸਾਹਿਬ, ਥਿਆੜਾ ਸਾਹਿਬ ਜਿਹੜੇ ਜਗਤ ਪੰਜਾਬੀ ਸਭਾ ਦੇ ਸਾਡੇ ਇੰਡੀਆ ਦੇ ਪ੍ਰਧਾਨ ਨੇ ਤੇ ਇੱਕ ਪੰਜਾਬ ਦੇ ਸਾਡੇ ਪ੍ਰਧਾਨ ਨੇ ਸਤਿੰਦਰ ਕੌਰ ਜੀ ਕਾਲੋਂ। ਤੁਸੀਂ ਵੀ ਆ ਜਾਓ ਜੀ। ਰਮਨੀ ਜੀ ਤੁਸੀਂ ਵੀ ਕਿੱਥੇ ਆ ਜਾਓ, ਤੁਸੀਂ ਆ ਜਾਓ ਅਵਾਰਡ ਦੇਣ ਦੇ ਲਈ। ਤੇ ਮੈਂ ਹੁਣ ਬੇਨਤੀ ਕਰੂੰਗਾ ਤੁਸੀਂ ਦੇਖ ਲਈਓ ਇੱਕੋ ਹੀ ਮੀਟਿੰਗ। ਇੱਕ ਮੀਟਿੰਗ ਦਾ ਰੂਲ ਕੀ ਹੁੰਦਾ ਹੈਗਾ ਵਾ, ਉਹ ਮੇਰੇ ਖਿਆਲ ਤੁਸੀਂ 3 ਦਿਨ ਅੱਗੇ ਸਬੂਤ ਪੂਰਾ ਦਿੱਤਾ ਹੈਗਾ ਵਾ। ਇੱਕ ਕੰਮ ਕਰਿਓ ਜੀ, ਅਸੀਂ ਇਹ ਕਹਿੰਦੇ ਹੁੰਦੇ ਆ ਵੀ ਸਾਡੀਆਂ ਪਿਛਲੀਆਂ 8 ਕਾਨਫਰੰਸਾਂ ਦੇ ਵਿੱਚ ਕਦੀ ਕਿਸੇ ਦੀ ਟੈਲੀਫੋਨ ਦੀ ਘੰਟੀ ਨਹੀਂ ਵੱਜੀ ਤੇ ਜੇ ਮੇਰੇ ਅੱਗੇ ਬੰਦੇ ਨੂੰ ਉਹ ਘੰਟੀ ਬੰਦ ਨਾ ਕਰਨੀ ਆਉਂਦੀ ਹੋਵੇ ਤਾਂ ਉਹਨੂੰ ਮਾਫੀ ਆ। ਟੈਲੀਫੋਨ ਕੱਢ ਲਓ, ਤੁਸੀਂ ਟਰਾਈ ਕਰਕੇ ਦੇਖ ਲਓ, ਜੇ ਸ਼ਾਇਦ ਤੁਸੀਂ ਬੰਦ ਕਰ ਲਓ। ਜੇ ਨਾ ਬੰਦ ਕਰ ਸਕੇ, ਉਹ ਮੇਰਾ ਪੋਤਾ ਮੈਨੂੰ ਬੰਦ ਕਰਕੇ ਦਿੰਦਾ ਹੁੰਦਾ, ਉਹਨੂੰ ਮੈਨੂੰ ਇਹ ਸੁੱਚ ਸੇ ਐਸ ਬਨੇ ਸੁੱਚ ਹੁੰਦਾ ਇੱਥੇ ਕੋਦੇ। ਹਲੋ ਜੀ, ਮੇਰੇ ਟੈਲੀਫੋਨ ਦੀ ਘੰਟੀ ਬੰਦ ਹੋ ਗਈ ਆ, ਮੈਨੂੰ ਕਰਕੇ ਦੇਤੀ ਤੇ ਮੈਨੂੰ 2 ਵਾਰੀ ਕੌਂਸਲਟ ਆਫਿਸ ਤੋਂ ਫੋਨ ਆਇਆ ਤੇ ਮੇਰੇ ਕੋਲ ਚੱਕ ਨਹੀਂ ਹੋਇਆ ਤੇ ਮੈਂ ਜਿਉਂ ਲੱਗਾ ਵੀ ਅੱਜ ਤਾਂ ਬਹੁਤ ਕੰਮ ਖਰਾਬ ਹੋਇਆ ਤੇ ਸ਼ਾਮ ਨੂੰ ਜਾ ਕੇ ਮੈਂ ਕਰ ਸਕਿਆ ਸੀਗਾ ਤੇ ਮੈਨੂੰ ਨਹੀਂ ਤਾਂ ਵੀਜ਼ਾ ਵੀ ਨਹੀਂ ਲੱਭਣਾ ਸੀਗਾ ਤੇ ਮੈਂ ਮੁੜ ਕੇ ਇੰਡੀਆ ਵੀ ਨਹੀਂ ਜਾਣ ਜੋਗਾ ਰਹਿਣਾ ਸੀਗਾ। ਹੁਣ ਇੱਕ ਤੁਹਾਡੇ ਸਾਰਿਆਂ ਟੈਲੀਫੋਨ ਨੇ ਘੰਟੀਆਂ ਖਤਮ ਬੰਦ ਹੋ ਗਈਆਂ ਜੀ। ਹੁਣ ਤੋਂ ਬਾਅਦ ਉਹ ਪਰਲੇ ਬੰਨਿਆ ਹਰਬਖਸ਼ ਸਿੰਘ ਉਹਨਾਂ ਥੱਲੇ ਬੈਠਾ ਕੋਈ ਸਾਰ ਹਰਬਖਸ਼ ਸਿੰਘ ਉਹਨਾਂ ਦੀ ਫੋਟੋ ਤੁਹਾਡੇ ਮਗਰ ਲਿਆ ਵਕੀਲ ਸਾਹਿਬ, ਉਹ ਹਰਬਖਸ਼ ਸਿੰਘ ਉਹਨਾਂ ਦੀ ਫੋਟੋ ਆ। ਲਓ ਜੀ, ਉਹ ਬਾਹਰ ਚਲੇ ਗਏ। ਹੁਣ ਤੋਂ ਬਾਅਦ ਸਾਡੀ ਕਾਨਫਰੰਸ ਦਾ ਇੱਕ ਅਸੂਲ ਹੁੰਦਾ ਹੈਗਾ, ਟੈਲੀਫੋਨ ਦੀਆਂ ਘੰਟੀਆਂ ਬੰਦ ਕਰ ਲਈਆਂ। ਬਾਹਰੋਂ ਆਉਣ ਵਾਲੇ ਸੱਜਣ ਨੂੰ ਕਿਸੇ ਨੇ ਇਸ਼ਾਰਾ ਵੀ ਨਹੀਂ ਕਰਨਾ,
ਹੱਥ ਤੇ ਕੀ ਮਿਲਾਉਣਾ ਹੈਗਾ। ਜਿਹੜਾ ਇਸ ਰੂਮ ਨੰਬਰ 1 ਤੱਕ ਪਹੁੰਚ ਗਿਆ ਉਹ ਵਾਕਿਆ ਹੀ ਆਪਦੀ ਕੁਰਸੀ ਲੈ ਕੇ ਇੱਥੇ ਬੈਠ ਜਾਊਗਾ। ਕਿਸੇ ਨੂੰ ਹੱਥ ਮਿਲਾਉਣਾ, ਕਿਸੇ ਨੂੰ ਇਸ਼ਾਰਾ ਕਰਨਾ ਉਸ ਕੁਰਸੀ ਤੇ ਬਹਿ ਜਾ ਪਲੀਜ਼, ਉਹ ਨਾ ਕਰਿਓ। ਤੇ ਜਿਹਨੂੰ ਕਿਸੇ ਮਜਬੂਰੀ ਕਰਕੇ ਜਾਣਾ ਪਿਆ ਹੋਵੇ ਉਹ ਜਾ ਸਕਦਾ ਹੈਗਾ, ਪਰ ਜਾਣ ਦੇ ਲਈ ਕਿਸੇ ਨੂੰ ਦੱਸ ਕੇ ਜਾਣਾ ਮੈਂ ਇੱਥੇ ਕੌਫੀ ਪੀਣ ਚੱਲਿਆ, ਮੈਨੂੰ ਧਿਆਜ ਹੀ ਲੱਗੀ ਆ, ਮੈਂ ਪਾਣੀ ਪੀ ਆਵਾਂ, ਉਹ ਕੰਮ ਦੱਸ ਕੇ ਨਾ ਜਾਈਓ। ਅਸੀਂ ਸਮਝ ਲਵਾਂਗੇ ਜਿਹੜਾ ਅੱਜ ਕੌਂਸਲ ਜਨਰਲ ਨੂੰ ਦੇਖਣ ਨਾਲ, ਮਿਲਣ ਨਾਲ, ਮੰਨਾ ਜੀ ਦੀਆਂ ਗੱਲਾਂ ਸੁਣਨ ਦੇ ਨਾਲੋਂ ਉਹਨੂੰ ਕੋਈ ਹੋਰ ਜ਼ਰੂਰੀ ਕੰਮ ਹੋਣਾ, ਉਹ ਤਾਈਓ ਜਾਊਗਾ ਨਾ, ਉੱਦਾਂ ਨਹੀਂ ਜਾਊਗਾ। ਅਸੀਂ ਇਹ ਮੰਨ ਲਵਾਂਗੇ ਉਸ ਬੰਦੇ ਨੂੰ ਕੋਈ ਇੰਪੋਰਟੈਂਟ ਕੰਮ ਹੋਣਾ ਹੈਗਾ, ਉਹ ਤਾਈਓ ਗਿਆ ਹੈਗਾ, ਅਦਰਵਾਈਜ਼ ਕਿਸੇ ਨੇ ਇਸ ਥਾਂ ਤੋਂ ਜਾ ਨਹੀਂ ਸਕਦਾ ਸੀਗਾ। ਤੇ ਮੈਂ ਆਪਣੇ ਵੱਲੋਂ ਇੱਦਾਂ ਦਾ ਨਾਂ ਹੀ ਆ, ਕੌਂਸਲ ਜਨਰਲ ਹੀ ਕਹਿੰਦੇ ਹੋਣੇ ਜੀ, ਵੀਜ਼ਾ ਵੂਜ਼ਾ ਲਾਉਂਦੇ ਸਭ ਕੁਝ ਉਹਦੇ ਮਾਲਕੀ ਆ ਇਹ। ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਹੈਗਾ ਵੀ ਅੱਜ 9ਵੀਂ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਸਾਡੇ ਕੋਲ ਆਏ ਹੈਗੇ ਆ। ਤੇ ਸਭ ਤੋਂ ਪਹਿਲਾਂ ਸਾਡਾ ਮੈਂ ਕਾਗਜ਼ ਆਪਣਾ ਗੁੰਮ ਕਰ ਚੁੱਕਾ ਹੈਗਾ ਵਾਂ, ਉਹ ਤਰਤੀਬ ਕੀ ਸੀਗੀ ਉਹ ਸਭ ਖੋ ਚੁੱਕਾ ਹੈਗਾ। ਤੇ ਸਭ ਤੋਂ ਪਹਿਲਾਂ ਮੈਂ ਮੈਡਮ ਜੀ ਨੂੰ ਬੇਨਤੀ ਕਰ ਦੂੰਗਾ ਵੀ ਉਹ ਸਾਨੂੰ ਵੀ ਵਧਾਈਆਂ ਦੇ ਦੇਣ, ਅਸੀਂ ਕੋਈ ਚੰਗਾ ਕੰਮ ਕਰਦੇ ਹਾਂ। ਸਾਡੇ 'ਚ ਗੁਣ ਤਾਂ ਬਹੁਤ ਆ, ਪਰ ਕਦੀ ਆਪ 'ਚ ਤੇ ਮਾਣ ਜਿਹਾ ਨਹੀਂ ਕਰਦੇ ਅਸੀਂ। ਮੈਂ ਗੋਰਾ ਜੀ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਦਾ ਕਰਕੇ ਮੈਡਮ ਜੀ ਆਏ ਆ। ਅਸੀਂ ਰਿਕੁਐਸਟ ਕੀਤੀ ਸੀ ਇਹਨਾਂ ਨੂੰ, ਇਹਨਾਂ ਸਾਡੀ ਪ੍ਰਵਾਨਗੀ ਦਿੱਤੀ ਇਹਨਾਂ ਨੇ। ਮੈਂ ਇੱਕ ਦੱਸ ਦਵਾਂ ਜੀ, 2009 ਦੇ ਵਿੱਚ ਅਸੀਂ ਵਰਲਡ ਪੰਜਾਬੀ ਕਾਨਫਰੰਸ ਕਰਾਈ ਸੀ, 2011 'ਚ ਕਰਾਈ ਸੀ। ਮਿਸ਼ਰਾ ਜੀ ਨੂੰ ਵੀ, MP ਸਿੰਘ ਜੀ ਹਮੇਸ਼ਾ ਹੀ ਸਾਡੇ ਕੌਂਸਲੇਟ ਆਫਿਸ ਤੋਂ ਸਾਡੇ ਇੱਥੇ ਤੁਹਾਡੇ ਜਿਹੜੇ ਅਫਸਰ ਹੈਗੇ ਆਉਂਦੇ ਰਹੇ ਹੈਗੇ ਆ। ਉਸ ਲੜੀ ਨਾਲ ਤੋੜਦੇ ਕਿਉਂਕਿ ਸਾਡੀ ਇਹ ਕਾਨਫਰੰਸ ਜਿਹੜੀ ਹੁੰਦੀ ਆ ਨਾ ਤਾਂ ਧਾਰਮਿਕ ਹੁੰਦੀ ਹੈਗੀ ਆ ਤੇ ਨਾ ਹੀ ਰਾਜਨੀਤਿਕ ਹੁੰਦੀ ਹੈਗੀ ਆ। ਅਸੀਂ ਕੰਮ ਕਰ ਰਹੇ ਹਾਂ ਸਿਰਫ ਪੰਜਾਬੀ ਲੈਂਗੁਏਜ ਦੀ ਡਿਵੈਲਪਮੈਂਟ ਤੇ। ਅਸੀਂ ਮੋਰਲ ਵੈਲਿਊਜ਼ ਦੀ ਕਿਤਾਬ ਵੀ ਤਿਆਰ ਕਰਾਈ ਸੀਗੀ ਵਰਲਡ ਪੰਜਾਬੀ ਕਾਨਫਰੰਸਾਂ ਵਿੱਚੋਂ। ਅੱਜ ਕੱਲ੍ਹ ਲੈਂਗੁਏਜ ਸਿਖਾਉਣ ਲਈ ਅਸੀਂ ਕਾਇਦੇ ਨੂਰ ਵੀ ਤਿਆਰ ਕੀਤਾ ਹੈਗਾ। ਜੇ ਸਹਿਜ ਹੋਵੇ, ਸਹਿਜ ਕੌਰ ਮਾਂਗੜ, ਇੱਕ ਕਾਇਦਾ ਨੂਰ ਦੀ ਕਾਪੀ ਲਿਆ ਕੇ ਤੇ ਮੈਡਮ ਜੀ ਨੂੰ ਭੇਟ ਕਰ ਦਿਓ ਤੇ ਨਾਲ ਹੀ ਮੈਡਮ ਜੀ ਕੋ ਆਪਾਂ ਸਭ ਤੋਂ ਪਹਿਲਾਂ ਵਿਚਾਰ ਹੀ ਇਹਨਾਂ ਕੋਲ ਸੁਣ ਲੈਂਦੇ ਹਾਂ। ਮੈਨੂੰ ਕੋਈ ਬੰਦਾ ਕਹਿੰਦਾ ਸੀਗਾ ਜੀ ਵੀ ਮੈਂ ਸਭ ਤੋਂ ਬਾਅਦ 'ਚ ਬੋਲੂੰਗਾ, ਸਾਡੇ ਪਾਕਿਸਤਾਨ ਤੋਂ ਬੰਦਾ ਆਇਆ ਸੀਗਾ। ਮੈਂ ਉਹਨੂੰ ਇਹ ਗੱਲ ਦੱਸੀ ਸੀਗੀ ਵੀ ਤੁਹਾਡੇ ਇੰਡੀਆ ਦੇ ਵਿੱਚ ਹੁੰਦਾ ਵੀ ਸਭ ਤੋਂ ਵੱਡਾ ਬੰਦਾ ਅਖੀਰ 'ਚ ਬੋਲਦਾ, ਤੇ ਸਾਡੇ ਕੈਨੇਡਾ 'ਚ ਹੁੰਦਾ ਸਭ ਤੋਂ ਵੱਡਾ ਬੰਦਾ ਪਹਿਲਾਂ ਬੋਲਦਾ ਹੈਗਾ। ਤੇ ਮੈਂ ਬੇਨਤੀ ਮੈਡਮ ਜੀ ਨੂੰ ਕਰੂੰਗਾ ਵੀ ਆ ਜਾਓ, ਪਹਿਲਾਂ ਸਾਨੂੰ ਤੁਸੀਂ ਵਧਾਈਆਂ ਦੇ ਦਿਓ। ਜੇ ਦੋ ਬੁਲਾ ਤਾਂ ਉਹ ਤੋਂ ਬਾਅਦ ਰਹਿਣਾ ਕੋਈ ਨਹੀਂ ਜੀ। ਲਓ ਜੀ, ਦੂਜੀ ਦੱਸ ਦੇਵਾਂ ਵੀ ਜਿਹੜੇ ਤੇ ਕੈਨੇਡਾ ਰਹਿੰਦੇ ਹੈਗੇ ਆ ਇਹ ਵੱਡੇ ਅਹੁਦੇ ਤੇ ਹੋਣ ਦੇ ਨਾਤੇ ਪਹਿਲਾਂ ਬੋਲਣਗੇ। ਜਿਹੜੇ ਇੰਡੀਆ ਤੋਂ ਆਏ ਹੈਗੇ ਆ ਉਹ ਇੰਡੀਆ ਦੇ ਹਿਸਾਬ ਦੇ ਨਾਲ ਸਭ ਤੋਂ ਅਖੀਰ ਤੇ ਬੋਲਣਗੇ, ਕਿਉਂਕਿ ਇਹਨਾਂ ਤੋਂ ਬਾਅਦ ਵੀ ਕੋਈ ਨਹੀਂ ਰਹਿਣਾ। ਇਸ ਕਰਕੇ ਮੈਂ ਬੇਨਤੀ ਕਰੂੰਗਾ, ਸਾਡੇ ਲਈ ਮੈਡਮ ਬੜੀ ਮਾਣ ਦੀ ਗੱਲ ਆ ਵੀ ਸਾਡੇ ਵਿਚਕਾਰ ਆਏ ਹੋ। आओ जी मैडम जी। नमस्कार, सत श्री अकाल। हिंदी में ही बोल पाऊँगी, पंजाबी में नहीं। लेकिन सबसे पहले आपका बहुत बहुत धन्यवाद, ये जो आप 9th पंजाबी कॉन्फ्रेंस कर रहे हैं, जिस तरह से आप पंजाबी लैंग्वेज का प्रमोशन और प्रिजर्व कर रहे हैं, उसके लिए बहुत बहुत धन्यवाद। ये बहुत बहुत बड़ी बात है कि आप कनाडा में रह के इसका प्रमोशन कर रहे हैं, तो इससे बड़ी खुशी कुछ नहीं हो सकती, क्योंकि जो हमारी लैंग्वेज होती है वही हमारे कल्चर को रिफ्लेक्ट करती है। जिस तरह से हमारे जब तक हम इसको प्रिजर्व और प्रमोट नहीं करेंगे, जो आप लोग शायद बहुत पहले आए होंगे, लेकिन आपके जो दूसरी जनरेशन है, जो तीसरी जनरेशन है, उसके लिए बहुत ज़रूरी है कि वो हमारी लैंग्वेज को बोलें, उसको आगे बढ़ाएं। तो इन सब चीज़ों के लिए बहुत बहुत धन्यवाद, और बहुत स्वागत करना चाहूँगी जो भारत से आए हुए हैं हमारे लोग। बहुत ही आपने यहाँ पे आके हम लोगों को सम्मान दिया, उसके लिए बहुत बहुत धन्यवाद। अभी मुझे मेरा 4 साल पूरा होने को आया है यहाँ पे, तो मेरा ये आखिरी हफ्ता है। तो जब मुझे पता चला कि ये कॉन्फ्रेंस हो रही है, तो मैंने कहा कि ज़रूर मुझे जाना चाहिए और आप लोगों से बात करनी चाहिए, क्योंकि ये इस तरह के जो कॉन्फ्रेंस है बहुत ही ज़रूरी है हमारे जो कल्चर है प्रमोट करने के लिए। हमारे जैसा कि आपको पता है कितना डाइवर्स है हमारी कंट्री। 22 कॉन्स्टिट्यूशनल लैंग्वेजेस 22 हैं हमारे यहाँ।
तो सबको प्रमोट करना यहाँ पे हमारा जो कर्तव्य है वो सब सारी लैंग्वेजेस को प्रमोट करना है। तो उसके तहत हमने एक मातृभाषा करके एक प्रतियोगिता आयोजित करवाते हैं हम काउंसलेट की तरफ से, जो कि जिसमें हम सारी भाषाओं की कॉम्पिटिशन्स कराते हैं और बच्चों को प्रमोट करते हैं कि बच्चे बोलें, बच्चे पोएम बोलें, बच्चे लिखें। तो उसमें हम आपका भी सहयोग चाहिए। अगली बार जब आप कॉन्फ्रेंस करें तो ज़रूर बच्चों का जितना इन्वॉल्वमेंट होगा उतना अच्छा रहेगा, ताकि ज़्यादा से ज़्यादा बच्चे जुड़ें हमारी भाषाओं के साथ। दूसरा आपने कहा कि वीज़ा के मालिक नहीं, हम लोग सेवक हैं यहाँ पे आप लोगों के। आप लोगों की सेवा करने के लिए हैं। तो कुछ भी ज़रूरत हो काउंसलेट का, कुछ भी आप लोगों को ज़रूरत है, जैसे कुछ आपने कहा कि पेपर्स खो गए हैं, हम लोग हमारा ओपन हाउस होता है हर बुधवार को। तो यदि कोई भी समस्या हो जो कि नॉर्मली सॉल्व नहीं हो पा रही है आपकी, तो आप बुधवार को पूरा सेकेंड हाफ जो हमारा लंच के बाद किसी से भी आप मिल सकते हैं, मुझसे मिलना चाहें, मेरे जो वीज़ा वाले हैं, OCI वाले हैं। और आप लोगों से अनुरोध करूँगी कि OCI कार्ड आप लोग ज़रूर बनवाएं, क्योंकि वो लाइफ लॉन्ग वीज़ा होता है आप लोगों के लिए। एक बार बस सारे पेपर्स चाहिए होते हैं, उसके बाद फिर आप कभी भी इंडिया वापस जा सकते हैं। 2 चीज़ें उसमें नहीं अलाउड हैं, एक तो वोट नहीं दे सकते आप इंडिया में, दूसरा एग्रीकल्चर लैंड नहीं खरीद सकते। अगर इनहेरिट कर रहे हैं तो वो अलाउड है, लेकिन अगर खरीदना चाहें तो नहीं खरीद सकते। बाकी जितनी भी नॉन रेजिडेंट इंडियंस की जो मतलब जो भी उनको राइट्स हैं, वो OCI वालों को भी राइट्स हैं। तो अगर आप लोग हम लोग ज़रूर करना चाहेंगे। अगर आप कैंप लगाना चाहें, OCI का कैंप या कुछ जिसमें आपको जानकारी चाहिए, कुछ और भी जैसे कुछ रजिस्ट्रेशन वगैरह हम लोग यहीं पे कर सकते हैं। तो अगर आप लोग का कुछ मन हो तो हम ज़रूर कैंप्स लगा सकते हैं इस तरह के। और भी कोई भी ज़रूरत हो कॉन्सुलेट से, आप प्लीज़ हम लोगों को संपर्क करिए, हम लोग जितना भी हो सकता है मदद कर सकते हैं। बट आज कॉन्सुलेट की बात नहीं है, आज भाषा के प्रचार प्रसार की बात है। तो ज़्यादा शब्द नहीं लेते हुए मैं बस आप लोगों को बहुत बहुत धन्यवाद करना चाहूँगी कि आप इस तरह के कार्यक्रम आयोजित कर रहे हैं और हमारे भाषा का बढ़ावा दे रहे हैं। धन्यवाद, नमस्कार। और एक और बात, आज मेरा 4 साल हो गए तो मैं वापस जा रही थी, तो कई लोगों ने मुझसे मजाक में कहा कि भाई आपको 4 साल टोरंटो में नहीं है, आपको पंजाबी अभी तक नहीं आई है। तो मैंने अभी अपने लिए टीचर ढूंढ लिए हैं तो इन्होंने मुझे प्रॉमिस किया है कि ये 15 दिन में मुझे थोड़ा बहुत बोलना सिखा देंगे। तो अगर आप पूरा आ जाएगा। अच्छा, थैंक यू। ਕਿਉਂਕਿ ਇਹ ਕਾਇਦਾ ਆਪਣੇ ਆਪ ਵਿੱਚ ਟੀਚਰ ਆ। ਜਦੋਂ ਤੁਸੀਂ ਇਹਨੂੰ ਦੇਖੋਗੇ, ਜਿਹਨੂੰ ਇੱਕ ਲੈਂਗੁਏਜ ਵੀ ਆਉਂਦੀ ਆ ਨਾ ਜੀ, ਉਹ ਦੂਸਰੀਆਂ 3 ਭਾਸ਼ਾਵਾਂ ਸਿੱਖ ਲਊਗਾ। ਤੇ ਹੁਣ ਅਸੀਂ ਬਹੁਤ ਤੁਹਾਡੇ ਧੰਨਵਾਦੀ ਹੈਗੇ ਆ, ਅੱਜ ਤੁਸੀਂ ਆਪਣਾ ਟਾਈਮ ਕੱਢ ਕੇ ਆਏ ਹੋ। ਤੇ ਸਭ ਤੋਂ ਪਹਿਲਾਂ ਮੈਂ ਇਹ ਅਰਵਿੰਦਰ ਢਿੱਲੋਂ ਜੀ ਉਹਨਾਂ ਨੂੰ ਕਹੂੰਗਾ ਵੀ ਜੋ ਕੁਝ ਹੋਇਆ ਹੈਗਾ ਅੱਜ ਦੱਸ ਹੀ ਦਿਓ ਤੇ ਮਤੇ ਪਹਿਲਾਂ ਪਾਸ ਕਰਾ ਲਈਏ, ਤਾਂ ਕਿ ਇਹਨਾਂ ਨੂੰ ਕੁਛ ਪਤਾ ਲੱਗ ਜਾਵੇ ਵੀ ਕੁਛ ਅਸੀਂ ਕੀ ਕੀਤਾ ਹੈਗਾ। ਅਰਵਿੰਦਰ ਢਿੱਲੋਂ ਜੀ, ਕੋਆਰਡੀਨੇਟਰ ਵਰਲਡ ਪੰਜਾਬੀ ਕਾਨਫਰੰਸ। ਬਹੁਤੇ ਦੁਨੀਆ ਦੇ ਰਾਈਟਰ ਜਿਹੜੇ ਆ ਮੈਨੂੰ ਨਹੀਂ ਜਾਣਦੇ, ਇਹਨੂੰ ਜ਼ਿਆਦਾ ਜਾਣਦੇ, ਮੈਨੂੰ ਆਪ ਨਹੀਂ ਪਤਾ ਮੈਨੂੰ ਕਿਉਂ ਜਾਣਦੇ, ਕਈ ਵਾਰ ਮੈਨੂੰ ਗੁੱਸਾ ਵੀ ਆਉਂਦਾ ਹੁੰਦਾ। बहुत ही सत्कारयोग अज दे इस अखीरी सैशन के मुख्य मेहमान मैडम कौंसलर मन्ना जी ते प्रधानगी मंडल ते इस कॉन्फ्रेंस विच दुनिया के वख-वख मुल्कों तो आए बहुत ही सत्कारत डेलीगेट्स। 9वीं विश्व पंजाबी कॉन्फ्रेंस जो कनेडा दे विच पिछले 3 दिनों तो असी मान रहे हैं, मैं उसके पिछोकड़ बारे ना दसदा होया इस कॉन्फ्रेंस दे विच असी 3 दिनों दे विच जो 5 अकैडमिक सैशनों दे विच गल कीती है उसनूं बहुत ही संखेप दे विच समेटन की कोशिश करूँगा। किसी भी कॉन्फ्रेंस दे विच सब तो महत्वपूर्ण होता है कि उस कॉन्फ्रेंस दे विच विचारे गए विषयों का महत्व, उन्होंने विषयों चों उठे सवाल तो उन्होंने सवालों का जिक्र जिन्हों का किया है उस जिक्र का फिक्र करके उन्होंने किसी नतीजे तक पहुँचना। मैं सिर्फ 2 गल्लां इस दे नाल पिछोकड़ वालियां इसलिए करना जरूरी समझदा
ਕਿ ਅਸੀਂ ਜੇ 8 ਵਰਲਡ ਪੰਜਾਬੀ ਕਾਨਫਰੰਸਾਂ ਕੀਤੀਆਂ ਤਾਂ ਉਹ 'ਚੋਂ ਕੀ ਖੱਟਿਆ, ਉਹਨਾਂ ਕਾਨਫਰੰਸਾਂ ਦੇ ਵਿੱਚ ਜੋ ਜ਼ਿਕਰ ਸੀ ਉਸ ਜ਼ਿਕਰ ਨੂੰ ਅਸੀਂ ਕਿਸ ਅੰਜਾਮ ਤੱਕ ਲਿਜਾਣ ਦੇ ਵਿੱਚ ਸਫਲ ਰਹੇ। 2017 ਦੇ ਵਿੱਚ ਕੀ ਨੋਟ ਐਡਰੈਸ ਦੇ ਵਿੱਚ ਇੱਕ ਸਵਾਲ ਉੱਠਿਆ ਸੀ ਕਿ ਅਸੀਂ ਬੱਚੇ ਨੂੰ ਇੱਕ ਸਿੱਖਿਆ ਦੇ ਨਾਲ ਉਸ ਨੂੰ ਇੱਕ ਰੋਬੋਟ ਬਣਾ ਰਹੇ ਹਾਂ। ਉਹ ਜੋ ਕੁਝ ਪੜ੍ਹਦਾ ਹੈ ਉਹ ਉਸ ਨੂੰ ਤੋਤੇ ਵਾਂਗੂ ਰੱਖਦਾ ਹੈ ਅਤੇ ਉਹ ਇੱਕ ਇੰਜੀਨੀਅਰ, ਇੱਕ ਡਾਕਟਰ ਜਾਂ ਜਿਸ ਵੀ ਕਿੱਤੇ 'ਚ ਗਿਆ ਉਹ ਉੱਥੋਂ ਤੱਕ ਸੀਮਤ ਹੋ ਕੇ ਰਹਿ ਜਾਂਦਾ। ਉਹ ਆਪਣੀਆਂ ਜੜ੍ਹਾਂ, ਆਪਣੇ ਪਿਛੋਕੜ, ਆਪਣੀ ਭਾਸ਼ਾ, ਆਪਣੇ ਸੱਭਿਆਚਾਰ, ਆਪਣੇ ਰੀਤੀ ਰਿਵਾਜ਼ਾਂ, ਆਪਣੇ ਰਿਸ਼ਤਿਆਂ ਤੋਂ ਟੁੱਟ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਜੋ ਸਾਡਾ ਖਾਸ ਕਰ ਹਿੰਦੁਸਤਾਨ ਦਾ ਜੋ ਕਲਚਰ ਹੈ ਉਹ ਜੜ੍ਹਾਂ ਨਾਲ ਜੁੜਿਆ ਕਲਚਰ ਹੈ, ਉਹ ਧਰਮ ਸਮਾਜ ਨਾਲ ਜੁੜਿਆ ਕਲਚਰ ਹੈ, ਪਰ ਅਸੀਂ ਉਸ ਸਿੱਖਿਆ ਪ੍ਰਣਾਲੀ ਦੇ ਵਿੱਚ ਉਸ ਤੋਂ ਟੁੱਟ ਰਹੇ ਸੀ। ਇਸ ਕਾਨਫਰੰਸ ਦੇ ਵਿੱਚ ਉਸ ਵਿਸ਼ੇ 'ਤੇ ਜੋ ਚਰਚਾ ਹੋਈ ਸੀ ਉਸ ਦੇ ਵਿੱਚ ਸੀ ਕਿ ਮੋਰਲ ਵੈਲਿਊਜ਼, ਜੋ ਘਰ ਛੋਟੇ ਹੋ ਗਏ, ਰਿਸ਼ਤੇ ਟੁੱਟ ਗਏ, ਉਸ ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ। ਸਰਦਾਰ ਅਜਾਇਬ ਸਿੰਘ ਚੱਠਾ ਹੋਰਾਂ ਨੇ ਉਸ ਯਤਨ ਨੂੰ ਪੂਰਾ ਕਰਨ ਵਿੱਚ ਜੋ ਸਭ ਤੋਂ ਪਹਿਲਾ ਉਪਰਾਲਾ ਕੀਤਾ ਸੀ ਉਹ ਸੀ ਉਸ ਵਿਸ਼ੇ ਦੇ ਉੱਤੇ ਇੱਕ ਪੁਸਤਕ ਲਿਖਵਾਉਣਾ। ਇੱਕ ਬਹੁਤ ਆਮ ਚੀਜ਼ ਲੱਗਦੀ ਹੈ ਕਿ ਇੱਕ ਇਹੋ ਜਿਹੇ ਵਿਸ਼ੇ ਦੇ ਉੱਤੇ ਲੱਭਣ ਦੇ ਉੱਤੇ ਜਦੋਂ ਕੋਈ ਪੁਸਤਕ ਨਹੀਂ ਮਿਲਦੀ ਤਾਂ ਇੱਕ ਪੁਸਤਕ ਨੈਤਿਕ ਨਿਯਮ ਦੇ ਨਾਂ ਹੇਠ ਆਡਿਟ ਕੀਤੀ ਜਾਂਦੀ ਹੈ ਅਤੇ ਪਹਿਲੀ ਵਾਰ ਕੋਈ ਪੁਸਤਕ 60,000 ਕਾਪੀਆਂ ਉਸ ਦੀਆਂ, ਜਿਸ ਦੇ ਇੱਕੋ ਦਿਨ ਸਰਦਾਰ SP ਸਿੰਘ ਉਬਰਾਏ 25,000 ਕਾਪੀਆਂ ਛਪਾ ਕੇ ਫ੍ਰੀ ਆਫ ਕਾਸਟ ਡਿਸਟਰੀਬਿਊਟ ਕਰਦੇ ਨੇ। ਇਹ ਉਸ ਕਾਨਫਰੰਸ ਦੀ ਪ੍ਰਾਪਤੀ ਹੈ। ਉਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਨੂੰ ਵਿਸ਼ੇ ਵਜੋਂ ਮਾਨਤਾ ਦਿੰਦਾ ਹੈ। ਉਸ ਦੇ ਨਾਂ ਦੇ ਵਿੱਚ ਕੁਝ ਫਰਕ ਹੁੰਦਾ ਹੈ, ਪਰ ਉਹ ਵਿਸ਼ਾ ਸਕੂਲਾਂ ਦੇ ਵਿੱਚ ਲਾਗੂ ਕਰਵਾਇਆ ਜਾਂਦਾ। ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਲਾਹੌਰ ਉਸ ਪੁਸਤਕ ਦਾ ਅਨੁਵਾਦ ਕਰਦੀ ਹੈ ਅਤੇ ਲਾਹੌਰ ਦੇ ਵਿੱਚ ਉਹ ਇੱਕ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ। ਇਹ ਇਸ ਕਾਨਫਰੰਸ ਦੀ ਪ੍ਰਾਪਤੀ ਹੈ ਮੈਡਮ। ਇਸੇ ਕਾਨਫਰੰਸ ਦੇ ਵਿੱਚੋਂ ਇਹ ਚੀਜ਼ ਨਿਕਲਦੀ। ਜਦੋਂ ਕੋਈ ਕੰਮ ਕੀਤਾ ਜਾਂਦਾ ਹੈ ਉਸ ਦਾ ਇੱਕ ਰਿਕਾਰਡ, ਇੱਕ ਦਸਤਾਵੇਜ਼ ਉਸ ਦਾ ਭਵਿੱਖ ਦੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਦੇ ਦਿਸ਼ਾ ਨਿਰਦੇਸ਼ ਤੈਅ ਕਰਦਾ ਹੈ। ਇਸ ਕਾਨਫਰੰਸ ਨੇ ਪਿਛਲੇ 43 ਸਾਲਾਂ ਦੌਰਾਨ ਹੋਈਆਂ ਕਾਨਫਰੰਸਾਂ ਦੀ ਵਿਰਾਸਤ ਸਾਂਭਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਪੁਸਤਕ ਦੇ ਰੂਪ ਵਿੱਚ ਸਾਂਭਿਆ। ਇਸ ਕਾਨਫਰੰਸ ਵਿੱਚ ਅਸੀਂ ਦੋ ਚੀਜ਼ਾਂ 'ਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਿੱਖਿਆ ਅਤੇ ਭਾਸ਼ਾ ਦੀਆਂ ਚੁਣੌਤੀਆਂ। ਭਾਸ਼ਾ ਦੀਆਂ ਚੁਣੌਤੀਆਂ ਦੇ ਲਈ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ। ਉਹਨਾਂ ਯਤਨਾਂ ਦੇ ਵਿੱਚ ਇੱਕ ਛੋਟਾ ਯਤਨ ਲੱਗਦਾ ਹੈ ਕਿ ਅਸੀਂ 35 ਜੋ ਗੁਰਮੁਖੀ ਦੇ ਅੱਖਰ ਹੈ ਉਹ ਹਰ ਇੱਕ ਨੂੰ ਸਿਖਾਉਣਾ ਚਾਹੁੰਦੇ ਆ। ਉਸ ਦੇ ਲਈ ਅਸੀਂ ਇੱਕ ਮਤਾ ਵੀ ਪਾਸ ਕੀਤਾ, ਉਸ ਦਾ ਜ਼ਿਕਰ ਮੈਂ ਬਾਅਦ ਦੇ ਵਿੱਚ ਕਰੂੰਗਾ। ਸਿੱਖਿਆ ਦੇ ਲਈ, ਨਵੀਂ ਸਿੱਖਿਆ ਨੀਤੀ ਦੇ ਲਈ ਸਮੇਂ-ਸਮੇਂ 'ਤੇ ਅਸੀਂ ਪਿਛਲੀ ਕਾਨਫਰੰਸ ਦੇ ਵਿੱਚ ਜੋ ਮਤੇ ਪਾਸ ਕੀਤੇ ਸੀ ਉਹ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭੇਜੇ ਸੀ। ਉਹਨਾਂ ਵਿੱਚੋਂ ਬਹੁਤੇ ਮਤਿਆਂ ਦੇ ਉੱਤੇ ਇੰਪਲੀਮੈਂਟੇਸ਼ਨ ਹੋਈ ਅਤੇ ਉਸ ਦੇ ਲਈ ਅਸੀਂ ਯਤਨਸ਼ੀਲ ਹਾਂ। ਮੈਂ ਹੁਣ ਪ੍ਰਧਾਨਗੀ ਮੰਡਲ ਦੀ ਇਜਾਜ਼ਤ ਦੇ ਨਾਲ ਜੋ ਅੱਜ ਦੀ ਕਾਨਫਰੰਸ ਦੇ ਵਿੱਚ ਅਸੀਂ ਮਤੇ ਪਾਸ ਕਰਨਾ ਚਾਹੁੰਦੇ ਹਾਂ ਉਸ ਦੇ ਲਈ ਉਹਨਾਂ ਤੋਂ ਇਜਾਜ਼ਤ ਮੰਗਦਾ ਹਾਂ। ਮਿਤੀ 25 ਜੂਨ 2023 ਨੂੰ ਟੋਰਾਂਟੋ ਕੈਨੇਡਾ ਵਿਖੇ ਕਰਵਾਈ ਗਈ ਵਿਸ਼ਵ ਪੰਜਾਬੀ ਕਾਨਫਰੰਸ ਦੀ ਇਹ ਸੋਚੀ ਸਮਝੀ ਰਾਏ ਹੈ ਕਿ ਪੰਜਾਬ ਸਰਕਾਰ ਦੁਆਰਾ ਪਿਛਲੇ ਸਮੇਂ ਦੇ ਵਿੱਚ SS ਬੋਰਡ ਦੇ ਵਿੱਚ ਜਿਸ ਤਰ੍ਹਾਂ ਪੰਜਾਬੀ ਨੂੰ ਇੱਕ ਵਿਸ਼ੇ ਵਜੋਂ ਪ੍ਰੀਖਿਆ ਲਈ ਜਾਂਦੀ ਹੈ, ਇਸ ਦੇ ਲਈ ਕਲਾਸ 1 ਪੋਸਟਾਂ ਦੇ ਲਈ ਜੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਸਰਵਿਸਿਜ਼ ਦੇ ਲਈ ਪ੍ਰੀਖਿਆ ਲੈਂਦਾ ਹੈ ਉਸ ਦੇ ਵਿੱਚ ਪੰਜਾਬੀ ਨੂੰ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇ। ਇਹ ਸੁਝਾਅ ਡਾਕਟਰ ਦਲਜੀਤ ਸਿੰਘ ਹੋਣਾ ਦੀ ਰਾਏ ਹੈ। ਮੈਂ ਮਹਿਸੂਸ ਕਰਦਾ ਕਿ ਤੁਸੀਂ ਇਸ ਨਾਲ ਸਹਿਮਤ ਹੋਵੋਗੇ। ਹੱਥ ਖੜੇ ਕਰਕੇ ਤੁਸੀਂ ਇਸ ਮਤੇ ਨੂੰ ਬਹੁਤ ਬਹੁਤ ਸ਼ੁਕਰੀਆ ਜੀ। ਮਿਤੀ 25 ਜੂਨ 2023 ਨੂੰ ਟੋਰਾਂਟੋ ਵਿਖੇ ਕਰਵਾਈ ਗਈ 9ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਇਹ ਸੋਚੀ ਸਮਝੀ ਰਾਏ ਹੈ ਕਿ ਪੰਜਾਬੀ ਨੂੰ ਸਕੂਲ ਅਤੇ ਕਾਲਜ ਪੱਧਰ ਉੱਤੇ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਲਾਜ਼ਮੀ ਬਣਾਇਆ ਜਾਵੇ। ਇਹ ਮਤਾ ਸਰਦਾਰ ਸਰਦੂਲ ਸਿੰਘ ਥਿਆੜਾ ਹੋਰਾਂ ਦੀ ਰਾਏ ਦੇ ਨਾਲ ਸੀ। ਮਿਤੀ 25 ਜੂਨ 2023 ਨੂੰ ਟੋਰਾਂਟੋ ਕੈਨੇਡਾ ਵਿੱਚ ਕਰਵਾਈ ਗਈ 9ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਇਹ ਸੋਚੀ ਸਮਝੀ ਰਾਏ ਹੈ ਕਿ ਸਿਹਤ ਅਤੇ ਸਿੱਖਿਆ ਨਾਲ ਸੰਬੰਧਿਤ ਅਦਾਰੇ ਆਮ ਲੋਕਾਂ ਦੇ ਕਲਿਆਣ ਲਈ ਹੁੰਦੇ ਹਨ। ਇਸ ਲਈ ਪੰਜਾਬ ਸਰਕਾਰ ਇਹਨਾਂ ਦੋਵਾਂ ਅਦਾਰਿਆਂ ਨੂੰ
ਲੋਕ ਕਲਿਆਣ ਦੇ ਅਦਾਰੇ ਸਮਝਦੇ ਹੋਏ ਨਵੇਂ ਅਦਾਰੇ ਸਥਾਪਿਤ ਕਰਨ ਦੇ ਲਈ ਯਤਨ ਜਾਰੀ ਕਰੇ। ਮਿਤੀ 25 ਜੂਨ 2023 ਨੂੰ ਕੈਨੇਡਾ ਵਿਖੇ ਕਰਵਾਈ ਗਈ 9ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਇਹ ਆਮ ਰਾਏ ਹੈ ਕਿ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਦੀਆਂ ਸਰਕਾਰੀ ਅਕਾਦਮੀਆਂ ਦੁਆਰਾ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਅਤੇ ਉਸ ਅਨੁਵਾਦ ਦੇ ਵਿੱਚ ਪੰਜਾਬੀ ਦਾ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦ ਅਤੇ ਹੋਰ ਭਾਸ਼ਾਵਾਂ ਦਾ ਚੰਗਾ ਸਾਹਿਤ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਜਾਵੇ। ਸਰਦਾਰ ਸੰਤੋਖ ਸਿੰਘ ਸੰਧੂ ਹੋਰਾਂ ਦੀ ਰਾਏ ਤੇ ਇਹ ਮਤਾ ਪੇਸ਼ ਕੀਤਾ ਗਿਆ। 25 ਜੂਨ 2023 ਨੂੰ ਟੋਰਾਂਟੋ ਕੈਨੇਡਾ ਵਿੱਚ 9ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਇਹ ਰਾਏ ਹੈ ਕਿ ਪੰਜਾਬ ਸਰਕਾਰ 1 ਨਵੰਬਰ ਅਤੇ 21 ਫਰਵਰੀ ਨੂੰ ਜੋ ਵਿਸ਼ਵ ਮਾਤ ਭਾਸ਼ਾ ਦਿਵਸ ਤੇ ਪੰਜਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ, ਇਸ ਦਿਨ ਪੰਜਾਬ ਦੇ ਹਰ ਸਰਕਾਰੀ ਕਰਮਚਾਰੀ, ਹਰ ਵਿਦਿਅਕ ਅਦਾਰੇ ਦੇ ਵਿਦਿਆਰਥੀਆਂ ਨੂੰ ਗੁਰਮੁਖੀ ਦੇ 35 ਅੱਖਰ ਸੁਣੇ ਜਾਣ ਅਤੇ ਉਹਨਾਂ ਨੂੰ ਉਸ ਦਾ ਹਰ ਵਾਰ ਇੱਕ ਪ੍ਰੀਖਿਆ ਲਈ ਜਾਵੇ ਤਾਂ ਜੋ ਅਸੀਂ ਉਸ ਗੁਰਮੁਖੀ ਦੇ ਨਾਲ ਜੁੜੇ ਰਹਿ ਸਕੀਏ। ਇਸ ਮਤੇ ਨੂੰ ਇਹਨਾਂ ਮਤਿਆਂ ਲਈ ਮੈਂ ਜੋ ਹਾਊਸ ਦੇ ਵਿੱਚ ਸ਼ਾਮਲ ਨੇ ਬੇਨਤੀ ਕਰੂੰਗਾ ਕਿ ਤੁਸੀਂ ਇਹਨਾਂ ਨੂੰ ਤਾਕੀਦ ਕਰਦੇ ਹੋਏ ਇੱਕ ਵਾਰ ਹੱਥ ਖੜੇ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਦਿਨ ਦੁਬਾਰਾ ਇਸ ਕਾਨਫਰੰਸ ਦੇ ਵਿੱਚ ਇਕੱਠੇ ਹੋਈਏ ਤਾਂ ਅਸੀਂ ਇਹਨਾਂ ਵਿੱਚੋਂ ਕੁਝ ਨਾ ਕੁਝ ਮੰਗਾਂ ਦੇ ਉੱਤੇ ਜੋ ਯਤਨ ਕਰਾਂਗੇ ਉਸ ਯਤਨ ਦੀ ਜੋ ਸਫਲਤਾ ਹੋਵੇਗੀ ਉਸ ਦੇ ਨਾਲ ਮਿਲਾਂਗੇ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਦਾ ਅਨਾਉਂਸਮੈਂਟ ਪ੍ਰਭਜੋਤ ਕੌਰ ਸੰਧੂ ਕਰ ਗਿਆ। ਪੱਖੇ ਤੇ ਨਾਲ ਲਿਖਾਉਣਾ ਹੋਵੇ ਨਾ ਜੀ, 100 ਰੁਪਇਆ ਕੇ ਦਿੱਤਾ ਹੋਵੇ ਤੇ ਆ ਬਲੈਤੀਏ ਨੇ ਕਿਹਨੇ ਪੈਸੇ ਦਿੱਤੇ। ਇੱਕ ਕੁੜੀ $50,000 ਦਾ ਨਾਂ ਅਨਾਉਂਸ ਕਰ ਗਈ ਇਸ ਕੰਮ ਦੇ ਲਈ। ਜਦੋਂ ਕੈਦੇ ਨੂਰ ਛਾਪਣਾ ਸੀਗਾ ਉਸ ਵੇਲੇ ਵੀ ਉਹਨੇ ਕੁੜੀ ਨੇ $5,000 ਸਾਨੂੰ ਦਿੱਤਾ ਸੀਗਾ। ਸਵਰਾਜ ਸਿੰਘ ਸੰਧੂ ਉਹਨਾਂ ਦੀ ਨੂੰਹ ਪ੍ਰਭਜੋਤ ਕੌਰ ਸੰਧੂ, ਜਿਨ੍ਹਾਂ ਨੇ ਪਰਸੋਂ ਵੀ ਸਾਨੂੰ ਡਿਨਰ ਦਿੱਤਾ ਸੀਗਾ ਤੇ ਕਈ ਵਾਰੀ ਬਰਾਤ 'ਚ ਵੀ ਇੰਨਾ ਵਧੀਆ ਖਾਣਾ ਨਹੀਂ ਖਾ ਹੁੰਦਾ, ਤੇ ਅੱਜ ਵੀ ਉਹਨਾਂ ਨੇ ਟੈਂਟ ਘਰੇ ਲਾ ਕੇ ਸਾਨੂੰ ਸ਼ਾਮ ਦਾ ਡਿਨਰ ਕੀਤਾ। ਸਾਰਿਆਂ ਨੂੰ ਤੁਹਾਨੂੰ ਇਨਵਾਈਟ ਕੀਤਾ ਹੋਇਆ, ਸਾਰੇ ਉੱਥੋਂ ਚੱਲੋ। ਕਹਿੰਦੇ ਚੱਠਾ ਜੇ ਬੰਦੇ ਘੱਟ ਆਏ। ਮੈਂ ਕਿਹਾ ਬੀਬਾ ਜਦੋਂ ਤੂੰ $50,000 ਦਾ ਨਾਮ ਅਨਾਉਂਸ ਕੀਤਾ ਹੋਵੇ ਨਾ ਤੇ ਬੰਦੇ ਆਉਣਗੇ ਹੀ। ਤੇ ਮੈਂ ਹੁਣ ਬੇਨਤੀ ਕਰੂੰਗਾ, ਭੁੱਲਰ ਸਾਹਿਬ ਦੀ ਸਪੋਰਟ ਦਾ ਸਾਨੂੰ ਬੜਾ ਮਾਣ ਆ ਤੇ ਜਿਨ੍ਹਾਂ ਦੇ ਸਿਰ ਤੇ ਅਸੀਂ ਇਹ ਕੰਮ ਕਰ ਰਹੇ ਹੈਗੇ ਆ। ਜੇ ਅੱਜ ਭੁੱਲਰ ਸਾਹਿਬ ਸਾਡੇ ਨਾਲ ਨਾ ਹੁੰਦੇ ਤੇ ਉਹ ਕਹਿੰਦਾ ਵੀ ਦਰਿਆ 'ਚ ਪਾਣੀ ਜਾਂਦਾ ਹੋਵੇ ਨਾ ਜੀ, ਉਹ ਤੋਂ ਅਲੱਗ ਹੋ ਜਾਵੇ, ਉਹ ਮਾਰੂਥਲ ਖੇਤਾਂ ਵਿੱਚ ਰਹਿ ਕੇ ਤੇ ਉਹ ਸੁੱਕ ਜਾਂਦਾ, ਉਹ ਕਦੀ ਸਮੁੰਦਰ ਤੱਕ ਨਹੀਂ ਪਹੁੰਚ ਸਕਦਾ। ਤੇ ਜਿਹੜਾ ਦਰਿਆ ਦੇ ਨਾਲ ਜੁੜਿਆ ਹੋਵੇ ਤੇ ਉਹੀ ਪਾਣੀ ਸਮੁੰਦਰ ਤੱਕ ਪਹੁੰਚਦਾ। ਧੰਨਵਾਦ ਜੀ। ਸਟੇਜ ਤੇ ਬੈਠੇ ਪ੍ਰਧਾਨਗੀ ਮੰਡਲ ਦੇ ਸਾਡੇ ਖਾਸ ਸ਼ਖਸੀਅਤਾਂ, ਭੈਣੋ ਤੇ ਭਰਾਵੋ, ਅੱਜ ਸਾਡਾ ਤੀਸਰਾ ਦਿਨ ਹੈ ਤੇ ਚੱਠਾ ਸਾਹਿਬ ਬਾਰ-ਬਾਰ ਸਾਨੂੰ ਕਹੀ ਜਾਂਦੇ। ਮੈਂ ਇਹਨਾਂ ਨੂੰ ਕੱਲ੍ਹ ਵੀ ਆਖਦਾ ਸੀ ਕਿ ਲੋਕ ਇਹਦਾ ਕਹਿਣ ਮਾਮਾ ਧੀਆਂ ਮੇਲਣਾ ਪਿਓ ਪੁੱਤ ਬਰਾਤੀ, ਤੇ ਜਦੋਂ ਉਹਨੇ ਉਹ ਆਪ ਹੀ ਲੱਗੇ ਰਹਿੰਦੇ। ਮੈਂ ਸਮਝਦਾ ਕਿ ਮੰਨਾ ਜੀ ਸਾਡੇ ਪੰਜਾਬ ਤੋਂ ਆਏ ਨੇ, ਇੱਕ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਨੂੰ ਸੁਣਨ ਲਈ ਹਰ ਕੋਈ ਬੰਦਾ ਸੋਚਦਾ ਕਿ ਕਦੋਂ ਸਾਨੂੰ ਟਾਈਮ ਮਿਲੇ। ਸਾਡੇ ਜਿਹੜੀ ਟੀਮ ਦੇ ਮੈਂਬਰ ਨੇ ਮੋਗੇ ਤੋਂ ਵੀ ਜਾਂਦੇ ਰਹੇ ਇਹਨਾਂ ਕੋਲ, ਕਈ ਵਾਰੀ ਇਹਨਾਂ ਨੂੰ ਮਿਲਣ ਦਾ ਟਾਈਮ ਹੀ ਨਹੀਂ ਮਿਲਦਾ। ਅੱਜ ਮੈਨੂੰ ਵੀ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ। ਮੈਂ ਸਮਝਦਾ ਕਿ ਜਿੰਨੇ ਵੀ ਸਾਡੇ ਇੰਡੀਆ ਤੋਂ ਜਾਂ ਬਾਹਰੋਂ ਆਏ ਨੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਉਹਨਾਂ ਦੇ ਵਿਚਾਰ ਸੁਣੀਏ। ਤੇ ਇਹ ਜਿਹੜੀ ਕਾਨਫਰੰਸ ਹੈ ਨਾ, ਇਹ ਇੱਕ ਮੈਂ ਸਮਝਦਾ ਜਿਵੇਂ ਅਸੀਂ ਘਰ 'ਚ ਬੈਠ ਕੇ ਗੱਲਾਂ ਕਰਦੇ ਹਾਂ ਨਾ, ਕੋਈ ਫਾਰਮੈਲਿਟੀ ਵਾਲੀ ਗੱਲ ਨਹੀਂ। ਚੱਠਾ ਸਾਹਿਬ ਦਾ ਇੱਕ ਸਟਾਈਲ ਹੀ ਇਹੋ ਜਿਹਾ, ਅਸੀਂ ਅਮਲ ਕਰੀਏ ਚਾਹੇ ਨਾ ਕਰੀਏ। ਕਹਿਣਗੇ ਇਸ਼ਾਰਾ ਨਹੀਂ ਕਰਨਾ, ਬੋਲਣਾ ਨਹੀਂ, ਫੋਨ ਬੰਦ। ਇਹਨਾਂ ਨੇ ਫੋਨ ਤਾਂ ਬੰਦ ਕਰ ਲਿਆ, ਇਸ਼ਾਰੇ ਨਹੀਂ ਬੰਦ ਕੀਤੇ ਇਹਨਾਂ ਨੇ। ਇਸ਼ਾਰੇ ਕਰਦੇ ਰਹੇ ਨੇ ਵੀ ਤੂੰ ਆਪਣੇ ਚਾੜਾ ਸਾਹਿਬ ਇੱਧਰ ਆ ਜਾਓ, ਇੱਧਰ ਚਲੇ ਜਾਓ। ਅਮਲ ਅਸੀਂ ਘੱਟ ਕਰਦੇ ਹਾਂ ਥੋੜ੍ਹਾ ਜਿਹਾ, ਪਰ ਮੈਂ ਫਿਰ ਵੀ ਸਮਝਦਾ ਕਿ ਚੱਠਾ ਸਾਹਿਬ ਜਿਸ ਹਿਸਾਬ ਨਾਲ ਸਾਰੇ ਪ੍ਰਬੰਧਾਂ ਨੂੰ ਚਲਾਉਂਦੇ ਨੇ, ਖਾਸ ਕਰਕੇ ਭੈਣ ਜੀ ਬਲਵਿੰਦਰ ਕੌਰ ਚੱਠਾ ਤੇ ਇਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਇੱਕੋ ਹੀ ਪਰਿਵਾਰ ਆ। ਮੈਂ ਸਮਝਦਾ ਕਿ ਜਿੰਨੇ ਇਹਨਾਂ ਦੇ ਪੁਰਾਣੇ ਛੋਟੇ ਬੱਚੇ ਤੋਂ ਲੈ ਕੇ ਇਹਨਾਂ ਦਾ ਪੋਤਾ ਛੋਟਾ, ਉਹ ਵੀ ਇੱਥੇ ਸਾਡੇ ਨਾਲ ਇਕੱਲੇ ਕੰਮ ਉਹਨਾਂ ਨੇ ਕੀਤੇ। ਤੇ ਮੈਂ ਸਭ ਤੋਂ ਪਹਿਲਾਂ ਇੱਕ ਇਹਨਾਂ ਦੇ ਪਰਿਵਾਰ ਲਈ ਤਾੜੀਆਂ ਮਾਰੋ। ਚੱਠਾ ਸਾਹਿਬ ਨੇ ਜੋ 9ਵੀਂ ਕਾਨਫਰੰਸ ਹੈ ਇਹਨਾਂ ਦੀ ਬਦੌਲਤ ਤੇ ਹੋ ਰਹੀ ਹੈ। ਕੋਈ ਦੂਸਰੀ ਕਾਨਫਰੰਸ ਕਰਾਉਣ ਦੀ ਜ਼ਰੂਰਤ ਨਹੀਂ ਕਰਦਾ। ਮੱਲੀ ਸਾਹਿਬ ਜਦੋਂ ਹੁੰਦੇ ਸੀ ਮੈਂ ਉਹਨਾਂ ਨੂੰ ਹਰ ਵਾਰੀ ਕਹਿਣਾ ਹੁੰਦਾ, ਮੱਲੀ ਸਾਹਿਬ
6ਵੀਂ ਇਲੈਕਸ਼ਨ ਲੜੀ ਆਪਾਂ, ਜਿਹੜੇ ਪਹਿਲੇ ਸਾਲ ਤੇ ਦੂਜੇ ਸਾਲ ਨਹੀਂ ਆਏ, ਦੂਜੇ ਸਾਲ ਆਏ, ਤੀਜੇ ਸਾਲ ਨਹੀਂ ਦੇਖੇ। ਉਹ ਕਹਿੰਦੇ ਕਰਾਂ ਕੀ, ਜਿਹਦਾ ਕੰਮ ਨਹੀਂ ਹੁੰਦਾ ਉਹ ਰੁੱਸ ਕੇ ਬੈਠ ਜਾਂਦਾ, ਆਉਂਦੇ ਹੀ ਨਹੀਂ। ਪਰ ਚੱਠਾ ਸਾਹਿਬ ਨੇ ਕੋਸ਼ਿਸ਼ ਕੀਤੀ ਹੈ 9ਵੀਂ ਕਾਨਫਰੰਸ ਤੱਕ, ਉਹੀ ਚਿਹਰੇ ਪਹਿਲਾਂ, ਨਹੀਂ ਤਾਂ ਫੋਟੋਆਂ ਦੇਖੋ ਜਿੰਨੀਆਂ ਨੇ ਨਾ, ਇਹ ਹੁਣ ਨੂੰ ਬਦਲਣੇ ਪੈ ਜਾਂਦੇ। ਮੰਨਾ ਜੀ, ਅਸੀਂ ਚੰਡੀਗੜ੍ਹ ਸਟੂਡੀਓ ਦੇ ਬਾਹਰ ਇੱਕ ਵੱਡਾ ਪੋਸਟਰ ਲਾਇਆ, ਜਿਹਨੇ ਸਾਡੇ ਐਂਕਰ ਤੇ 5-7 ਮੁੰਡੇ ਕੁੜੀਆਂ ਲਾ ਦਿੱਤੇ। ਥੋੜ੍ਹੇ ਦਿਨਾਂ ਬਾਅਦ ਇੱਕ ਕੁੜੀ ਛੱਡ ਕੇ ਚਲੀ ਗਈ। ਮੈਨੂੰ ਉਹ ਕਹਿੰਦੇ ਜੀ ਉਹ ਕੁੜੀ ਛੱਡ ਕੇ ਚਲੀ ਗਈ, ਉਹਦਾ ਬਾਹਰ ਪੋਸਟਰ 'ਤੇ ਨਾਂ ਲਾਇਆ ਗਿਆ। ਮੈਂ ਐਂ ਕਰੋ ਭਾਈ, ਉਹਨੂੰ ਅਜੇ ਰਹਿਣ ਤੋਂ ਆਪਾਂ ਹੋ ਦੇ ਲਿਆ। ਦੂਜੇ ਦਿਨ ਹੋਰ ਇੱਕ ਮੁੰਡਾ ਚਲਿਆ ਗਿਆ। ਹੋਇਆ ਕਿ 4-5 ਦਿਨ ਅਸੀਂ ਇੱਕ ਨੂੰ ਢੱਕਦੇ ਰਹੇ ਅਤੇ ਅਖੀਰ ਨੂੰ ਸਾਡਾ ਪੋਸਟਰ ਜਿਹੜਾ ਸੀ ਉਹ ਖਾਲੀ ਹੋ ਗਿਆ। ਪਰ ਇਹਨਾਂ ਦੇ ਮੈਨੂੰ ਬੜੀ ਖੁਸ਼ੀ ਆ ਜਿਹੜੇ ਲੱਗੇ ਨੇ। ਪਰ ਇਹਨਾਂ ਨੇ ਇਹ ਜ਼ਰੂਰ ਹੈ, ਚਿਹਰੇ ਦੇਖ ਲਓ, ਸਾਡੀਆਂ 10-10 ਸਾਲ ਦੀਆਂ ਪੁਰਾਣੀਆਂ ਫੋਟੋਆਂ ਲਾਈਆਂ ਹੋਈਆਂ ਨੇ। ਕੋਈ ਅਸੀਂ ਚਾਹੇ ਕਿਹੋ ਜਿਹੇ ਵੀ ਹੋ ਗਏ ਹਾਂ, ਪਰ ਐਂ ਲੱਗਦਾ ਵੀ ਇਹ ਬੰਦੇ ਪਛਾਣ 'ਚ ਨਹੀਂ ਆਉਂਦੇ। ਸਾਡੇ ਇੱਕ ਲੇਡੀ ਸੀ, ਉਹਨੇ ਕਿਤੇ ਕਾਲਜ ਟਾਈਮ ਦੀ ਫੋਟੋ ਰੀਅਲ ਸਟੇਟ ਦਾ ਕੰਮ ਕਰਨ ਲੱਗੀ ਅਤੇ ਫੋਟੋ ਹੀ ਲਾਤੀ, ਅਤੇ ਕੋਈ ਘਰ ਲੈਣ ਵਾਸਤੇ ਉਹਨੂੰ ਫੋਨ ਕੀਤਾ, ਕਹਿੰਦੇ ਵੀ ਆ ਜਾਓ ਸਾਡਾ ਫਲਾਣ ਦਾ ਘਰ। ਉਹਨੇ ਬੈਲ ਵਜਾਈ ਅਤੇ ਅੰਦਰੋਂ ਇੱਕ ਮਾਈ ਨਿਕਲੀ, ਅਤੇ ਮਾਈ ਨੂੰ ਉਹ ਕਹਿੰਦਾ ਜੀ ਆਪਣੀ ਬੇਟੀ ਨੂੰ ਭੇਜਿਓ। ਉਹ ਕਹਿੰਦੀ ਕੀ ਕਰਾਉਣਾ ਬੇਟੀ ਤੋਂ? ਉਹ ਕਹਿੰਦੀ ਘਰ ਲੈਣਾ। ਕਹਿੰਦੀ ਉਹ ਮਹੀਂ ਆ ਜੀ। ਕਹਿੰਦਾ ਬੀਬੀ ਫੋਟੋ ਦਾ ਬਦਲ ਲੱਭਦੀ, ਉਹੀ ਫੋਟੋ ਲਾਈਆਂ ਨਾ ਸਾਰੀਆਂ ਫੋਟੋ, ਅਗਲੀ ਵਾਰੀ ਜ਼ਰੂਰ ਬਦਲਿਓ। ਅਤੇ ਧੰਨਵਾਦ ਜੀ, ਬਹੁਤ ਬਹੁਤ। ਮੈਂ ਸਾਰਿਆਂ ਦਾ, ਖਹਿਰਾ ਸਾਹਿਬ, ਜਿੰਨੇ ਵੀ ਟੀਮ ਦੇ ਮੈਂਬਰ ਨੇ, ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਾਰੀ ਇਕਜੁੱਟ ਹੋ ਕੇ ਟੀਮ ਕੰਮ ਕਰਦੇ। ਤੁਹਾਡੇ ਵੀ ਬਹੁਤ ਸਾਰੇ ਚਿਹਰੇ ਮੈਂ ਇਹੋ ਜਿਹੇ ਦੇਖਦੇ ਹਾਂ। ਤਿੰਨੇ ਦਿਨਾਂ ਤੋਂ ਇਹਨਾਂ ਨੇ ਸਾਰੀਆਂ ਜਿੰਨੀਆਂ ਵੀ ਸਾਡੀਆਂ ਸਿਟੀਆਂ ਹੋਈਆਂ, ਸਾਰਿਆਂ ਦੇ ਵਿੱਚ ਬੈਠੇ, ਆਪਣੇ ਵਿਚਾਰ ਵੀ ਰੱਖੇ। ਕਿਉਂਕਿ ਜਿਹੜੀ ਆਵਾਜਾਈ ਹੈ ਨਾ, ਉਹ ਪਹਿਲੀ ਕਾਨਫਰੰਸ ਆ ਮੈਂ ਜਿਹਦੇ ਦੇਖੀ, ਕੋਈ ਉੱਠ ਕੇ ਨਹੀਂ ਆਉਂਦਾ। ਅਸੀਂ ਕੈਲੀਫੋਰਨੀਆ ਵੀ ਗਏ ਸੀ, ਮੇਰੇ ਨਾਲ ਚੱਠਾ ਸਾਹਿਬ 'ਤੇ ਕਈ ਸਾਲ ਦੀ ਗੱਲ ਹੈ। ਉੱਥੇ ਜਦੋਂ ਕੋਈ ਲੰਬੇ ਭਾਸ਼ਣ ਹੋ ਜਾਂਦੇ ਸੀ, ਨਾਲ ਦੀ ਨਾਲ ਉੱਠ ਕੇ ਤੁਰ ਜਾਂਦੇ ਸੀ। ਹੁਣ ਤਾਂ ਅਸੀਂ ਵੀ ਥੋੜ੍ਹਾ ਸਮਝ ਗਏ, ਬੋਲਣ ਵਾਲੇ ਵੀ ਸਮਝ ਗਏ ਵੀ ਬਹੁਤਾ ਲੰਬਾ ਨਾ ਬੋਲੋ, ਕਿਉਂਕਿ ਕਈ ਵਾਰੀ ਬੰਦੇ ਅੱਕ ਜਾਂਦੇ ਨੇ। ਤਾਂ ਮੈਂ ਵੀ ਐਂ ਚਾਹੁੰਦਾ ਵੀ ਮੇਰੇ ਹੁੰਦੇ ਵੀ ਨਾ ਹੁਣ ਉੱਠ ਕੇ ਜਾਣ। ਤੇ ਧੰਨਵਾਦ ਜੀ, ਬਹੁਤ ਵਧੀਆ ਲੱਗਿਆ। ਤੇ ਲਓ ਜੀ, ਕੁਛ ਗੱਲਾਂ ਇਨਫੋਰਮਲ ਹੋ ਜਾਂਦੀਆਂ, ਕੁਝ ਫਾਰਮਲ ਵੀ ਕਰਨੀਆਂ ਪੈਂਦੀਆਂ। ਹੁਣ ਆਪਾਂ ਫਿਰ ਫਾਰਮਲ 'ਤੇ ਆ ਜਾਂਦੇ ਹਾਂ। ਇਨਫੋਰਮਲ ਗੱਲ ਆਪਾਂ ਫਿਰ ਬੰਦ ਕਰ ਦਿੰਦੇ ਹੈਗੇ ਹਾਂ। ਲਓ ਵੀ ਹੁਣ ਦੇਖਦੇ ਹਾਂ ਵੀ ਕਿਹੜਾ ਉੱਠ ਕੇ ਜਾਂਦਾ। ਅੱਗੇ ਅੱਜ ਤੱਕ ਕੋਈ ਨਹੀਂ ਗਿਆ ਅਤੇ ਹੁਣ ਵੀ ਨਹੀਂ ਜਾਊਗਾ। ਸਾਡੇ ਕੋਲ ਬੜੇ ਸੀਰੀਅਸ ਬੁਲਾਰੇ ਹੈਗੇ ਆ, ਮਨਦੀਪ ਸਿੰਘ ਜੀ ਮੰਨਾ, ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਜਿੰਨੀਆਂ ਵੀ ਅੱਜ ਤੱਕ ਮੇਰੇ ਕੋਲ ਕੁਛ ਜਿੰਨੀਆਂ ਕਿਤਾਬਾਂ ਇਹਨਾਂ ਕੋਲ ਭੱਜ ਕੇ ਲਿਆ ਹੋਈਆਂ ਮੈਂ ਲੈ ਆਇਆ ਹੈਗਾ ਭਾਸ਼ਾ ਸਿਖਾਉਣ ਲਈ, ਉਹ ਇਹਨਾਂ ਨੂੰ ਅਸੀਂ ਦਿਆਂਗੇ। ਅਤੇ ਮੈਨੂੰ ਪਤਾ ਵੀ ਇਹ ਪੜ੍ਹਦੇ ਵੀ ਆ, ਅਤੇ ਜਦੋਂ ਇਹ ਪੜ੍ਹਨਗੇ ਤਾਂ ਮੈਂ ਬੇਨਤੀ ਤੁਹਾਡੇ ਸਾਹਮਣੇ ਕਰ ਦੇਣਾ, ਕਹਿ ਤੁਸੀਂ ਵੀ ਮੇਰੇ ਨੂੰ ਰਿਕੁਐਸਟ ਕਰ ਦਿਓ ਵੀ ਇੱਕ ਤਾਂ ਬੋਲ ਦੇਣ। ਅਤੇ ਜਦੋਂ ਇਹ ਬੋਲ ਦੇਣ ਅਤੇ ਤੁਹਾਨੂੰ ਪਤਾ ਵੀ ਉਹ ਕਿੰਨਾ ਲੋਕ ਸੀਰੀਅਸ ਦੇ ਤੌਰ 'ਤੇ ਲੈਂਦੇ ਹੈਗੇ ਅਤੇ ਕਿੰਨੀ ਦੂਰ ਤੱਕ ਜਾਂਦੇ ਹੈਗੇ ਆ। ਜਦੋਂ ਵੀ ਇਹ ਬਿਆਨ ਕਰਦੇ ਹੈਗੇ ਆ, ਬਹੁਤਿਆਂ ਨੂੰ ਉਸ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ। ਅਤੇ ਮੈਂ ਤੁਹਾਨੂੰ ਮੰਨਾ ਜੀ, ਮੈਂ ਤੁਹਾਨੂੰ ਸਟੇਜ ਵੀ ਦਿੰਦਾ ਹੈਗਾ, ਅਤੇ ਸੀਰੀਅਸ ਗੱਲਾਂ ਵੀ ਜਿਹੜੀਆਂ ਤੁਸੀਂ ਕਰੋਗੇ ਤਾਂ ਸਾਡੀ ਬੇਨਤੀ ਜਿਹੜੀ ਹੈਗੀ ਆ ਉਹ ਵੀ ਪ੍ਰਵਾਨ ਕਰ ਲਿਓ। ਕਾਇਦੇ ਨੂਰ ਨੂੰ ਪਹਿਲਾਂ ਆਪ ਸਟੱਡੀ ਕਰ ਲਈਓ, ਸਟੱਡੀ ਕਰਨ ਤੋਂ ਬਾਅਦ ਮੁੜ ਕੇ ਸਾਡੇ ਬਾਰੇ ਬੋਲ ਜ਼ਰੂਰ ਦਈਓ। ਮੈਂ ਬੜਾ ਬਹੁਤ ਧੰਨਵਾਦੀ ਹਾਂ। ਇੱਥੇ ਆਉਣਾ ਜਿਹੜਾ ਇਹਨਾਂ ਦਾ ਹੈਗਾ ਵਾ, ਸਿਰਫ ਡਾਕਟਰ ਦਲਜੀਤ ਸਿੰਘ ਜੀ ਕਰਕੇ ਹੀ ਸੰਭਵ ਹੋ ਸਕਿਆ ਹੈਗਾ। ਸਾਡੇ ਲਈ ਬੜੀ ਖੁਸ਼ੀ ਗੱਲ ਹੈ। ਮਨਦੀਪ ਸਿੰਘ ਮੰਨਾ ਜੀ। ਪਰਮ ਸਤਿਕਾਰਯੋਗ ਇਸ ਮੰਚ ਤੇ ਬਿਰਾਜਮਾਨ, ਜਿਨ੍ਹਾਂ ਦੀ ਬਦੌਲਤ ਮੈਨੂੰ ਤੁਹਾਡੇ ਸਾਰੇ ਬੁੱਧੀਜੀਵੀਆਂ ਦੇ ਦਰਸ਼ਨ ਕਰਨ ਦਾ, ਮਿਲਣ ਦਾ ਮੌਕਾ ਮਿਲਿਆ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰ ਦਲਜੀਤ ਸਿੰਘ ਜੀ, ਬਹੁਤ ਲੰਮੀਆਂ ਸੇਵਾਵਾਂ ਇਹਨਾਂ ਪੰਜਾਬ ਦੇ ਵਿੱਚ ਨਿਭਾਈਆਂ। ਔਰ ਮੈਨੂੰ ਰਾਤੀ ਕਿਸੇ ਨਾਲ ਮੈਂ ਗੱਲ ਕਰ ਰਿਹਾ ਸੀਗਾ ਅਤੇ ਉਹਨਾਂ ਨੇ ਮੈਨੂੰ ਦੱਸਿਆ, ਮੈਂ ਹੁਣ ਪੁੱਛ ਰਿਹਾ ਸੀਗਾ ਇਹਨਾਂ ਨੂੰ ਕਿ ਸਿੱਖ ਮੈਰਿਜ ਐਕਟ ਦੇ ਉੱਤੇ ਵੀ ਇਹਨਾਂ ਬਹੁਤ ਵੱਡਾ ਕੰਮ ਕੀਤਾ। ਸਾਡੇ ਸੂਬੇ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਮਤਲਬ ਜੇ ਪੰਜਾਬ ਦਾ ਭਵਿੱਖ ਜਾਂ ਦੇਸ਼ ਦਾ ਭਵਿੱਖ ਤਿਆਰ ਕਰਨ ਵਾਲਿਆਂ ਦਾ ਯੋਗਦਾਨ ਹੈ ਤੇ ਉਹ ਸਾਰ ਦਲਜੀਤ ਸਿੰਘ ਹੋਣਾ ਦਾ ਵੀ ਹੈ। ਬਹੁਤ ਸਾਰੇ ਅਫਸਰ ਤੇ ਬਹੁਤ ਸਾਰੇ ਬਿਜ਼ਨਸਮੈਨ, ਹਰ ਤਰ੍ਹਾਂ ਦੇ ਬੱਚੇ ਇਹਨਾਂ ਕੋਲੋਂ ਪੜ੍ਹ ਕੇ ਨਿਕਲੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਉਹਨਾਂ ਮੱਲਾਂ ਮਾਰੀਆਂ। ਇਹਨਾਂ ਦੀ ਬਦੌਲਤ ਤੇ ਸਾਰ ਅਜਾਇਬ ਸਿੰਘ ਚੱਠਾ, ਇਹਨਾਂ ਸਭ ਦੀ ਬਦੌਲਤ ਮੈਂ ਅੱਜ ਤੁਹਾਡੇ ਰੂਬਰੂ ਹੋਇਆ। ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੇਰੇ ਲਈ ਇਹ ਕਿੱਡਾ ਵੱਡਾ ਮੰਚ ਹੈ ਕਿ ਕਿੱਥੇ ਮੈਂ ਪੰਜਾਬ ਤੋਂ ਆਇਆ, ਆਪਣੇ ਯਾਰਾਂ ਦੋਸਤਾਂ ਕੋਲ ਆਇਆ ਸੀਗਾ ਮੈਂ ਪਹਿਲੀ ਵਾਰੀ ਘੁੰਮਣ,
ਔਰ ਜਦੋਂ ਪ੍ਰਿੰਸੀਪਲ ਸਾਹਿਬ ਨੂੰ ਪਤਾ ਲੱਗਾ ਇਹਨਾਂ ਦਾ, ਮੈਨੂੰ ਫੋਨ ਆਇਆ, ਮੇਰੀ ਟਿਕਟ ਹੋ ਚੁੱਕੀ ਸੀ ਕੈਲਗਰੀ ਦੀ, ਤੇ ਮੈਨੂੰ ਇੰਨਾ ਮਾਣ ਮਹਿਸੂਸ ਹੋਇਆ। ਮੈਂ ਇਹਨਾਂ ਨੂੰ ਕਿਹਾ ਜੀ ਮੈਂ ਰੁਕੂੰਗਾ ਜਿੰਨੇ ਦਿਨ ਤੁਸੀਂ ਕਹੋਗੇ ਇੱਥੇ। ਸੋ ਮੈਂ ਤੁਹਾਡੇ ਲਈ ਇਹ ਜੇ ਸ਼ਬਦ ਵਰਤਾਂ ਸਾਰਿਆਂ ਲਈ, ਜਿੰਨੇ ਵੀ ਤੁਸੀਂ ਲੋਕ ਇੱਥੇ ਬੈਠੇ ਹੋ, ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਤੁਹਾਨੂੰ ਕੋਈ ਸਿੱਖਿਆ ਦੇ ਸਕਾਂ ਜਾਂ ਕੁਛ ਮੈਂ ਤੁਹਾਨੂੰ ਸਮਝਾ ਸਕਾਂ ਕਿ ਮੈਂ ਨੀਵਾਂ ਮੇਰੇ ਮੁਰਸ਼ਦ ਉੱਚੇ, ਮੈਂ ਉੱਚਿਆਂ ਦੇ ਸੰਗ ਲਾਈਆਂ, ਸਦਕੇ ਜਾਵਾਂ ਤੁਹਾਡੇ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਨਾਲ ਨਿਭਾਈਆਂ। ਔਰ ਜਦੋਂ ਇਹਨਾਂ ਨੂੰ ਮੈਂ ਪੁੱਛਿਆ ਕਿ ਇਹ ਜਿਹੜਾ ਸੈਮੀਨਾਰ ਹੈ, ਇਹ ਜਿਹੜੀ ਕਾਨਫਰੰਸ ਹੈ, ਇਹ ਕਿਸ ਮੁੱਦੇ ਦੇ ਉੱਤੇ ਹੈ, ਕਿਉਂਕਿ ਮੈਂ ਜ਼ਿੰਦਗੀ 'ਚ ਇੱਕ ਸ਼ੌਂਕ ਜਾਂ ਇੱਕ ਮਤਲਬ ਆਪਣਾ ਟੀਚਾ ਜਿਹੜਾ ਉਹ ਧਾਰ ਕੇ ਤੁਰਦਾ ਕਿ ਉੱਥੇ ਸਿਰਫ ਉਹੋ ਹੀ ਗੱਲ ਕੀਤੀ ਜਾਵੇ ਜਿਹਦੇ ਨਾਲ ਉਹ ਸੰਬੰਧਿਤ ਹੋਵੇ। ਔਰ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਜਦੋਂ ਇਹਨਾਂ ਕਿਹਾ ਕਿ ਇਹ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹੈ, ਇਹ ਪੰਜਾਬੀ ਭਾਸ਼ਾ ਤੇ ਐਜੂਕੇਸ਼ਨ ਨੂੰ ਲੈ ਕੇ, ਜਿੰਨਾ ਪਿਆਰ ਤੁਸੀਂ ਪੰਜਾਬ ਲਈ, ਪੰਜਾਬੀਅਤ ਲਈ ਦਿਖਾਉਂਦੇ ਹੋ, ਜਿੰਨਾ ਤੁਸੀਂ ਉਹਦੇ ਲਈ ਉਪਰਾਲਾ ਕਰਦੇ ਹੋ, ਕੁਝ ਸ਼ਬਦਾਂ ਦੇ ਵਿੱਚ ਜੇ ਤੁਹਾਡਾ ਸ਼ੁਕਰਾਨਾ ਕੀਤਾ ਜਾਵੇ ਤੇ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਪੰਜਾਬੀ ਭਾਸ਼ਾ ਬਾਰੇ ਜੇ ਗੱਲ ਕਰਨੀ ਹੋਵੇ ਤੇ ਉਹਦੇ ਬਾਰੇ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਅੱਜ ਦੀ ਇਹ ਸਾਡੀ ਭਾਸ਼ਾ ਨਹੀਂ ਹੈਗੀ, ਜਿਹਨੂੰ ਕਈ ਖਤਮ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਤੇ ਕੀਤੀਆਂ ਗਈਆਂ। ਨਾ ਇਹ ਖਤਮ ਹੋਈ ਹੈ ਨਾ ਹੋਣੀ ਹੈ। ਬਹੁਤ ਸਦੀਆਂ ਤੋਂ ਜਿਹੜੀ ਪੰਜਾਬੀ ਹੈ ਉਹ ਬੋਲੀ ਜਾਂਦੀ ਹੈ, ਲਿਖੀ ਜਾਂਦੀ ਹੈ। ਪਾਕਿਸਤਾਨ ਦੇ ਵਿੱਚ ਸ਼ਾਹਮੁਖੀ ਹੈ, ਜਿਵੇਂ ਕਾਇਦਾ ਇਹਨਾਂ ਨੇ ਹੁਣ ਦਿਖਾਇਆ, ਕਾਇਦਾ ਨੂਰ। ਮੈਂ ਅਕਸਰ ਬੜੀ ਲੱਭਣ ਦੀ ਕੋਸ਼ਿਸ਼ ਕਰਦਾ ਸੀਗਾ, ਮੈਨੂੰ ਲੱਭਾ ਨਹੀਂ। ਤੁਸੀਂ ਪੜ੍ਹਨ ਦੀ ਗੱਲ ਕੀਤੀ ਆ, ਮੇਰੀ ਦਿਲੀ ਤਮੰਨਾ ਸੀਗੀ ਕਿ ਮੈਨੂੰ ਇਹ ਕਾਇਦਾ ਜਿਹੜਾ ਉਹ ਜ਼ਰੂਰ ਮਿਲੇ। ਸਾਡੇ ਇੱਥੇ ਗੁਰਮੁਖੀ ਦੇ ਰੂਪ ਦੇ ਵਿੱਚ ਜਾਣੀ ਜਾਂਦੀ ਹੈ ਪੰਜਾਬ ਦੇ ਵਿੱਚ। ਔਰ ਤੁਹਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਕਿ 160 ਮਿਲੀਅਨ ਲੋਕ ਜਿਹੜੇ ਦੁਨੀਆ ਦੇ ਵਿੱਚ ਨੇ ਉਹ ਪੰਜਾਬੀ ਬੋਲਦੇ ਨੇ। ਬੜੀ ਫਖਰ ਵਾਲੀ ਗੱਲ ਹੈ। ਔਰ 9ਵੀਂ ਜਿਹੜੀ ਹੈ ਦੁਨੀਆ ਦੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ, ਜਿਹਨੂੰ ਕਿਸੇ ਵੇਲੇ ਇਗਨੋਰ ਕੀਤਾ ਜਾਂਦਾ ਜਾਂ ਜਿਹਨੂੰ ਦੱਬਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਗੁਰਮੁਖੀ ਦੇ ਵਿੱਚ, ਔਰ ਇਹਦੀ ਕਿੰਨੀ ਪੁਰਾਣੀ ਹੈ ਜਿਹੜੀ ਅਸੀਂ ਮਤਲਬ ਦੇਖ ਰਹੇ ਹਾਂ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਸਮਝ ਦੇ ਵਿੱਚ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਾਖੀ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਲਿਖੀ ਗਈ। ਵੱਖ-ਵੱਖ ਤਰੀਕੇ ਨੇ ਬੋਲਣ ਦੇ, ਵੱਖ-ਵੱਖ ਮਤਲਬ ਲਹਿਜੇ ਨੇ ਬੋਲਣ ਦੇ, ਕਿ ਜੇ ਮੈਂ ਕਹਾਂ ਕਿ ਮਾਝੀ, ਪੁਆਧੀ, ਮਲਵਈ, ਦੁਆਬੀ, ਸ਼ਾਹਪੁਰੀ, ਝੰਗਵੀ, ਬੋਲਣ ਦੇ ਢੰਗ ਅਲੱਗ-ਅਲੱਗ ਨੇ। ਔਰ ਮੈਨੂੰ ਮਾਝੇ ਦਾ ਹੋਣ ਕਰਕੇ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਕਿ ਮਾਝੇ ਦੀ ਜਿਹੜੀ ਬੋਲੀ ਹੈ ਉਹ ਜੋ ਬੋਲੀ ਜਾਂਦੀ ਹੈ ਉਹ ਲਿਖਣ 'ਚ ਵੀ ਉਹੀ ਆਉਂਦੀ ਆ। ਬਹੁਤ ਜਗ੍ਹਾ ਦੇ ਉੱਤੇ ਲਹਿਜੇ ਦੇ ਵਿੱਚ ਫਰਕ ਆ ਜਾਂਦਾ, ਲਿਖਣ ਦੇ ਵਿੱਚ ਤੇ ਬੋਲਣ ਦੇ ਵਿੱਚ। ਮਾਝੇ ਦੀ ਜਿਹੜੀ ਬੋਲੀ ਹੈ, ਜੋ ਤੁਸੀਂ ਬੋਲਦੇ ਹੋ ਲਿਖਿਆ ਵੀ ਉਹੋ ਹੀ ਜਾਂਦਾ ਹੈ। ਮਤਲਬ ਬਹੁਤ ਅਲੱਗ-ਅਲੱਗ, ਬਹੁਤ ਮਿੱਠੀ ਜਿਹੜੀ ਸਾਡੀ ਇਹ ਬੋਲੀ ਹੈ। ਔਰ ਜਦੋਂ ਦੀ ਮਤਲਬ ਇਹਨੂੰ ਇੰਨਾ ਤੁਸੀਂ ਅੱਜ ਜੋ ਇਹਦੇ ਲਈ ਐਫਰਟ ਕੀਤੇ ਨੇ, ਜੋ 9ਵੀਂ ਸਦੀ ਤੋਂ ਮਤਲਬ ਜਿੰਨੀ ਕੁ ਮੈਂ ਇਹਦੇ ਉੱਤੇ ਪੜ੍ਹਾਈ ਕੀਤੀ ਜਾਂ ਜਿੰਨਾ ਕੁ ਮੈਨੂੰ ਜਾਣਨ ਦਾ ਮੌਕਾ ਮਿਲਿਆ, 9ਵੀਂ ਸਦੀ ਤੋਂ ਇਹ ਸ਼ੁਰੂ ਹੋਈ ਸੀ ਜਿਹੜੀ ਪੰਜਾਬੀ ਦੀ ਤਿਆਰੀ ਹੈ। ਇਹ ਨੱਥ ਯੋਗੀ ਜਿਹੜੇ ਹੁੰਦੇ ਸੀਗੇ ਉਹ ਉਦੋਂ ਉਹਨਾਂ ਵੱਲੋਂ ਇਹਦੀ ਤਿਆਰੀ ਜਿਹੜੀ ਸ਼ੁਰੂ ਕੀਤੀ ਗਈ ਸੀ। ਔਰ ਸਭ ਦਾ ਸੁਮੇਲ ਹੈ, ਜਿਵੇਂ ਭਾਰਤ ਦਾ ਸੰਵਿਧਾਨ ਲਿਖਿਆ ਨਾ, ਬਹੁਤ ਸਾਰੇ ਦੇਸ਼ਾਂ ਤੋਂ ਲੈ ਕੇ, ਕੁਝ ਇੰਗਲੈਂਡ ਦਾ, ਕੁਝ ਮਤਲਬ ਰਸ਼ੀਆ ਦਾ, ਉਸ ਤਰੀਕੇ ਕਈ ਇਹਦੇ ਸ਼ਬਦ ਵੱਖ-ਵੱਖ ਥਾਵਾਂ ਦੇ ਉੱਤੋਂ ਲੈ ਗਏ। ਜਿਹੜਾ ਸਾਡਾ ਅਰਦਾਸ, ਨਹਿਰ, ਜ਼ਮੀਨ, ਗਜ਼ਲ, ਅਰੇਬੀਅਨ ਤੇ ਪਰਸ਼ੀਅਨ ਜਿਹੜੇ ਸ਼ਬਦ ਨੇ ਸਾਡੇ। ਅਲਮਾਰੀ ਉਹ ਪੁਰਤਗਾਲ ਤੋਂ ਲਿਆ ਗਿਆ, ਦਾਮ ਜਿਹੜਾ ਉਹ ਗ੍ਰੀਕ ਤੋਂ, ਰਿਕਸ਼ਾ ਜਿਹੜਾ ਉਹ ਜਾਪਾਨ ਤੋਂ, ਚਾਹ, ਲੀਚੀ, ਲੰਗਾਟ ਜਿਹਨੂੰ ਅਸੀਂ ਕਹਿੰਦੇ ਉਹ ਚਾਈਨਾ ਤੋਂ ਹੈ, ਜੱਜ, ਮਾਸਟਰ, ਅਪੀਲ, ਇਹ ਇੰਗਲਿਸ਼ ਦੇ ਸ਼ਬਦ ਜਿਹੜੇ ਇਹਦੇ ਵਿੱਚ ਜੋੜੇ ਗਏ ਨੇ। ਔਰ ਇਹਦੀ ਜਿਹੜੀ ਬਹੁਤ ਜ਼ਿਆਦਾ ਪਪੂਲੈਰਿਟੀ ਜਿਹੜੀ ਸ਼ੁਰੂ ਹੋਈ, ਉਹ ਅਸੀਂ ਸਾਰੇ ਹੀ ਪੜ੍ਹਦੇ ਹਾਂ ਕਿਸੇ ਸ਼ਾਹ ਹੁਸੈਨ, ਬਾਬਾ ਬੁੱਲੇ ਸ਼ਾਹ ਤੋਂ। ਔਰ
ਫਰੀਦੂਦੀਨ ਗੰਜ ਸ਼ੱਕਰ 1179 ਤੋਂ 1266 ਤੱਕ ਉਹ ਫਸਟ ਜਿਹੜੇ ਪੰਜਾਬੀ ਦੇ ਪਹਿਲੇ ਪੋਇਟ ਹੋ ਗਣੇ ਜਾਂਦੇ ਨੇ। ਹੋ ਸਕਦਾ ਮੈਂ ਕਿਤੇ ਗਲਤ ਵੀ ਹੋਵਾਂ, ਮੇਰੇ ਨਾਲੋਂ ਬਹੁਤ ਤੁਸੀਂ ਬੁੱਧੀਜੀਵੀ ਬੈਠੇ ਹੋ ਜਿਨ੍ਹਾਂ ਇਹਦੇ ਉੱਤੇ ਸਰਚ ਕੀਤੀ ਹੈ। ਜਿੰਨੀ ਕੁ ਜਾਣਕਾਰੀ ਮੈਨੂੰ ਮਿਲੀ, ਜੇ ਕੋਈ ਦਰੁਸਤੀ ਵੀ ਕਰੋਗੇ ਤੇ ਅੱਗੋਂ ਮੈਂ ਬੋਲਣ 'ਚ ਉਹਨੂੰ ਦਰੁਸਤ ਵੀ ਕਰ ਲੂੰਗਾ। ਔਰ ਬਹੁਤ ਸਾਰਾ ਜਿਹੜਾ ਇਹ ਫੇਮਸ ਜਿਹੜੀ ਹੋਈ ਹੈ ਬਾਬਾ ਬੁੱਲੇ ਸ਼ਾਹ ਤੋਂ ਸੁਲਤਾਨ ਬਾਹੂ, ਸ਼ਾਹ ਸਰਾਫ, ਅਲੀ ਹੈਦਰ, ਇਹਨਾਂ ਕਿੱਸੇ ਲਿਖੇ। ਹੀਰ ਰਾਂਝਾ ਵਾਰਿਸ ਸ਼ਾਹ ਨੇ ਲਿਖਿਆ, ਸੱਸੀ ਪੰਨੂ ਹਾਸ਼ਮ ਸ਼ਾਹ ਨੇ ਲਿਖਿਆ, ਔਰ ਇਸ ਤਰ੍ਹਾਂ ਸੋਹਣੀ ਮਾਹੀਵਾਲ, ਫਜ਼ਲ ਸ਼ਾਹ ਨੇ ਜਿਹੜੇ ਕਿੱਸੇ ਲਿਖੇ। ਉਹਨਾਂ ਤੋਂ ਇਹਦੀ ਬਹੁਤ ਜ਼ਿਆਦਾ ਜਿਹੜੀ ਪੋਪੁਲੈਰਿਟੀ ਸ਼ੁਰੂ ਹੋਈ ਲੋਕਾਂ ਦੇ ਵਿੱਚ, ਬਹੁਤ ਜ਼ਿਆਦਾ ਜਿਹੜੀ ਪੰਜਾਬੀ ਉਹ ਪੋਪੂਲਰ ਹੋ ਗਈ। ਇਹਦੇ ਨਾਲ ਨਾਲ ਜਿੱਥੋਂ ਸਾਡੇ 'ਚ ਜੋਸ਼ ਆਉਂਦਾ, ਵਾਰਾਂ ਲਿਖੀਆਂ ਗਈਆਂ ਪੰਜਾਬੀ ਦੇ ਵਿੱਚ, ਚੰਡੀ ਦੀ ਵਾਰ, ਨਾਦਰ ਸ਼ਾਹ ਦੀ ਵਾਰ, ਜੰਗਨਾਮਾ, ਜਿਹੜੇ ਸਾਨੂੰ ਉਤਸ਼ਾਹ ਦਿੰਦੇ ਨੇ ਜਦੋਂ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਤੇ ਜਦੋਂ ਸੁਣਦੇ ਹਾਂ। ਸਾਡਾ ਇੱਕ ਜਜ਼ਬਾ ਜਿਹੜਾ, ਸਾਡਾ ਖੂਨ ਜਿਹੜਾ ਉਹ ਖੌਲਦਾ। ਔਰ ਅੱਜ ਦੇ ਯੁੱਗ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਕੋਲ ਰਾਈਟਰ, ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਸੁਣਨਾ ਪਸੰਦ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਮਾਡਰਨ ਰਾਈਟਰ ਕਹਿ ਸਕਦੇ ਹਾਂ। ਅਮਰਤਾ ਪ੍ਰੀਤਮ ਜੀ, ਨਾਨਕ ਸਿੰਘ ਜੀ, ਈਸ਼ਵਰ ਚੰਦਰ, ਧਨੀ ਰਾਮ ਚਾਤਰਿਕ, ਭਾਈ ਵੀਰ ਸਿੰਘ ਜੀ, ਸੁਰਜੀਤ ਪਾਤਰ ਜੀ, ਪਾਸ ਜੀ, ਸ਼ਿਵ ਕੁਮਾਰ ਬਟਾਲਵੀ ਜੀ। ਮਤਲਬ ਪੰਜਾਬੀ ਭਾਸ਼ਾ ਬਹੁਤ ਸਾਡੇ ਲਈ ਬੋਲਣ 'ਚ ਮਿੱਠੀ ਹੈ। ਔਰ ਜਿਸ ਤਰੀਕੇ ਤੁਸੀਂ ਇਹਦਾ ਪ੍ਰਚਾਰ ਕਰ ਰਹੇ ਹੋ, ਜਿਸ ਤਰੀਕੇ ਤੁਸੀਂ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਡੀ ਦੇਣ ਵੀ ਜਿਹੜਾ ਪੰਜਾਬ ਤੇ ਪੰਜਾਬੀ ਉਹ ਕਦੀ ਨਹੀਂ ਦੇ ਸਕਦੇ। ਕਿ ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ, ਮੁੱਖ ਚੋਂ ਲਪਟਾਂ ਮਾਰਨ ਜੈਸੇ ਅਤਰ ਗੁਲਾਬ ਦੀ। ਹੁਣ ਤੁਸੀਂ ਦੇਖੋ ਪੰਜਾਬੀ ਦੇ ਵਿੱਚ ਪਹਿਲਾਂ ਅਸੀਂ ਸੁਣਦੇ ਸੀ ਤਾਮਿਲ ਫਿਲਮਾਂ ਬਹੁਤ ਜ਼ਿਆਦਾ ਚੱਲਦੀਆਂ, ਉਸ ਸਾਈਡ ਦੀਆਂ ਪੰਜਾਬੀ ਫਿਲਮ ਇੰਡਸਟਰੀ ਨੇ ਕਿੰਨਾ ਵੱਡਾ ਨਾਂ ਬਣਾਇਆ, ਕਿੰਨਾ ਮਤਲਬ ਇਹਨੂੰ ਸਿੱਖਣ ਦੇ, ਇਸ ਤੋਂ ਕਈ ਲੋਕ ਆਪਣਾ ਕਾਰੋਬਾਰ ਵੀ ਕਰਦੇ ਨੇ। ਮਤਲਬ ਇੰਨੀ ਜ਼ਿਆਦਾ ਜਿਹੜੀ ਸਾਨੂੰ ਪੰਜਾਬੀ ਬੋਲੀ ਦੀ ਦੇਣ ਹੈ। ਔਰ ਦੁਨੀਆ ਦੀ, ਸ਼ਾਇਦ ਕਿਸੇ ਨੂੰ ਨਹੀਂ ਪਤਾ ਹੋਊਗਾ, ਦੁਨੀਆ ਦੀ ਜਿਹੜੀ ਦੂਜੀ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ, ਜਿਹੜੀ ਭਾਸ਼ਾ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣੀ ਸੀ 1962 ਦੇ ਵਿੱਚ, ਉਹ ਪਟਿਆਲਾ ਯੂਨੀਵਰਸਿਟੀ ਹੈ। ਇਸ ਤੋਂ ਪਹਿਲਾਂ ਇੱਕ ਹੈਬਰੂ ਯਰੂਸ਼ਲਮ ਦੇ ਵਿੱਚ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਨਾਂ ਦੇ ਉੱਤੇ ਹੈ। ਸਿਰਫ 2 ਹੀ ਯੂਨੀਵਰਸਿਟੀ ਨੇ। ਮਤਲਬ ਇੰਨਾ ਜ਼ਿਆਦਾ ਸਾਡੀ ਇਹ ਵਿਰਾਸਤ ਹੈ, ਇੰਨਾ ਜ਼ਿਆਦਾ ਅਸੀਂ ਇਹਨੂੰ ਸੰਭਾਲ ਕੇ ਰੱਖਦੇ ਹਾਂ। ਔਰ ਮੈਂ ਰਾਤੀ ਕਿਤੇ ਪੜ੍ਹ ਰਿਹਾ ਸੀਗਾ ਕਿ ਇੱਕ ਪ੍ਰਾਈਜ਼ ਜਿਹੜਾ ਕੈਨੇਡਾ ਵੱਲੋਂ, ਜਿਹਨੂੰ ਕਹਿੰਦੇ ਆ CIES, ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਵੱਲੋਂ, ਧਨਨ ਪ੍ਰਾਈਜ਼ ਹੈ ਜੀ ਉਹਦਾ ਨਾਂ, ਜਿਹੜਾ ਉਹ ਸਾਲਾਨਾ ਦਿੱਤਾ ਜਾਂਦਾ ਹੈ ਕਿ ਕਿਹਦੀ ਜਿਹੜੀ ਮਤਲਬ ਬੁੱਕ ਜ਼ਿਆਦਾ ਵਧੀਆ, ਜਾਂ ਜਿਹਦੀ ਲਿਖਤ ਜਾਂ ਰਚਨਾ ਜ਼ਿਆਦਾ ਵਧੀਆ, ਚਾਹੇ ਉਹ ਗੁਰਮੁਖੀ ਦੇ ਵਿੱਚ ਹੋਵੇ, ਚਾਹੇ ਉਹ ਸ਼ਾਹਮੁਖੀ ਦੇ ਵਿੱਚ ਹੋਵੇ। 25,000 ਜਿਹੜਾ ਕੈਨੇਡੀਅਨ ਡਾਲਰ ਹੈ ਉਹ ਇਹਦੇ ਵਿੱਚ ਜਿਹੜਾ ਉਹ ਪ੍ਰਾਈਜ਼ ਜਿਹੜਾ ਉਹ ਦਿੱਤਾ ਜਾਂਦਾ ਹੈ। ਔਰ ਜੇ ਪੰਜਾਬੀ ਨੂੰ ਸਿੱਖਣਾ ਹੋਵੇ, ਪੰਜਾਬੀ ਨੂੰ ਦੇਖਣਾ ਹੋਵੇ ਕਿ ਇਹ ਕਿੰਨੀ ਸੋਹਣੀ ਹੈ, ਤੇ ਮੈਂ ਰਾਤੀ ਗੱਲ ਕਰਦਾ ਸੀਗਾ, ਸਾਡੇ ਲੜਕੀ NGO ਪਹਿਲਾਂ ਚਲਾਉਂਦੇ ਸੀਗੇ ਉਹ ਮਨਦੀਪ ਕੌਰ ਟਾਂਗਰਾ। ਮੈਂ ਕੋਸ਼ਿਸ਼ ਕੀਤੀ ਕਿ ਜਿੱਥੋਂ ਜਿੰਨੀ ਕੁ ਵੀ ਤਿਲ ਫੁੱਲ ਇਕੱਠਾ ਕੀਤਾ ਜਾਵੇ, ਜੇ ਇੱਥੇ ਜਾਣਾ ਹੈ ਮੈਂ ਤੁਹਾਡੇ ਵਰਗੇ ਲੋਕਾਂ ਦੇ ਵਿੱਚ, ਮੇਰੀ ਕੋਈ ਔਕਾਤ ਨਹੀਂ ਮੈਂ ਤੁਹਾਡੇ 'ਚ ਬੋਲ ਸਕਾਂ, ਪਰ ਮੈਂ ਪੁੱਛਣ ਗਿੱਛਣ ਦੀ ਸਾਰੇ ਪਾਸਿਓਂ ਕੋਸ਼ਿਸ਼ ਕੀਤੀ। ਉਹਨੇ ਮੈਨੂੰ ਆਪਣਾ ਹੀ ਦੱਸਿਆ, ਸ਼ਾਇਦ ਉਹ ਕਿਸੇ ਦੀ ਰਚਨਾ ਹੈ ਜਾਂ ਉਹਦੀ ਰਚਨਾ ਹੈ, ਕਿ ਇੱਕ ਬੱਚੀ ਸੀਗੀ, ਨਾਂ ਉਹਨੂੰ ਨਾਨਕੀ ਦਿੱਤਾ, ਹੋ ਸਕਦਾ ਉਹ ਆਪਣੇ ਪੇਜ 'ਤੇ ਵੀ ਲਿਖੂਗੀ, ਨਾਨਕੀ ਦਿੱਤਾ ਕਿ ਉਹ ਸਕੂਲ ਦੇ ਵਿੱਚ ਜਾਂਦੀ ਹੈ ਤੇ ਟੀਚਰ ਉਹਨੂੰ ਕੁਝ ਲਿਖਣ ਲਈ ਦਿੰਦਾ ਪੰਜਾਬੀ ਦੇ ਵਿੱਚ, ਤੇ ਉਹਦੀ ਹੈਂਡ ਰਾਈਟਿੰਗ ਜਿਹੜੀ ਉਹ ਬੜੀ ਗੰਦੀ ਹੁੰਦੀ ਹੈ ਪ੍ਰਿੰਸੀਪਲ ਸਾਹਿਬ। ਔਰ ਟੀਚਰ ਜਦੋਂ ਉਹਨੂੰ ਦੇਖਦਾ ਹੈ, ਉਹਨੂੰ ਸੁਧਾਰਨ ਦੀ, ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਡਾਂਟ ਕੇ ਨਹੀਂ, ਉਹਨੂੰ ਸਮਝਾਇਆ ਕਿਸ ਤਰ੍ਹਾਂ ਉਹਨੂੰ ਕਹਿੰਦਾ ਹੈ ਕਿ ਜਿਹੜੀ ਪੰਜਾਬੀ ਬੋਲੀ ਹੈ ਨਾ, ਇਹ ਮਾਂ ਬੋਲੀ ਨਹੀਂ ਹੈ, ਇਹ ਮਾਂ ਵਰਗੀ ਨਹੀਂ ਹੈ, ਤੂੰ ਇਹਨੂੰ ਸੋਚਣਾ ਹੈ ਮੇਰੀ ਮਾਂ ਹੈ, ਤੇ ਇਹਨੂੰ ਤੂੰ ਇਸ ਤਰੀਕੇ ਲਿਖਣਾ ਕਿ ਜਿਹੜੀ ਇਹਦੀ ਸਿਹਾਰੀ ਬਿਹਾਰੀ ਹੈ ਨਾ, ਉਹ ਤੇਰੀ ਮਾਂ ਦੇ ਕੰਨਾਂ ਦੀਆਂ ਲਟਕਣਾਂ ਨੇ, ਉਹ ਵਾਲੀਆਂ ਨੇ। ਤੂੰ ਇਸ ਤਰੀਕੇ ਨੂੰ ਪੰਜਾਬੀ ਨੂੰ ਦੇਖ। ਜਿਹੜੀ ਇਹਦੀ ਟਿੱਪੀ ਹੈ ਉਹ ਇਹਦਾ ਸੱਗੀ ਫੁੱਲ ਹੈ, ਤੇ ਜਿਹੜੇ ਇਹਦੇ ਔਂਕੜ ਦਲੈਂਕੜ ਨੇ ਉਹਦੇ ਪੈਰਾਂ ਦੀਆਂ ਝਾਂਜਰਾਂ ਨੇ, ਤੇ ਜਿਹੜੀ ਬਿੰਦੀ ਉਹ ਇਹਦੇ ਮੱਥੇ ਦੀ ਬਿੰਦੀ ਹੈ, ਤੇ ਜਿਹੜੀਆਂ ਲਾਵਾਂ ਦਲਾਵਾਂ ਨੇ ਉਹ ਇਹਦੀਆਂ ਅੱਖਾਂ ਦਾ ਸੁਰਮਾ ਹੈ। ਜਦੋਂ ਲੜਕੀ ਆਪਣੇ ਖਿਆਲਾਂ ਦੇ ਵਿੱਚ ਬੋਲੀ ਨੂੰ ਮਾਂ ਦੇ ਤੌਰ ਤੇ ਦੇਖਦੀ ਹੈ, ਤੇ ਫਿਰ ਉਹ ਅਗਲੇ ਦਿਨ ਹੀ ਪੰਜਾਬੀ ਬੋਲੀ ਏਡੀ ਵਧੀਆ ਲਿਖਦੀ ਹੈ ਕਿ ਉਹਦੇ ਨਾਲ ਦੀ ਸੁੰਦਰ ਲਿਖਾਈ ਨਹੀਂ ਮਤਲਬ ਦੇਖੀ ਹੋਣੀ ਕਿਸੇ ਨੇ। ਸੋ ਇਹਨੂੰ ਲਿਖਣ ਤੇ ਬੋਲਣ ਲਈ ਕਈ ਤਾਂ ਗਾਲਾਂ ਵੀ ਕੱਢ ਦਿੰਦੇ ਨੇ, ਮਤਲਬ ਉਹ ਸਾਡੇ ਸੱਭਿਆਚਾਰ 'ਚ ਨਹੀਂ ਹੈਗਾ। ਪਰ ਮੈਂ ਕਹਿੰਦਾ ਕਿ ਜੇ ਤੁਸੀਂ ਇਹਨੂੰ ਸਿੱਖਣਾ, ਜੇ ਤੁਸੀਂ ਇਹਨੂੰ ਲਿਖਣਾ ਹੈ, ਤੇ ਇਹਨੂੰ ਮਾਂ ਵਰਗੀ ਨਹੀਂ, ਮਾਂ ਸਮਝ ਕੇ ਜਿਹੜਾ ਉਹ ਲਿਖਣਾ ਚਾਹੀਦਾ। ਇੰਨੀ ਮਿੱਠੀ ਤੇ ਇੰਨੀ ਸਾਡੀ ਇਹ
ਮਾਂ ਬੋਲੀ ਹੈ। ਸੋ ਇਹਦੇ ਉੱਤੇ ਬਹੁਤ ਸਾਰੀ ਜਿਹੜੀ ਵਿਚਾਰ ਚਰਚਾ ਅੱਜ ਤੁਸੀਂ 3 ਦਿਨ ਤੋਂ ਕਰ ਰਹੇ ਹੋ, ਬਹੁਤ ਜ਼ਿਆਦਾ ਜਿਹੜੀ ਸਮੇਂ ਦੀ ਲੋੜ ਹੈ। ਔਰ ਖ਼ਾਸ ਕਰਕੇ ਕੈਨੇਡਾ ਦੇ ਵਿੱਚ ਮੈਂ ਤੇ ਆਪਣੀ ਗਲਤੀ ਵੀ ਮੈਂ ਕਿਤੇ ਮੰਨਣ ਤੋਂ ਕਦੀ ਮੈਂ ਮੁਨਕਰ ਨਹੀਂ ਹੁੰਦਾ ਕਿ ਤੁਸੀਂ ਆਪਣੀ ਗਲਤੀ ਮੰਨੋ ਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰੇ ਬੱਚੇ ਉੱਥੇ ਸਕੂਲ 'ਚ ਪੜ੍ਹਦੇ ਸੀਗੇ ਤੇ ਮੇਰਾ ਖਿਆਲ ਆ 5ਵੀਂ 6ਵੀਂ ਤੱਕ ਅਸੀਂ ਸਾਰਾ ਟੱਬਰ ਹੀ ਉਹਨਾਂ ਨਾਲ ਹਿੰਦੀ 'ਚ ਗੱਲ ਕਰਨੀ। ਔਰ ਫਿਰ ਥੋੜ੍ਹੀ ਜਿਹੀ ਮਤਲਬ ਜਦੋਂ 7ਵੀਂ 8ਵੀਂ 'ਚ ਹੋਏ ਸਾਨੂੰ ਵੀ ਅਕਲ ਆਈ ਵੀ ਨਹੀਂ, ਸਾਡੀ ਬੋਲੀ ਜਿਹੜੀ ਸਭ ਤੋਂ ਵਧੀਆ, ਅੱਜ ਮੇਰੇ ਬੱਚੇ ਮਤਲਬ ਫਰਾਟੇਦਾਰ ਉਹ ਪੰਜਾਬੀ ਬੋਲਦੇ ਨੇ ਔਰ ਬਹੁਤ ਵਧੀਆ। ਕਿਸੇ ਵੇਲੇ ਮੇਰੇ ਮੂੰਹ 'ਚੋਂ ਸ਼ਬਦ ਨਿਕਲ ਜਾਂਦਾ ਉਹਨਾਂ ਨੂੰ ਤੇ ਮੈਨੂੰ ਇਹ ਮਾਣ ਹੈ ਕਿ ਮੇਰਾ ਬੇਟਾ ਤੇ ਮੇਰੀ ਬੇਟੀ ਸੁਧਾਰਦੇ ਆ। ਕੀ ਗੱਲ ਪੰਜਾਬੀ 'ਚ ਸਾਨੂੰ ਸਮਝ ਨਹੀਂ ਆਉਂਦੀ ਜਾਂ ਤੁਸੀਂ ਪੰਜਾਬੀ 'ਚ ਗੱਲ ਨਹੀਂ ਕਰਦੇ। ਸੋ ਇਹ ਜਿਹੜੀਆਂ ਵਿਖਾਵੇ ਦੀਆਂ ਭਾਸ਼ਾਵਾਂ ਨੇ, ਮੈਂ ਨਹੀਂ ਕਹਿੰਦਾ ਹਿੰਦੀ ਸਾਡੇ ਦੇਸ਼ ਦੀ ਭਾਸ਼ਾ ਹੈ, ਮੈਂ ਕਿਸੇ ਨੂੰ ਮਤਲਬ ਇਹੋ ਜਿਹੇ ਨਹੀਂ ਮੈਂ ਕਹਿਣਾ ਚਾਹੁੰਦਾ ਲੈਂਗੁਏਜ ਤੁਸੀਂ ਇੱਥੇ ਇੰਗਲਿਸ਼ 'ਚੋਂ ਬਹੁਤ ਸਾਰੇ ਪੰਜਾਬੀਆਂ ਦੇ ਬੋਰਡ ਜਿਹੜੇ ਉਹ ਇੰਗਲਿਸ਼ 'ਚ ਲੱਗੇ ਨੇ। ਸਮੇਂ ਦੀ ਜ਼ਰੂਰਤ ਤੇ ਲੋੜ ਦੇ ਅਨੁਸਾਰ ਤੁਹਾਨੂੰ ਉਹ ਕਰਨਾ ਵੀ ਪੈਂਦਾ, ਪਰ ਆਪਣੀ ਮਾਂ ਬੋਲੀ ਨੂੰ ਇਹਨੂੰ ਭੁੱਲਣਾ ਨਹੀਂ ਚਾਹੀਦਾ। ਔਰ ਦੂਜਾ ਜਿਹੜਾ ਤੁਹਾਡਾ ਮੰਤਵ ਐਜੂਕੇਸ਼ਨ ਦੇ ਉੱਤੇ ਹੈ, ਐਜੂਕੇਸ਼ਨ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ। ਜਿੱਥੇ ਸਾਡਾ ਰਾਜ ਸੀਗਾ, ਜਿਹਨੂੰ ਖਾਲਸਾ ਰਾਜ, ਜਿਹਨੂੰ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਪੰਜਾਬ, ਉਹ ਅੱਜ ਕਿਤੇ ਵੀ ਨਜ਼ਰ ਨਹੀਂ ਆਉਂਦਾ। ਔਰ ਦੁਬਾਰਾ ਕਿਤੇ ਬਣਨ ਦਾ ਮੈਨੂੰ ਲੱਗਦਾ ਹੈ ਕਿ ਉਹ ਸੁਪਨਾ ਸਾਡੀ ਹੋਸ਼ ਤੱਕ ਤੇ ਉਹ ਪੂਰਾ ਨਹੀਂ ਹੋ ਸਕਦਾ ਕਿ ਕਦੋਂ ਉਹਦੇ ਵਿੱਚ ਕੀ ਕਾਇਦੇ ਕਾਨੂੰਨ ਸੀਗੇ, ਕੀ ਉਹਦੇ ਵਿੱਚ ਸੀਗਾ। ਔਰ ਬੜੇ ਮਾਣ ਵਾਲੀ ਗੱਲ ਹੈ ਜਦੋਂ ਮੈਂ ਪੜ੍ਹਦਾ ਕਿਤੇ, ਜਦੋਂ ਮੈਨੂੰ ਸੁਣਨ 'ਚ ਮਿਲਦਾ। ਅੱਗੇ ਤੇ ਪੜ੍ਹਨਾ ਸੀਗਾ ਨਾ, ਹੁਣ YouTube ਤੇ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼, ਬਹੁਤ ਸਾਰੇ ਬੁੱਧੀਜੀਵੀ ਤੁਹਾਡੇ ਵਰਗੇ ਲੋਕ ਮਤਲਬ ਬੋਲਦੇ ਨੇ, ਸਾਰਾ ਕੁਝ ਦੱਸਦੇ ਨੇ, ਉਹ ਸੁਣਨਾ ਵੀ ਸੌਖਾ ਲੱਗਦਾ ਹੈ। ਤੁਸੀਂ ਮਤਲਬ ਕਿਤੇ ਬੈਠ ਕੇ ਸਫ਼ਰ ਦੇ ਵਿੱਚ ਵੀ ਜਾਂਦੇ ਹੋ ਤੇ ਉਹਨੂੰ ਤੁਸੀਂ ਦੇਖ ਸੁਣ ਲਈਦਾ। ਜਦੋਂ ਮੈਂ ਸੁਣਦਾ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਅੰਗਰੇਜ਼ਾਂ ਦੀ ਹਮੇਸ਼ਾ ਹੀ ਇੱਛਾ ਰਹੀ ਕਿ ਇਸ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਜਾਵੇ, ਜਿਵੇਂ ਉਹਨਾਂ ਪੂਰੇ ਭਾਰਤ ਦੇ ਉੱਤੇ ਕਬਜ਼ਾ ਕਰ ਲਿਆ ਸੀਗਾ, ਪਰ ਉਹ ਕਬਜ਼ਾ ਉਹਨਾਂ ਕੋਲ ਹੋ ਨਹੀਂ ਸੀ ਪਾਉਂਦਾ। ਇੱਕ ਉਹਨਾਂ ਨੇ ਆਪਣਾ ਜਿਹੜਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਵਫਦ ਆਪਣਾ ਜਿਹੜਾ ਪੰਜਾਬ 'ਚ ਭੇਜਿਆ, ਜਿਹਨੂੰ ਕਹਿੰਦੇ ਮੈਟਕੌਫ, ਸ਼ਾਇਦ ਮੈਂ ਨਾਂ ਦੇ ਵਿੱਚ ਗਲਤੀ ਨਾ ਕਰਾਂ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਆਉਂਦਾ। ਜਦੋਂ ਉੱਥੋਂ ਡੈਪੂਟੇਸ਼ਨ ਜਿਹੜਾ ਵਫਦ ਉੱਥੋਂ ਮਿਲਣ ਆਉਂਦਾ, ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਸਮਾਂ ਹੀ ਨਹੀਂ ਦਿੰਦੇ ਮਿਲਣ ਦਾ। ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਪੰਜਾਬ ਫਿਰ ਤੁਰ ਕੇ ਵੇਖੋ, ਤੁਹਾਨੂੰ ਪਤਾ ਲੱਗੇ, ਮੈਂ ਮੂੰਹ ਜ਼ਬਾਨੀ ਤੁਹਾਨੂੰ ਕਿਉਂ ਦੱਸਾਂਗਾ ਮੇਰਾ ਪੰਜਾਬ ਕਿਹੋ ਜਿਹਾ। ਉਹ 2 4 6 ਮਹੀਨੇ ਪੰਜਾਬ ਦੇ ਵਿੱਚ ਬੜਾ ਮੱਥਾ ਮਾਰਦੇ ਨੇ, ਬੜਾ ਦੇਖਦੇ ਨੇ, ਪੰਜਾਬ ਨੂੰ ਬੜਾ ਗੌਰ ਨਾਲ ਦੇਖਦੇ ਨੇ। ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਨਹੀਂ ਮਿਲਦੇ। ਜਦੋਂ ਜਾ ਕੇ ਉੱਥੇ ਰਿਪੋਰਟ ਦਿੰਦੇ ਨੇ ਆਪਣੇ ਆਲਾ ਅਧਿਕਾਰੀਆਂ ਨੂੰ, ਵੱਡੇ ਅਫਸਰਾਂ ਨੂੰ, ਉਹਦੇ ਵਿੱਚ ਉਹ ਲਿਖਦੇ ਨੇ, ਅੱਜ ਵੀ ਉਹ ਕਹਿੰਦੇ ਇਤਿਹਾਸ ਦੇ ਵਿੱਚ ਲਿਖਿਆ ਕਿ ਪੰਜਾਬ ਜਿਹੜਾ ਸਾਡੇ ਨਾਲੋਂ 50-60 ਸਾਲ ਐਡਵਾਂਸ ਚੱਲਦਾ ਹੈ, ਚਾਹੇ ਉਹ ਐਜੂਕੇਸ਼ਨ ਹੈ, ਚਾਹੇ ਉਹ ਸੁਰੱਖਿਆ ਦੇ ਨਾਲ ਹੈ। ਮਹਾਰਾਜਾ ਰਣਜੀਤ ਸਿੰਘ ਨੇ ਘਰ ਘਰ ਦੇ ਵਿੱਚ ਫੌਜ ਤਿਆਰ ਕੀਤੀ ਸੀ ਕਿ ਪਿੰਡਾਂ ਦੇ ਵਿੱਚ ਹਰ ਬੰਦਾ ਲੜਨਾ ਜਾਣਦਾ ਸੀਗਾ ਔਰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ। ਸਭ ਤੋਂ ਵੱਧ ਜਿਹੜਾ ਜ਼ੋਰ ਹੈ ਉਹ ਜਿਹੜਾ ਐਜੂਕੇਸ਼ਨ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀਗਾ। ਉਹ ਚਾਹੁੰਦੇ ਸੀਗੇ ਕਿ ਜੇ ਮੇਰੀ ਪ੍ਰਜਾ ਹੈ, ਜੇ ਮੈਂ ਉਹਨਾਂ ਨੂੰ ਸਮਾਂ ਨਹੀਂ ਦੇ ਸਕਦਾ ਮਿਲਣ ਦਾ, ਤੇ ਕਮ ਸੇ ਕਮ ਹਰ ਬੰਦੇ ਨੂੰ ਮਤਲਬ ਮਿਲਿਆ ਨਹੀਂ ਜਾ ਸਕਦਾ, ਹਰ ਬੰਦੇ ਨੂੰ ਆਮੋ ਸਾਹਮਣੇ 1 to 1 ਸੁਣਿਆ ਨਹੀਂ ਜਾ ਸਕਦਾ, ਇਹਨਾਂ ਨੂੰ ਲਿਖਣਾ ਪੜ੍ਹਨਾ ਜ਼ਰੂਰ ਆਉਣਾ ਚਾਹੀਦਾ। ਮੈਨੂੰ ਵੀ ਹੁਣ ਭਾਈ ਸਾਹਿਬ ਕਹਿ ਰਹੇ ਸੀਗੇ ਕਿ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕਿਸੇ ਵੇਲੇ ਨਹੀਂ ਬੋਲਿਆ ਜਾਂਦਾ। ਹਾਂ, ਮੈਂ ਕਹਿੰਦਾ ਕਿ ਯਾਰ ਮੈਂ ਇਕੱਲਾ ਆਦਮੀ, ਮੈਂ ਬਹੁਤ ਜ਼ਿਆਦਾ ਜ਼ਰੂਰੀ ਜਿਹੜੀਆਂ ਚੀਜ਼ਾਂ ਦੇਖਦਾ ਵਾਂ ਉਹਦੇ ਉੱਤੇ ਬੋਲਣ ਦੀ ਕੋਸ਼ਿਸ਼ ਕਰਦਾ। ਇੱਕ ਬੰਦਾ ਕਿੰਨਾ ਕੁ ਚਿਰ ਮੈਂ ਬੋਲੂੰਗਾ, ਲੋਕ ਵੀ ਬਹੁਤ ਜ਼ਿਆਦਾ ਰੋਜ਼ ਇਹੋ ਜਿਹਾ ਕਰੂੰਗਾ, ਮੇਰਾ ਕੋਈ ਚੈਨਲ ਨਹੀਂ ਚੱਲਦਾ, ਲੋਕ ਉਕਤਾ ਜਾਣਗੇ। ਸੋ ਇਹਦੇ ਲਈ ਲਿਖਣਾ ਤੇ ਪੜ੍ਹਨਾ ਬਹੁਤ ਜ਼ਰੂਰੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੇ ਦਿਮਾਗ 'ਚ ਆਇਆ, ਜਿਹੜਾ ਅੱਜ ਤੁਸੀਂ ਮੈਨੂੰ ਇਹ ਕਾਇਦਾ ਲੱਭਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ, ਨਹੀਂ ਲੱਭਾ। ਉਹਨਾਂ ਨੇ ਇੱਕ ਕਾਇਦਾ-ਏ-ਨੂਰ ਬਣਾਇਆ, ਉਦੋਂ ਫਾਰਸੀ ਚੱਲਦੀ ਸੀਗੀ। ਕਾਇਦਾ-ਏ-ਨੂਰ ਬਣਾਇਆ, ਜਿਹਨੂੰ ਉਹਨਾਂ ਬੇਸਿਕ ਸਿੱਖਿਆ ਦੇ ਨਾਂ ਦੇ ਉੱਤੇ ਮੇਰਾ ਖਿਆਲ 5000 ਦੇ ਕਰੀਬ ਉਹਨਾਂ ਦਾ ਕੋਈ ਪਟਵਾਰੀ ਜਾਂ ਜਿਹੜਾ ਨੰਬਰਦਾਰ ਸੀ ਉਹਦੀ ਡਿਊਟੀ ਲਾਈ ਕਿ 3-3 ਅੱਗੋਂ ਤੁਸੀਂ ਵੰਡੋਗੇ। ਔਰ ਦੱਸਦੇ ਆ ਕਿ ਸਭ ਤੋਂ ਵੱਧ ਜਿਹੜੀ ਪੜ੍ਹੇ ਲਿਖੇ ਲੋਕਾਂ ਦੀ ਰੇਸ਼ੋ ਸੀਗੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ। ਲੋਕ ਇੰਨੇ ਪੜ੍ਹ ਲਿਖ ਗਏ ਸੀਗੇ, ਉਹਨਾਂ ਨੇ ਆਪਣਾ ਜਿਹੜਾ ਲਿਖਣਾ ਪੜ੍ਹਨਾ, ਜੋ ਉਹਨਾਂ ਦੇ ਫੁਟਕਲ ਕੰਮ ਸੀਗੇ ਉਹ ਕਰਨੇ ਸ਼ੁਰੂ ਕਰ ਦਿੱਤੇ। ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਨਹੀਂ ਰਹਿੰਦੇ, ਅੰਗਰੇਜ਼ਾਂ ਦਾ ਟੀਚਾ ਸੀਗਾ
ਕਿ ਇਹਨਾਂ ਲੋਕਾਂ ਨੂੰ, ਔਰ ਮੈਂ ਸੁਣਦਾ ਸੀਗਾ ਕਿ ਇੱਕ ਦਿਨ ਦੇ ਵਿੱਚ ਪੂਰੇ ਪੰਜਾਬ ਨੂੰ, ਖਾਲਸਾ ਰਾਜ ਨੂੰ ਅਨਪੜ੍ਹ ਕਰ ਦਿੱਤਾ ਗਿਆ ਸੀਗਾ। ਜਦੋਂ ਮੈਂ ਸੁਣ ਰਿਹਾ ਸੀਗਾ ਤੇ ਮੈਨੂੰ ਸਮਝ ਨਹੀਂ ਆਇਆ ਕਿ ਇੱਕ ਦਿਨ 'ਚ ਅਨਪੜ੍ਹ ਕਿਵੇਂ ਕਰ ਸਕਦੇ ਨੇ। ਮਤਲਬ ਕਿਸ ਤਰੀਕੇ ਪਾਲਿਸੀਜ਼ ਬਣਾਉਂਦੀਆਂ ਨੇ ਸਰਕਾਰਾਂ ਜਾਂ ਏਜੰਸੀਜ਼ ਜਾਂ ਕੁਝ ਵੀ ਕਹਿ ਲਓ, ਕਿਸ ਤਰੀਕੇ ਦੀਆਂ ਸਾਜ਼ਿਸ਼ਾਂ ਹੁੰਦੀਆਂ ਨੇ, ਔਰ ਉਹ ਇੱਕ ਦਿਨ ਦੇ ਵਿੱਚ ਅਨਪੜ੍ਹ ਇਸ ਤਰੀਕੇ ਕੀਤਾ ਗਿਆ ਸੀਗਾ ਕਿ ਪੰਜਾਬੀ ਜਿਹੜੀ ਸੀਗੀ, ਜਿਹੜੀ ਭਾਸ਼ਾ ਸੀ ਫਾਰਸੀ, ਜਿਹਦੇ ਵਿੱਚ ਵੀ ਕਾਇਦਾ ਨੂਰ ਸੀਗਾ, ਉਹਨੂੰ ਬੰਦ ਕਰ ਦਿੱਤਾ ਗਿਆ ਔਰ ਹੁਕਮ ਦੇ ਦਿੱਤਾ ਗਿਆ ਕਿ ਕੱਲ੍ਹ ਤੋਂ ਜਿਹੜਾ ਕੰਮ ਹੈ ਫਲਾਣੀ ਭਾਸ਼ਾ ਦੇ ਵਿੱਚ ਕੀਤਾ ਜਾਊਗਾ, ਇੰਗਲਿਸ਼ ਦੇ ਵਿੱਚ। ਜਿਹੜੇ ਪੜ੍ਹੇ ਲਿਖੇ ਲੋਕ ਸੀਗੇ ਪੰਜਾਬੀ, ਉਹਨਾਂ ਨੂੰ ਵਿਹਲੇ ਕਰਕੇ ਬਿਠਾ ਦਿੱਤਾ, ਤੇ ਜਿਹੜੇ 2-2 ਜਮਾਤਾਂ ਪੜ੍ਹੇ ਸੀ, ਜਿਹੜੀ ਭਾਸ਼ਾ ਉਹਨਾਂ ਨੇ ਲਾਗੂ ਕੀਤੀ, ਉਹਨਾਂ ਨੂੰ ਉਹਦੇ ਉੱਤੇ ਅਫਸਰ ਬਣਾ ਦਿੱਤਾ, ਉਹਨਾਂ ਦੇ ਉੱਤੇ ਬਿਠਾ ਦਿੱਤਾ। ਇੱਕ ਦਿਨ ਦੇ ਵਿੱਚ ਪੂਰਾ ਜਿਹੜਾ ਪੰਜਾਬ ਉਹ ਅਨਪੜ੍ਹ ਕੀਤਾ ਗਿਆ ਸੀਗਾ। ਔਰ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਸੀ। ਔਰ ਸਭ ਤੋਂ ਵੱਡੀ ਗੱਲ ਮੈਨੂੰ ਕੀ ਲੱਗਦੀ ਉਹਦੇ ਵਿੱਚ, ਕਿ ਜੇ ਕਿਤੇ ਕੋਈ ਚਰਚ ਖੁੱਲ੍ਹਣਾ ਹੈ, ਜੇ ਕਿਤੇ ਕੋਈ ਮਸਜਿਦ ਖੁੱਲ੍ਹਣੀ ਹੈ, ਤੇ ਉਹਨਾਂ ਨੇ ਜ਼ਰੂਰੀ ਕਰ ਦਿੱਤਾ ਸੀਗਾ ਕਿ ਇਹਦੇ ਨਾਲ ਇੱਕ ਸਕੂਲ ਜ਼ਰੂਰ ਖੁੱਲ੍ਹੇਗਾ। ਔਰ ਮੈਨੂੰ ਪੰਜਾਬ 'ਚ, ਆਪਣੇ ਦੇਸ਼ 'ਚ ਦੇਖਣ ਨੂੰ ਮਿਲਦਾ ਕਿ ਜਿੱਥੇ ਕਿਤੇ ਵੀ ਚਰਚ ਹੋਵੇ ਉਹਦੇ ਨਾਲ ਸਕੂਲ ਜ਼ਰੂਰ ਚੱਲਦਾ। ਪਰ ਉਸ ਬੰਦੇ ਦੀ ਬਣਾਈ ਪਾਲਿਸੀ, ਉਸ ਸਾਡੇ ਸ਼ੇਰੇ ਪੰਜਾਬ ਦੀ ਬਣਾਈ ਪਾਲਿਸੀ, ਉਹਨੂੰ ਅਸੀਂ ਵਿਸਾਰ ਕੇ ਰੱਖ ਦਿੱਤਾ। ਔਰ ਜਿਹੜੇ ਸਾਡੇ ਬਗਾਨੇ ਸੀਗੇ ਉਹਨਾਂ ਨੇ ਅਪਣਾ ਲਿਆ। ਔਰ ਅੱਜ ਉਹਨਾਂ ਦਾ ਐਜੂਕੇਸ਼ਨ ਸਿਸਟਮ ਵੇਖ ਲਓ, ਤੇ ਸਾਡਾ ਤੁਸੀਂ ਹਾਲ ਦੇਖ ਲਓ ਵੀ ਐਜੂਕੇਸ਼ਨ ਸਿਸਟਮ ਦਾ ਕੀ ਹਾਲ ਕਰਕੇ ਰੱਖ ਦਿੱਤਾ ਗਿਆ। ਔਰ ਦੂਜੀ, ਇਹ ਸਭ ਨੂੰ ਚਾਹੀਦਾ। ਅੱਜ ਮੇਰੇ ਕੁਝ ਦੋਸਤ ਵੀ ਆਏ ਨੇ ਮੇਰੇ ਨਾਲ, ਔਰ ਮੈਂ ਉਹਨਾਂ ਨੂੰ ਲੈ ਕੇ ਆਇਆ ਕਿ ਤੁਸੀਂ ਦੇਖੋ ਤੇ ਸਹੀ ਯਾਰ, ਤੁਸੀਂ ਪੰਜਾਬ ਤੋਂ ਆਏ ਹੋ, ਰੋਜੀ ਰੋਟੀ ਲਈ ਤੁਸੀਂ ਇੱਥੇ ਮਤਲਬ ਆਏ ਜ਼ਰੂਰ ਹੋ, ਪਰ ਆਪਣੇ ਵਿਰਸੇ ਨੂੰ, ਜੇ ਉਹਦੇ ਤੋਂ ਕੁਝ ਅਗਲੀ ਪੀੜ੍ਹੀ ਨੂੰ ਤੁਸੀਂ ਕੁਝ ਦੇਣਾ, ਤੇ ਅੱਜ ਇਹਨਾਂ ਲੋਕਾਂ ਕੋਲੋਂ ਸਿੱਖ ਕੇ ਜਾਓ। ਤੁਹਾਨੂੰ ਮਤਲਬ ਲੱਗੇ ਕਿ ਪੰਜਾਬ ਲਈ ਵੀ ਕੁਝ ਕਰਨਾ ਹੈ, ਪੰਜਾਬੀ ਲਈ ਵੀ ਕੁਝ ਕਰਨਾ ਹੈ, ਤੇ ਪੰਜਾਬੀਅਤ ਲਈ ਵੀ ਕੁਝ ਕਰਨਾ ਹੈ। ਕਿਉਂਕਿ ਵੱਡਿਆਂ ਨੂੰ ਕਦੀ ਵੀ ਵਿਸਾਰਨਾ ਨਹੀਂ ਚਾਹੀਦਾ। ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਲੈਣ ਦੀ ਲੋੜ ਹੈ, ਉਹਨਾਂ ਦੇ ਜਿਹੜੇ ਪਦ ਚਿੰਨ੍ਹ ਨੇ, ਉਹਨਾਂ ਦੀਆਂ ਜਿਹੜੀਆਂ ਪੈੜਾਂ ਨੇ, ਉਹਦੇ ਤੇ ਚੱਲਣ ਦੀ ਲੋੜ ਹੈ। ਜਿਵੇਂ ਕਿਸੇ ਨੇ ਕਿਹਾ ਹੈ ਨਾ ਕਿ ਅੱਜ ਸਾਡਾ ਹਾਲ ਕਿਉਂ ਹੋ ਰਿਹਾ, ਕਿ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਇੱਕ ਦਿਨ ਢਹਿੰਦਿਆਂ ਢਹਿੰਦਿਆਂ ਢਹਿ ਜਾਂਦਾ। ਨਵੇਂ ਰੁੱਸੇ ਨੂੰ ਜੇਕਰ ਮਨਾਈਏ ਨਾ, ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ। ਚੁਗਲਖੋਰ ਨੂੰ ਜਿੰਨਾ ਮਰਜ਼ੀ ਟੋਕ ਦਈਏ, ਉਹ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ। ਜੇ ਵੱਡਿਆਂ ਦੀਆਂ ਸਿੱਖਿਆਵਾਂ ਤੇ ਚੱਲੀਏ ਨਾ, ਤੇ ਭੱਠਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ, ਜਿਹੜਾ ਸਾਡੇ ਐਜੂਕੇਸ਼ਨ ਸਿਸਟਮ ਦਾ ਬਹਿ ਗਿਆ। ਅੱਜ ਤੁਸੀਂ ਕਦੀ ਵੀ ਮਾੜਾ ਨਹੀਂ ਕਹਿੰਦਾ। ਮੇਰੇ ਦੇਸ਼ ਦੇ ਵਿੱਚ, ਮੇਰਾ ਦੇਸ਼ ਬਹੁਤ ਖੂਬਸੂਰਤ ਹੈ, ਹਰ ਤਰ੍ਹਾਂ ਦਾ ਉੱਥੇ ਮੌਸਮ, ਹਰ ਤਰ੍ਹਾਂ ਦੇ ਲੋਕ ਜਿਹੜੇ ਨੇ ਇੱਕ ਦੂਜੇ ਨੂੰ ਮਿਲਣ ਵਾਲੇ ਨੇ। ਹਾਂ, ਸਾਡਾ ਸਿਸਟਮ ਕਰਪਟ ਹੋ ਗਿਆ। ਸਾਡੇ ਵਿੱਚ ਜਿਹੜੇ ਪੋਲੀਟੀਸ਼ੀਅਨ ਨੇ ਉਹ ਮਾੜੇ ਆ ਗਏ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਬਦਨਾਮੀ ਕਰਾ ਕੇ ਰੱਖ ਦਿੱਤੀ, ਜਿਨ੍ਹਾਂ ਸਾਡੇ ਸਿਸਟਮ ਦੀ ਬਦਨਾਮੀ ਕਰਕੇ ਰੱਖ ਦਿੱਤੀ। ਅੱਜ ਦੁੱਖ ਪਤਾ ਕੀ ਲੱਗਦਾ, ਮੈਂ ਉਸ ਦਿਨ ਸੁਣਦਾ ਸੀਗਾ, ਸਰ ਤਰਲੋਚਨ ਸਿੰਘ ਬੋਲ ਰਹੇ ਸੀ ਕਿਸੇ ਸਟੇਜ ਦੇ ਉੱਤੇ, ਕੋਈ ਧਾਰਮਿਕ ਸਟੇਜ ਸੀਗੀ, ਕਿ ਪੂਰੀ ਦਿੱਲੀ ਦੇ ਵਿੱਚ ਇੱਕ ਵੀ ਸਿੱਖ ਸੈਕਟਰੀ ਜਿਹੜਾ ਮਹਿਕਮੇ ਨੂੰ ਚਲਾਉਂਦਾ ਉਹ ਨਜ਼ਰ ਨਹੀਂ ਆਉਂਦਾ, ਇੱਕ ਵੀ ਪੰਜਾਬੀ ਸੈਕਟਰੀ। ਮੈਂ ਕਦੀ ਇਸ ਚੀਜ਼ 'ਚ ਨਹੀਂ ਪਿਆ ਕਿ ਹਿੰਦੂ, ਸਿੱਖ, ਮੁਸਲਮਾਨ। ਹਾਂ, ਸਾਡਾ ਪੰਜਾਬ ਬਚਣਾ ਚਾਹੀਦਾ, ਸਾਡੀ ਪੰਜਾਬੀਅਤ ਬਚਣੀ ਚਾਹੀਦੀ ਹੈ, ਚਾਹੇ ਉਹਦੇ 'ਚ ਕੋਈ ਮੁਸਲਮਾਨ ਹੈ, ਚਾਹੇ ਉਹਦੇ 'ਚ ਕੋਈ ਸਿੱਖ ਹੈ, ਚਾਹੇ ਉਹਦੇ 'ਚ ਕੋਈ ਕ੍ਰਿਸਚਨ ਹੈ, ਚਾਹੇ ਉਹਦੇ 'ਚ ਕੋਈ ਹਿੰਦੂ ਹੈ। ਔਰ ਪੂਰੇ ਪੰਜਾਬ ਦੇ ਵਿੱਚ ਮੈਨੂੰ ਦੁੱਖ ਲੱਗਦਾ ਜਦੋਂ ਮੈਂ ਜਾਂਦਾ ਨਾ ਚੰਡੀਗੜ੍ਹ ਸੈਕਟਰੀਏਟ ਪ੍ਰਿੰਸੀਪਲ ਸਾਹਿਬ, ਕਿ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਮਹਿਕਮੇ ਚਲਾਉਣੇ ਨੇ, ਜਿਨ੍ਹਾਂ ਨੇ ਸਾਡੀ ਅੱਗੋਂ ਨੀਤੀ ਘੜਨੀ ਹੈ, ਜਿਨ੍ਹਾਂ ਨੇ ਸਾਡਾ ਸੰਵਿਧਾਨ ਘੜਨਾ ਹੈ, ਉਹਨਾਂ ਦੇ ਵਿੱਚ 10% ਵੀ ਮੈਨੂੰ ਪੰਜਾਬੀ ਨਜ਼ਰ ਨਹੀਂ ਆਉਂਦੇ। ਜਿਹੜੇ ਵੱਡੀਆਂ ਪੋਸਟਾਂ ਦੇ ਉੱਤੇ ਸੈਕਟਰੀ ਨੇ, ਕੋਈ ਯੂਪੀ ਤੋਂ ਹੈ, ਕੋਈ ਬਿਹਾਰ ਤੋਂ ਹੈ, ਗੁਜਰਾਤ 'ਚੋਂ ਹੈ, ਮੇਰਾ ਉਹਨਾਂ ਨਾਲ ਕੋਈ ਗਿਲਾ ਨਹੀਂ। ਉਹ ਪੜ੍ਹ ਲਿਖ ਕੇ ਉਸ ਪੋਸਟ ਤੇ ਪਹੁੰਚੇ ਨੇ, ਉਹਨਾਂ ਆਪਣੀ ਮਤਲਬ ਜ਼ਿੰਦਗੀ ਦਾ ਬੜਾ ਲੰਮਾ ਸਮਾਂ ਜਿਹੜਾ ਪੜ੍ਹਾਈ ਦੇ ਵਿੱਚ ਘੱਲਿਆ। ਪਰ ਫਿਰ ਵੀ ਸਾਡੇ ਲੋਕ ਜਿਹੜੇ ਨੇ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੇ। ਬਿਊਰੋਕ੍ਰੇਸੀ, ਮਤਲਬ 1000 ਬੰਦਾ ਬੱਚਾ ਜੇ ਸਾਡਾ IPS IAS ਬਣਦਾ, ਔਰ ਤੁਸੀਂ ਸੁਣ ਕੇ ਹੈਰਾਨ ਹੋਗੇ ਕਿ 4-5 ਜਿਹੜੇ ਲੋਕ ਨੇ ਉਹ ਸਿਰਫ ਪੰਜਾਬ ਦੇ ਵਿੱਚੋਂ ਜਾਂਦੇ ਨੇ। ਪੰਜਾਬੀ ਜਿਹੜੇ ਬਣਦੇ ਨੇ, ਜਿਹੜੇ ਸਿੱਖ ਨੇ, ਚਾਹੇ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਪੰਜਾਬ ਦੇ ਵਿੱਚ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ 4-5 ਰਹਿ ਗਈ। ਔਰ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਮੰਨ ਲਓ ਤੁਸੀਂ ਚੀਫ ਮਿਨਿਸਟਰ ਬਣ ਜਾਓ, ਤੁਸੀਂ ਪ੍ਰਧਾਨ ਮੰਤਰੀ ਬਣ ਜਾਓ, ਤੁਸੀਂ ਕਦੀ ਵੀ ਫੈਸਲੇ ਆਪ ਨਹੀਂ ਲੈਂਦੇ। ਚੀਫ ਮਿਨਿਸਟਰ ਆਪਣੇ ਚੀਫ ਸੈਕਟਰੀ ਨੂੰ ਪੁੱਛਦਾ, ਮੰਤਰੀ ਆਪਣੇ ਸੈਕਟਰੀ ਨੂੰ ਪੁੱਛਦਾ। ਉਹ ਸਾਡੇ ਪੰਜਾਬੀ ਹੈ ਹੀ ਨਹੀਂ, ਉਹ ਪੰਜਾਬ ਦੇ ਰਹਿਣ ਵਾਲੇ ਨਹੀਂ ਹੈਗੇ। ਗਿਲਾ ਇਸ ਗੱਲ ਦਾ ਹੈ ਕਿ ਜੇ ਉਹ ਪੰਜਾਬੀ ਨਹੀਂ ਹੈਗੇ, ਉਹਨਾਂ ਨੂੰ ਪੰਜਾਬ ਦੇ ਇਮੋਸ਼ਨਸ, ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਕਲਚਰ ਨਹੀਂ ਪਤਾ ਲੱਗਦਾ, ਉਹ ਓਨੀ ਦਰੁਸਤੀ ਤੇ ਉਹਨਾਂ ਸਿਸਟਮ ਸਾਡਾ ਸੁਧਾਰ ਨਹੀਂ ਕਰ ਸਕਦੇ ਜਿੰਨਾ ਇੱਕ ਪੰਜਾਬੀ ਕਰ ਸਕਦਾ। ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਮੈਂ ਤੁਹਾਨੂੰ ਪੁੱਛ ਲੈਣਾ ਚਾਹੁੰਦਾ
ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਿਸੇ ਮੈਨੇਜਰ ਦੇ ਹੱਥ ਦੇ ਵਿੱਚ ਹੁੰਦਾ ਹੈ। ਉਹਦਾ ਕੰਮ ਹੈ ਸਿਰਫ ਪ੍ਰਬੰਧ ਕਰਨਾ। ਮੈਨੇਜਰ ਤੁਸੀਂ ਜਿਹਨੂੰ ਕਹਿੰਦੇ ਹੋ, ਉਹਨੇ ਪ੍ਰਬੰਧ ਦੇਖਣਾ। ਕੀ ਗੁਰਦੁਆਰੇ ਦਾ ਮੈਨੇਜਰ ਕਿਸੇ ਮੁਸਲਮਾਨ ਨੂੰ, ਕਿਸੇ ਕ੍ਰਿਸਚਨ ਨੂੰ ਲਾ ਦਿਓ ਤੇ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖ ਸਕਦਾ? ਇਹੋ ਮਿਸਾਲ ਤੁਸੀਂ ਚਰਚ ਦੇ ਉੱਤੇ ਲੈ ਲਓ, ਇਹੋ ਤੁਸੀਂ ਮਤਲਬ ਮਸਜਿਦ ਦੇ ਉੱਤੇ ਲੈ ਲਓ। ਕਿਸੇ ਮਤਲਬ ਸਿੱਖ ਨੂੰ ਤੁਸੀਂ ਕਿਸੇ ਮਸਜਿਦ ਦਾ ਤੁਸੀਂ ਲਾ ਦਿਓ ਮੈਨੇਜਰ, ਤੇ ਉਹ ਨਹੀਂ ਉਸ ਤਰੀਕੇ ਉਹ ਪ੍ਰਬੰਧ ਦੇਖ ਸਕਦਾ। ਸੋ ਪੰਜਾਬ ਦਾ ਪ੍ਰਬੰਧ ਦੇਖਣ ਲਈ ਇਹੋ ਜਿਹੇ ਲੋਕ ਜਿਹੜਾ ਜ਼ਿਆਦਾ ਜ਼ਰੂਰੀ ਨੇ, ਜਿਹੜੇ ਪੰਜਾਬ ਦੇ ਵਿੱਚੋਂ ਆਉਣ, ਜਿਹੜੇ ਪੰਜਾਬੀਅਤ ਨੂੰ ਸਮਝਦੇ ਹੋਣ, ਜਿਹੜੇ ਪੰਜਾਬ ਨੂੰ ਸਮਝਦੇ ਹੋਣ। ਔਰ ਮੈਨੂੰ ਬੜੀ ਮਤਲਬ ਖੁਸ਼ੀ ਮਹਿਸੂਸ ਹੋਈ ਕਿਸੇ ਦੀ ਗੱਲ ਸੁਣ ਕੇ। ਉਹ ਬੋਲ ਰਹੇ ਸੀਗੇ ਸਟੇਜ ਦੇ ਉੱਤੇ ਕਿ ਮੁਸਲਮਾਨ ਦੇ ਵਿੱਚ, ਉਹਨਾਂ ਦੇ ਵਿੱਚ ਇੱਕ ਜ਼ਕਾਤ ਬੋਰਡ ਹੈ, ਜਿਹਦਾ ਸਾਰਾ ਖਰਚਾ ਉਹ ਜ਼ਕਾਤ ਬੋਰਡ ਚਲਾਉਂਦਾ। ਔਰ ਉਹਦੇ ਜਿਹੜੇ ਮੈਂਬਰ ਨੇ ਉਹ ਕੋਈ ਜੱਜਿਸ ਨੇ, ਕੋਈ ਵੀਸੀ ਨੇ ਤੁਹਾਡੇ ਵਰਗੇ, ਕੋਈ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਮਤਲਬ ਕੋਈ ਚੀਫ ਕਿਤੋਂ ਰਿਟਾਇਰ ਹੋਏ ਨੇ, ਉਹ ਲੋਕ ਨੇ। ਔਰ ਉਹ ਹਰ ਸਾਲ ਬੱਚਿਆਂ ਦਾ ਟੈਸਟ ਲੈਂਦੇ ਨੇ। ਔਰ ਉਹਨਾਂ ਦੇ ਵਿੱਚੋਂ ਜਿਹੜੇ ਬੱਚੇ IAS IPS ਜਾਂ ਬਿਊਰੋਕ੍ਰੇਸੀ ਜਾਣਾ ਚਾਹਣ, IRS ਜਿਹੜੇ ਬਣਨੇ ਹੁੰਦੇ ਨੇ, ਉਹਨਾਂ ਦਾ ਸਾਰਾ ਖਰਚਾ ਉਹਨਾਂ ਵੱਲੋਂ ਚੁੱਕਿਆ ਜਾਂਦਾ। ਔਰ ਬਹੁ ਗਿਣਤੀ ਦੇ ਵਿੱਚ ਬੱਚੇ ਉਹਨਾਂ ਦੇ ਸਿਲੈਕਟ ਹੁੰਦੇ ਨੇ। ਸੋ ਸਾਡੇ ਉਹ ਕਿਤੇ ਵੀ ਨਹੀਂ ਲੱਭ ਰਿਹਾ। ਸਾਡੇ ਜਿਹੜੇ ਸੰਸਥਾਵਾਂ ਨੂੰ ਇਹ ਕੰਮ ਕਰਨੇ ਚਾਹੀਦੇ ਸੀਗੇ, ਮੈਂ ਕੋਈ ਇੱਥੇ ਕਿਸੇ ਦਾ ਨਾਂ ਲੈ ਕੇ ਨਹੀਂ ਕਹਿਣਾ ਚਾਹੁੰਦਾ, ਕਿਸੇ ਨੇ ਵੀ ਇਹ ਕੰਮ ਨਹੀਂ ਕੀਤੇ, ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੱਤਾ। ਔਰ ਮੈਂ ਤੁਹਾਨੂੰ ਵੀ, ਜਿੰਨੇ ਲੋਕ ਤੁਸੀਂ ਬਾਹਰ ਬੈਠੇ ਹੋ, ਮੈਂ ਤੁਹਾਨੂੰ ਵੀ ਇੱਕ ਗੁਜ਼ਾਰਿਸ਼ ਕਰਨ ਲੱਗਾ। ਮੈਂ ਬਾਹਰ ਵੀ ਬੋਲ ਰਿਹਾ ਸੀਗਾ ਕਿਸੇ ਚੈਨਲ ਦੇ ਉੱਤੇ। ਮੈਂ ਇੱਕ ਬੇਨਤੀ ਤੁਹਾਨੂੰ ਕਰਨ ਲੱਗਾ ਕਿ ਇੱਥੋਂ ਬਹੁਤ ਸਾਰਾ ਤੁਸੀਂ ਫੰਡ ਜਿਹੜੇ ਨੇ, ਉਹ ਰਾਸ਼ਨ ਦੇ ਨਾਂ ਦੇ ਉੱਤੇ, ਉਹ ਮੈਡੀਕਲ ਦੇ ਨਾਂ ਦੇ ਉੱਤੇ, ਉਹ ਲੋਕਾਂ ਦੇ ਮਕਾਨ ਬਣਾਉਣ ਦੇ ਨਾਂ ਦੇ ਉੱਤੇ ਬਹੁਤ ਸਾਰੇ ਫੰਡ ਤੁਸੀਂ ਦਰਿਆ ਦਿਲੀ ਪੰਜਾਬ ਦੇ ਲਈ ਵਿਖਾਉਂਦੇ ਹੋ। ਆਪਣੀ ਨਰਮ ਦਿਲੀ, ਆਪਣੀ ਜਿਹੜੀ ਭਾਵਨਾ ਹੈ ਤੁਹਾਡੀ ਪੰਜਾਬ ਨਾਲ ਜੁੜੀ, ਉਹ ਤੁਸੀਂ ਦਿਖਾਉਂਦੇ ਹੋ। ਪਰ ਇਹਦੇ ਨਾਲ ਤੁਸੀਂ ਜਿਹੜੇ ਪੋਲੀਟੀਸ਼ੀਅਨਸ ਨੂੰ ਵੀ ਫੰਡ ਦਿੰਦੇ ਹੋ, ਕੋਈ ਕਿਤੇ ਆ ਜਾਂਦਾ। ਬਹੁਤ ਸਾਰੀਆਂ, ਮੈਂ ਜਦੋਂ ਇਲੈਕਸ਼ਨ 'ਚ ਦੇਖਦਾ, ਬਹੁਤ ਸਾਰੇ ਪੋਲੀਟੀਸ਼ੀਅਨ ਇੱਥੇ ਗੇੜਾ ਕੱਢਣ ਹੀ ਆ ਜਾਂਦੇ ਨੇ। ਤੁਹਾਡੇ ਵਾਸਤੇ ਚਾਹੇ ਉਹ ਛੋਟੀ ਰਕਮ ਬਣਦੀ ਹੋਵੇ, ਉਹਨਾਂ ਵਾਸਤੇ ਉਹ ਬਹੁਤ ਵੱਡੀ ਹੋ ਜਾਂਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਗਰੇਜ ਕਰਕੇ ਤੁਸੀਂ ਕੁਛ ਇਹਦੇ ਉੱਤੇ ਕੰਮ ਜੇ ਕੀਤਾ ਜਾਵੇ ਕਿ ਅਸੀਂ ਪੰਜਾਬ 'ਚ ਕੋਈ ਐਜੂਕੇਸ਼ਨ ਜਿਹੜਾ ਸੈਂਟਰ ਹੈ, ਜਿਹਦੇ ਵਿੱਚ IAS IPS ਬੱਚੇ ਅਸੀਂ ਤਿਆਰ ਕਰਨੇ ਨੇ, ਜਿਨ੍ਹਾਂ ਦੇਸ਼ ਦਾ ਸਿਸਟਮ ਦੇਖਣਾ ਹੈ, ਜਿਨ੍ਹਾਂ ਦੇਸ਼ ਦੀ ਨੀਤੀ ਘੜਨੀ ਹੈ, ਉਹਨਾਂ ਲਈ ਜੇ ਤੁਸੀਂ ਕੋਈ ਉਪਰਾਲਾ ਕਰਨ ਦੀ ਕੋਸ਼ਿਸ਼ ਕਰੋਗੇ ਤੇ ਸਾਡਾ ਸ਼ਾਇਦ ਪੰਜਾਬ ਦਾ ਵੀ ਭਲਾ ਹੋ ਸਕਦਾ, ਸਾਡੀ ਪੰਜਾਬੀਅਤ ਦਾ ਵੀ ਭਲਾ ਹੋ ਸਕਦਾ। ਕਿਉਂਕਿ ਬਹੁਤ ਅਸੀਂ ਪਛਤਾਵੇ ਵਾਲੇ ਮੋੜ ਦੇ ਉੱਤੇ ਆ ਗਏ ਹਾਂ। ਸਾਨੂੰ ਕੋਈ ਸੁਧਰਨ ਦਾ ਜਾਂ ਆਪਣੇ ਹਾਲਾਤ ਅੱਗੋਂ ਸੁਧਰਨ ਦਾ ਕੁਝ ਵੀ ਨਜ਼ਰ ਨਹੀਂ ਆਉਂਦਾ। ਮਤਲਬ ਕਹਿੰਦੇ ਆ ਨਾ ਕਿ ਐਸਾ ਨਾ ਹੋ ਅੰਜਾਮ पे पछताओ किसी दिन, ਬਿਹਤਰ ਹੈ ਕਿ ਤੁਮ ਖੁਦ ਹੀ ਸੰਭਲ ਜਾਓ ਕਿਸੇ ਦਿਨ। ਸਾਨੂੰ ਹੁਣ ਵੀ ਉਹਦੇ ਤੇ ਸੰਭਲ ਜਾਣਾ ਚਾਹੀਦਾ ਕਿ ਇਹੋ ਜਿਹੇ ਮੈਂ ਤੇ ਅੱਗੇ ਜਦੋਂ ਇਹ ਸਰਕਾਰ ਬਣੀ ਸੀ ਨਵੀਂ, ਚਾਹੇ ਉਹ ਕੇਂਦਰ ਦੀ ਹੋਵੇ, ਚਾਹੇ ਮਤਲਬ ਪੰਜਾਬ ਦੀ ਹੋਵੇ, ਮੈਂ ਇੱਕ ਗੱਲ ਦੇ ਉੱਤੇ ਜ਼ੋਰ ਜ਼ਰੂਰ ਦਿੰਦਾ ਕਿ ਯਾਰ ਤੁਸੀਂ 10 ਸਾਲ ਸਾਡਾ ਚਾਹੇ ਮੈਡੀਕਲ ਬੰਦ ਕਰ ਦਿਓ, ਸਾਡਾ ਖਾਣਾ ਪੀਣਾ ਘੱਟ ਕਰ ਦਿਓ, 10 ਸਾਲ ਸਿਰਫ ਐਜੂਕੇਸ਼ਨ ਦੇ ਉੱਤੇ ਕੰਮ ਕਰ ਦਿਓ, ਤੇ ਜਿਹੜੇ ਐਜੂਕੇਸ਼ਨ ਲੈ ਕੇ ਬੱਚੇ ਤਿਆਰ ਹੋਣਗੇ, ਉਹਨਾਂ ਸਾਰਾ ਕੁਝ ਇਹ ਠੀਕ ਕਰ ਲੈਣਾ, ਮੈਡੀਕਲ ਵੀ ਤੇ ਸਾਡਾ ਖਾਣ ਪਾਣ ਦਾ ਵੀ ਸਾਰਾ ਕੁਝ ਠੀਕ ਕਰ ਲੈਣਾ। ਉਹਦੇ ਉੱਤੇ ਕੋਈ ਜ਼ੋਰ ਨਹੀਂ ਦੇ ਰਿਹਾ। ਤੁਸੀਂ ਬਹੁਤ ਉਪਰਾਲਾ ਕਰਦੇ ਹੋ ਪੰਜਾਬੀ ਬਚੀ ਰਵੇ। ਇੱਥੇ ਪੰਜਾਬ 'ਚ ਇਹ ਟੈਨਸ਼ਨ ਹੈ ਕਿ ਪੰਜਾਬ ਬਚਿਆ ਰਵੇ। ਔਰ ਮੈਂ ਤੁਹਾਨੂੰ ਮਜ਼ੇਦਾਰ ਗੱਲ ਦੱਸਣ ਲੱਗਾ ਕਿ ਮੈਨੂੰ ਇੱਕ BJP ਦੇ ਹੈੱਡ ਨੇ, ਵਿਜੇ ਰੂਪਾਨੀ, ਸਾਡੇ ਪੰਜਾਬ ਦੇ ਇੰਚਾਰਜ ਨੇ ਪ੍ਰਿੰਸੀਪਲ ਸਾਹਿਬ, ਉਹ ਗੁਜਰਾਤ ਦੇ ਮੁੱਖ ਮੰਤਰੀ ਰਹੇ ਨੇ। ਉਹ ਮੈਨੂੰ ਮਿਲ ਪਏ ਇੱਕ ਦਿਨ ਕਿ ਸਾਡੀ ਪਾਰਟੀ ਜੁਆਇਨ ਕਰੋਗੇ? ਮੈਂ ਕਿਹਾ ਜੀ ਨਹੀਂ ਕਰੂੰਗਾ। ਤੁਸੀਂ ਪੰਜਾਬ ਲਈ ਕੁਝ ਕਰੋ ਤੇ ਸਹੀ, ਸਾਡਾ ਬਾਰਡਰ ਖੁੱਲਣ ਵਾਲਾ ਯਾਰ, ਖੋਲੋ ਤੁਸੀਂ। ਪੰਜਾਬ 'ਚ ਆਪਾਂ ਦੇ ਕੁਛ ਨਹੀਂ ਰਹੇ, ਸਿਰਫ ਸਾਨੂੰ ਇਮੋਸ਼ਨਲ ਤੌਰ ਦੇ ਉੱਤੇ ਜਿਹੜਾ ਨਾਲ ਜੋੜਿਆ ਜਾ ਰਿਹਾ। ਕਦੀ ਪੱਗ ਬੰਨ੍ਹ ਕੇ ਗੁਰਦੁਆਰੇ ਮੱਥਾ ਟੇਕ ਆਉਂਦੇ ਨੇ ਪ੍ਰਧਾਨ ਮੰਤਰੀ ਸਾਹਿਬ। ਮਤਲਬ ਤੁਸੀਂ ਫੋਕਸ ਤੇ ਕਰੋ ਨਾ, ਪੰਜਾਬ ਨੂੰ ਦੇਣਾ ਕੀ ਚਾਹੁੰਦੇ ਹੋ, ਤੁਸੀਂ ਕਰਨਾ ਕੀ ਚਾਹੁੰਦੇ ਹੋ। ਔਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਰੂਪਾਨੀ ਸਾਹਿਬ ਤੁਹਾਡੀ ਸਰਕਾਰ ਆ ਜਾਣੀ ਹੈ ਪੰਜਾਬ ਦੇ ਵਿੱਚ। ਉਹਨਾਂ ਇੱਕਦਮ ਸ਼ੌਕਡ ਹੋ ਗਏ, ਕਹਿੰਦੇ ਯਾਰ ਤੁਸੀਂ ਪਹਿਲੇ ਬੰਦੇ ਹੋ ਜਿਹੜੇ ਕਹਿ ਰਹੇ ਹੋ ਆਪ ਪਹਿਲੇ ਆਦਮੀ ਹੋ ਕਿ ਪੰਜਾਬ। ਮੈਂ ਕਿਹਾ ਮੈਂ ਤੁਹਾਨੂੰ ਟਾਈਮ ਨਹੀਂ ਦੱਸਿਆ, ਤੁਹਾਡੀ ਸਰਕਾਰ ਆਉਣੀ ਹੈ 2042 'ਚ। ਉਹ ਮੈਨੂੰ ਕਹਿੰਦੇ ਇਹ ਤਾਂ ਬਹੁਤ ਲੰਮਾ ਹੈ। ਉਦੋਂ ਹਿੰਦੀ 'ਚ ਗੱਲ ਕੀਤੀ ਜੀ ਉਹਨਾਂ ਨਾਲ, ਬਹੁਤ ਲੰਬਾ ਸਮਾਂ ਹੈ। ਮੈਂ ਕਿਹਾ ਜੀ ਬਹੁਤ ਲੰਬਾ, ਪਰ ਮੈਂ ਜੋ ਇਹਦੇ ਉੱਤੇ ਕਰ ਰਿਹਾ, ਜੋ ਮੈਨੂੰ ਲੱਗ ਰਿਹਾ ਕਿ ਤੁਹਾਡੀ ਸਰਕਾਰ ਉਦੋਂ ਹੀ ਆਏਗੀ 2042 'ਚ। ਕਹਿੰਦੇ ਜੀ ਉਹ ਕਿੱਦਾਂ? ਮੈਂ ਕਿਹਾ ਜੀ ਸਾਡੇ ਪੰਜਾਬੀਆਂ ਦਾ ਇੱਕ ਲਾਡਲਾ ਬੱਚਾ ਹੈ, ਸਾਡੇ ਕੋਲ ਇੱਥੇ ਕੰਮ ਨਹੀਂ ਹੈ, ਸਾਡੇ ਇੱਥੇ ਕੋਈ ਮਤਲਬ ਹਿਊਮਨ ਰਾਈਟ ਨਹੀਂ ਹੈ ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਦਿਓ। ਪਹਿਲਾਂ ਬੱਚੇ ਇੱਥੇ ਆਉਂਦੇ ਸੀਗੇ
ਜਿਨ੍ਹਾਂ ਕੋਲ ਮਤਲਬ ਕੋਈ ਕਾਰੋਬਾਰ ਦੀ ਕਮੀ ਹੁੰਦੀ ਸੀ। ਹੁਣ ਮੈਂ ਦੇਖ ਰਿਹਾ ਪੰਜਾਬ ਦੇ ਵਿੱਚ ਉਹ ਲੋਕ ਵੀ ਆ ਰਹੇ ਨੇ ਜਿਨ੍ਹਾਂ ਦਾ ਹਜ਼ਾਰ ਕਰੋੜ ਦੀ ਟਰਨਓਵਰ ਹੈ। ਉਹਨਾਂ ਨੂੰ ਉੱਥੋਂ ਦਾ ਸਿਸਟਮ ਠੀਕ ਨਹੀਂ ਲੱਗਦਾ ਕਿ ਨਿੱਕੇ ਨਿੱਕੇ ਕੰਮਾਂ ਲਈ ਧੱਕੇ ਖਾਓ। ਅੱਜ ਸੋਸ਼ਲ ਮੀਡੀਆ ਤੇ ਹਰ ਚੀਜ਼ ਬੱਚਾ ਕੰਪੈਰੀਜ਼ਨ ਕਰਦਾ ਹੈ, ਜਦੋਂ ਕੈਨੇਡਾ ਦੇ ਨਾਲ ਅਮਰੀਕਾ ਦੇ ਨਾਲ, ਤੇ ਉਹ ਤਰਜੀਹ ਦਿੰਦਾ ਕਿ ਮੈਂ ਇੱਥੇ ਚਲਾ ਜਾਵਾਂ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ 2042 ਤੱਕ ਪੰਜਾਬ ਦਾ ਕੱਲਾ ਬੱਚਾ ਉਹ ਬਾਹਰ ਜਾ ਰਿਹਾ। ਸਾਡੇ ਆ ਰਹੇ ਨੇ ਗੁਜਰਾਤੀ, ਬਿਹਾਰ ਤੋਂ, ਯੂਪੀ ਤੋਂ, ਉਹ ਮਿਹਨਤ ਕਰਦੇ ਨੇ, ਠੀਕ ਹੈ, ਮਤਲਬ ਜੇ ਕਿਸੇ ਦੀ ਪੈਲੀ ਵੀ ਹੈ, ਕੋਈ ਕਿੱਲਾ ਲੈ ਰਿਹਾ, ਜੇ ਕੋਈ ਕੰਮ ਇਹ ਕਰ ਰਿਹਾ। 2035 ਤੱਕ ਪੰਜਾਬ 'ਚ ਪੰਜਾਬੀ ਘੱਟ ਗਿਣਤੀ ਹੋ ਜਾਣਗੇ, ਫਿਰ ਲੋਕਾਂ ਨੇ ਤੁਹਾਨੂੰ ਅਸੈਪਟ ਕਰ ਲੈਣਾ, ਫਿਰ ਤੁਹਾਡੀ ਸਰਕਾਰ ਆ ਜਾਣੀ ਹੈ। ਉਸ ਤੋਂ ਪਹਿਲਾਂ ਮੈਨੂੰ ਮਤਲਬ ਕਿਤੇ ਕੋਈ ਨਜ਼ਰ ਨਹੀਂ ਆਉਂਦਾ। ਸੋ ਉੱਥੇ ਰਹਿ ਨਹੀਂ ਪਾ ਰਹੇ। ਔਰ ਸਾਨੂੰ ਜੇ ਕੋਈ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਡੰਡੇ ਨਾਲ ਕੀਤੀ ਜਾ ਰਹੀ ਹੈ। ਜੇ ਪੰਜਾਬ ਦੇ ਵਿੱਚ ਤੁਸੀਂ ਇੱਥੇ ਸੁਣਦੇ ਹੋ ਗੈਂਗਸਟਰ ਬਹੁਤ ਨੇ, ਗੈਂਗਸਟਰ ਪੈਦਾ ਕਿੱਦਾਂ ਹੁੰਦੇ ਨੇ, ਕਦੀ ਇਹਦੇ ਉੱਤੇ ਤੇ ਆਪਾਂ ਵਿਚਾਰ ਕਰਦੇ ਹੀ ਨਹੀਂ। ਮੈਂ ਇੱਕ ਦਿਨ ਕਿਹਾ ਸੀਗਾ ਕਿ ਤੁਸੀਂ ਬੱਸਾਂ ਭਰ ਕੇ ਗੈਂਗਸਟਰ ਦਾ ਖਾਤਮਾ ਕਰ ਦਿਓ, ਇਹ ਨਹੀਂ ਖਤਮ ਹੋ ਸਕਦੇ। ਤੁਸੀਂ ਟਰੱਕ ਭਰ ਕੇ ਨਸ਼ਾ ਫੜ ਲਓ, ਤੁਸੀਂ ਖਤਮ ਨਹੀਂ ਕਰ ਸਕਦੇ। ਸਾਡੇ ਉਪਲਬਧੀ ਪਤਾ ਕੀ ਦਿਖਾਈ ਜਾਂਦੀ ਹੈ, ਦੁੱਖ ਲੱਗਦਾ ਇਸ ਚੀਜ਼ ਦਾ ਕਿ ਅੱਜ ਇੰਨੇ ਕਿਲੋ ਡਰੱਗ ਫੜ ਲਿਆ। ਉਹ ਉਪਲਬਧੀ ਨਹੀਂ ਹੈ, ਉਹ ਨਮੋਸ਼ੀ ਹੈ ਕਿ ਇੰਨੇ ਕਿਲੋ ਡਰੱਗ ਆਇਆ ਕਿਵੇਂ। ਇਹ ਨਹੀਂ ਖਤਮ ਹੋ ਸਕਦਾ, ਇਹ ਫੜਨ ਨਾਲ ਤੇ ਮਾਰਨ ਨਾਲ ਖਤਮ ਨਹੀਂ ਹੋ ਸਕਦਾ। ਜਿੰਨਾ ਚਿਰ ਬੱਚਿਆਂ ਨੂੰ ਇੱਜ਼ਤ ਮਾਣ ਵਾਲਾ ਕਾਰੋਬਾਰ ਨਹੀਂ ਮਿਲਦਾ, ਬੱਚਾ ਨਸ਼ੇ 'ਚ ਜਾਂਦਾ। ਉਦੋਂ ਜਾਂਦਾ ਜਦੋਂ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ। ਉਹ ਪੜ੍ਹ ਲਿਖ ਕੇ ਕੋਈ MA B.Ed ਕਰ ਗਿਆ, ਉਹਨੂੰ ਕੰਮ ਨਹੀਂ ਮਿਲਦਾ, ਉਹਦਾ ਧਿਆਨ ਜਿਹੜਾ ਉਦੋਂ ਸਟ੍ਰੈਸ ਵਾਲੀਆਂ ਜਦੋਂ ਗੋਲੀਆਂ ਖਾਂਦਾ, ਹੌਲੀ ਨਸ਼ੇ ਵੱਲ ਤੁਰਦਾ। ਔਰ ਜਦੋਂ ਕਿਸੇ ਬੱਚੇ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਉਹਨੂੰ ਲੱਗਦਾ ਮੇਰੀ ਮਾਂ ਮਰ ਰਹੀ ਹੈ ਬਿਮਾਰੀ ਦੇ ਨਾਲ, ਉਹਨੂੰ ਲੱਗਦਾ ਮੇਰਾ ਬਾਪ ਮਰ ਰਿਹਾ, ਮੇਰੇ ਛੋਟੇ ਭਰਾ ਦੀ ਫੀਸ ਨਹੀਂ ਜਾਂਦੀ, ਫਿਰ ਉਹ ਠੱਗੀ ਠੋਰੀ ਤੋਂ ਸ਼ੁਰੂ ਹੋ ਕੇ ਗੈਂਗਸਟਰ ਤੱਕ ਬਣਦਾ। ਇਹ ਪਿੱਛੋਂ ਜੜ ਜਿਹੜੀ ਉਹ ਖਤਮ ਕਰਨ ਦੀ ਲੋੜ ਹੈ। ਕੋਈ ਫੜ ਕੇ ਗੈਂਗਸਟਰ ਨਹੀਂ ਖਤਮ ਹੋ ਸਕਦੇ। ਜਿਵੇਂ ਤੁਸੀਂ ਇੱਕ ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਕਿਤੇ ਕੁੱਤਾ ਬੈਠਾ ਹੋਵੇ ਨਾ, ਉਹਨੂੰ ਸੋਟੀ ਮਾਰੋ, ਉਹ ਜਿਹੜੀ ਸੋਟੀ ਉਹ ਪੈਰਾਂ ਨਾਲ ਫੜ ਕੇ ਜੂਝਦਾ ਕਿ ਹਾਂ ਸੋਟੀ ਮੈਨੂੰ ਵੱਜ ਨਾ ਜਾਵੇ। ਉਹ ਸੋਟੀ ਕਿਸੇ ਸ਼ੇਰ ਨੂੰ ਮਾਰੋ, ਉਹ ਸੋਟੀ ਨਹੀਂ ਫੜਦਾ, ਉਹ ਪਿੱਛੇ ਮਾਰਨ ਵਾਲੇ ਦਾ ਕੰਮ ਖਤਮ ਕਰ ਦਿੰਦਾ। ਉਹਨੂੰ ਪਤਾ ਵੀ ਸੋਟੀ ਵੱਜ ਕਿੱਥੋਂ ਰਹੀ ਹੈ, ਸੋਟੀ ਫੜਿਆ ਨਹੀਂ ਮੇਰੀ ਜਾਨ ਛੁੱਟਣੀ। ਸੋ ਜਾਨ ਉਦੋਂ ਛੁੱਟਣੀ ਹੈ ਕਿ ਜਦੋਂ ਉਹਦੀ ਜੜ ਦੇਖੋ ਪਿੱਛੇ ਕੀ ਹੈ, ਉਹਦੇ ਪਿੱਛੇ ਦੇਖੋ ਕਿ ਖਰਾਬ ਕਿਸ ਤਰ੍ਹਾਂ ਹੋ ਰਿਹਾ, ਇਹ ਸਿਸਟਮ 'ਚ ਸੁਧਾਰ ਕਿਸ ਤਰ੍ਹਾਂ ਹੋ ਸਕਦਾ। ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਡੇ ਪੰਜਾਬ ਦੇ ਬੱਚੇ ਪੜ੍ਹਦੇ ਨੇ +2 ਤੱਕ, ਉਸ ਤੋਂ ਬਾਅਦ ਇੱਥੇ ਆ ਜਾਂਦੇ ਨੇ। ਮੈਂ ਸੁਣ ਰਿਹਾ ਸੀਗਾ, ਕੋਈ ਮਤਲਬ ਬੋਲ ਰਹੇ ਸੀਗੇ ਸਟੇਜ ਦੇ ਉੱਤੇ, ਲੈਕਚਰ ਕਰ ਰਹੇ ਸੀਗੇ, ਕੁਝ ਲੋਕ ਸ਼ਾਇਦ ਮੇਰੇ ਨਾਲ ਨਾ ਸਹਿਮਤ ਹੋਣ। ਉਹਦੇ 'ਚ ਬੋਲਦੇ ਨੇ ਕਿ ਜਦੋਂ ਤੁਸੀਂ ਟੀਚਾ ਧਾਰਦੇ ਹੋ ਨਾ, ਤੁਸੀਂ ਡਾਕਟਰ ਬਣਨਾ, ਤੁਸੀਂ ਇੰਜੀਨੀਅਰ ਬਣਨਾ, ਤੁਸੀਂ ਬਿਜ਼ਨਸਮੈਨ ਬਣਨਾ, ਤੇ ਤੁਸੀਂ ਉਹਦੇ ਵਿੱਚ ਆਪਣੇ ਆਪ ਨੂੰ ਪ੍ਰਫੁੱਲਤ ਕਰ ਸਕਦੇ ਹੋ, ਆਪਣੇ ਆਪ ਨੂੰ ਮਤਲਬ ਵਧੀਆ ਤੁਸੀਂ ਆਪਣੇ ਲਈ ਕਮਾਈ ਕਰ ਸਕਦੇ ਹੋ। ਚੰਦ ਲੋਕ ਜਿਹੜੇ ਤੁਹਾਡੇ ਨਾਲ ਜੁੜਦੇ ਨੇ, ਤੁਸੀਂ ਉਹਨਾਂ ਲਈ ਕੰਮ ਕਰ ਸਕਦੇ ਹੋ। ਹਾਂ, ਜੇ ਤੁਸੀਂ ਆਵਾਮ ਦਾ ਭਲਾ ਕਰਨਾ, ਜੇ ਤੁਸੀਂ ਕੌਮ ਦਾ ਭਲਾ ਕਰਨਾ, ਤੇ ਫਿਰ ਤੁਸੀਂ ਉਹ ਛੱਡ ਕੇ ਬਿਊਰੋਕ੍ਰੇਸੀ 'ਚ ਆਓ, ਜਿੰਨੇ ਕਾਨੂੰਨ ਬਣਾਉਣੇ ਨੇ, ਜਿੰਨੇ ਸਾਡਾ ਐਜੂਕੇਸ਼ਨ ਸਿਸਟਮ ਠੀਕ ਕਰਨਾ ਹੈ, ਜਿੰਨੇ ਸਾਡੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਨੇ, ਜਿੰਨੇ ਸਾਡੇ ਸਮਾਜ ਦੀਆਂ ਲੋੜਾਂ ਪੂਰੀਆਂ ਕਰਨੀਆਂ ਨੇ, ਉਸ ਸਿਸਟਮ ਦੇ ਵਿੱਚ ਆਉਣਾ ਪਊਗਾ। ਉਸ ਸਿਸਟਮ ਦੇ ਵਿੱਚ ਸਾਡੀ ਗਿਣਤੀ ਬਹੁਤ ਘਟ ਗਈ। ਜਿੰਨਾ ਚਿਰ ਉਹ ਸਿਸਟਮ ਦੇ ਉੱਤੇ ਸਾਡਾ ਕਬਜ਼ਾ ਨਹੀਂ ਹੋਊਗਾ, ਬਿਊਰੋਕ੍ਰੇਸੀ ਦੇ ਉੱਤੇ, ਸਾਡਾ ਕੁਝ ਵੀ ਭਲਾ ਨਹੀਂ ਹੋ ਸਕਦਾ, ਸਾਡਾ ਕੁਝ ਵੀ ਨਹੀਂ ਸੁਧਰ ਸਕਦਾ। ਅਸੀਂ ਸਿਰਫ ਰਹਿਮੋ ਕਰਮ ਦੇ ਉੱਤੇ ਰਵਾਂਗੇ। ਸੋ ਇਹਨਾਂ ਚੀਜ਼ਾਂ ਲਈ ਤੁਹਾਨੂੰ ਵੀ ਉਹਦੇ ਉੱਤੇ ਫੋਕਸ ਕਰਨਾ ਪਊਗਾ। ਤੁਹਾਨੂੰ ਵੀ ਇਹ ਜਿਹੜੇ ਇਹ ਸੈਂਟਰ ਨੇ, ਕੋਚਿੰਗ ਸੈਂਟਰ, ਉਹਨਾਂ ਲਈ ਉਪਰਾਲਾ ਜਿਹੜਾ ਕਰਨਾ ਪਊਗਾ। ਫੇਰ ਹੀ ਜਿਹੜਾ ਮਤਲਬ ਖਾਸ ਕਰਕੇ ਬੱਚੀਆਂ ਦੀ ਪੜ੍ਹਾਈ ਦੇ ਉੱਤੇ ਤੁਹਾਨੂੰ ਜਿਹੜਾ ਫੋਕਸ ਕਰਨਾ ਪਊਗਾ। ਜੇ ਮੈਂ ਪੜ੍ਹੂੰਗਾ ਤੇ ਮੈਂ ਤੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਦਾ। ਕਹਿੰਦੇ ਆ ਨਾ, ਜਦੋਂ ਲੜਕੀ ਪੜ੍ਹਦੀ ਹੈ, ਉਹ ਇੱਕ ਤੇ ਆਪਣੇ ਪਿਛਲੇ ਜਿੱਥੇ ਉਹ ਰਹਿ ਕੇ ਆਉਂਦੀ ਆ ਪੇਕੇ ਪਰਿਵਾਰ ਦਾ ਵੀ ਭਲਾ ਕਰਦੀ, ਔਰ ਅਗਲੇ ਪਾਸੇ ਜਾ ਕੇ ਸਹੁਰੇ ਪਰਿਵਾਰ ਦੇ ਵਿੱਚ ਵੀ ਬੱਚਿਆਂ ਨੂੰ ਪੜ੍ਹਾ ਸਕਦੀ ਹੈ, ਸਿੱਖਿਆ ਦੇ ਸਕਦੀ ਹੈ। ਸੋ ਜਿਹੜੇ ਚੀਜ਼ ਦੇ ਨਾਲ, ਜਿਹੜੇ ਕੰਮਾਂ ਦੇ ਨਾਲ ਸਾਡਾ ਫਾਇਦਾ ਹੋ ਸਕਦਾ ਸਮਾਜ ਦਾ, ਸਾਨੂੰ ਉਹਦੇ ਉੱਤੇ ਗੌਰ ਕਰਨਾ ਚਾਹੀਦਾ। ਔਰ ਫੋਕੀਆਂ ਗੱਲਾਂ ਦੇ ਉੱਤੇ, ਇੱਥੇ ਮੈਂ ਪੁੱਛ ਰਿਹਾ ਸੀਗਾ ਕਿ ਕੈਨੇਡਾ ਦੇ ਵਿੱਚ ਜਦੋਂ ਬੱਚੇ ਸਕੂਲ 'ਚ ਜਾਂਦੇ ਨੇ, ਤੇ ਮੈਨੂੰ ਕਿਸੇ ਨੇ ਦੱਸਿਆ ਕਿ ਉਹਨਾਂ ਲਈ ਸਕੂਲ ਡਰੈਸ ਜ਼ਰੂਰੀ ਨਹੀਂ ਹੈਗੀ। ਸੋ ਐਜੂਕੇਸ਼ਨ ਜ਼ਰੂਰੀ ਹੈ ਇਸ ਡਰੈਸ ਨਾਲੋਂ। ਔਰ ਦੁੱਖ ਮੈਨੂੰ ਪਤਾ ਕੀ ਹੈ, ਮੈਂ ਪਿੱਛੇ ਜੇ ਇੱਕ ਕੇਸ ਫੜਿਆ ਸੀਗਾ ਕਿ ਸਾਡੇ ਇੱਥੇ ਬੱਚਿਆਂ ਨੂੰ ਬੜਾ ਮਤਲਬ ਫੁੱਲਾਂ ਵਾਂਗੂ ਲਿਆ ਜਾਂਦਾ। ਸਾਡੇ ਉੱਥੇ ਤੇ ਬੱਚਿਆਂ ਦੀਆਂ ਵਰਦੀਆਂ 'ਚ ਵੀ ਕਈ ਲੋਕ ਇਹੋ ਜਿਹੇ ਨੇ ਜਿਹੜੇ ਉਹਦੇ 'ਚ ਪੈਸੇ ਖਾ ਜਾਂਦੇ ਨੇ, ਮਿਡ ਡੇ ਮੀਲ ਦੇ ਵਿੱਚ ਪੈਸੇ ਖਾ ਜਾਂਦੇ ਨੇ। ਸੋ ਇਹ ਸਿਸਟਮ ਜਿਹੜਾ ਸਹੀ ਕਰਨ ਦੀ ਲੋੜ ਹੈ। ਔਰ
ਤੁਸੀਂ ਜਦੋਂ ਸਰ ਉੱਥੇ ਪ੍ਰਿੰਸੀਪਲ ਸੀਗੇ ਉਸ ਤੋਂ ਪਹਿਲਾਂ 5-10 ਸਾਲ ਪਹਿਲਾਂ ਤੱਕ ਐਜੂਕੇਸ਼ਨ ਦਾ ਮਿਆਰ ਜਿਹੜਾ ਉਹ ਬਹੁਤ ਉੱਚਾ ਰਿਹਾ, ਤੁਹਾਡੇ ਵੇਲੇ ਤੱਕ ਵੀ ਉੱਚਾ ਰਿਹਾ। ਇਹ ਡਾਊਨ ਕਿਸ ਤਰ੍ਹਾਂ ਕੀਤਾ ਗਿਆ, ਇਹਨੂੰ ਮਾਫੀਆ ਨੇ ਕਿਵੇਂ ਘੇਰਿਆ? ਮੈਂ ਛੋਟਾ ਸੀਗਾ ਔਰ ਮੈਨੂੰ ਪਤਾ ਕਿ ਜੇ ਮੈਂ ਬਿਮਾਰ ਹੋਣਾ ਤੇ ਡਿਸਪੈਂਸਰੀ ਸਾਡੇ ਘਰ ਦੇ ਲਾਗੇ ਹੁੰਦੀ ਸੀ ਸਰਕਾਰੀ, ਉੱਥੋਂ ਸਾਡਾ ਜਿਹੜਾ ਇਲਾਜ ਚੱਲਦਾ ਸੀਗਾ, ਮਤਲਬ ਉੱਥੋਂ ਦਵਾਈ ਲੈ ਕੇ ਆ ਜਾਣੀ। ਸਰਕਾਰੀ ਸਕੂਲ ਦਾ ਮੈਂ ਪੜ੍ਹਿਆ, ਮੈਂ ਵੀ ਸਰਕਾਰੀ ਸਕੂਲ 'ਚ ਪੜ੍ਹਿਆ। ਔਰ ਜਦੋਂ ਇਹ ਐਜੂਕੇਸ਼ਨ ਦੇ ਉੱਤੇ ਪੋਲੀਟੀਸ਼ੀਅਨ ਜਿਹੜਾ ਪੋਲੀਟੀਕਲ ਮਾਫੀਆ, ਪੋਲੀਟੀਕਲ ਟੈਰਰਿਜ਼ਮ ਹੈ ਜਿਹੜਾ, ਉਹਨੇ ਜਦੋਂ ਕਬਜ਼ਾ ਕੀਤਾ, ਜਿਹੜੇ ਸਰਕਾਰੀ ਸਕੂਲ ਸੀਗੇ ਉਹਨਾਂ ਦਾ ਮਿਆਰ ਸੁੱਟਣਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਇਮਾਰਤਾਂ ਖੰਡਰ ਹੋ ਗਈਆਂ। ਜਦੋਂ ਮੈਡੀਕਲ ਸਿਸਟਮ ਦੇ ਉੱਤੇ ਕਬਜ਼ਾ ਕਰਨਾ ਸੀਗਾ, ਉਹਨਾਂ ਦਾ ਮਿਆਰ ਜਿਹੜਾ ਡੇਗਣਾ ਸ਼ੁਰੂ ਕਰ ਦਿੱਤਾ, ਉਹ ਖੰਡਰ ਬਣਨੇ ਸ਼ੁਰੂ ਹੋ ਗਏ, ਉੱਥੇ ਡਾਕਟਰਾਂ ਦੀ ਕਮੀ ਸ਼ੁਰੂ ਹੋ ਗਈ। ਤੇ ਜਿਸ ਬੱਚੇ ਨੇ ਆਪਣੇ ਬਾਪ ਨੂੰ ਬਚਾਉਣਾ, ਆਪਣੀ ਮਾਂ ਨੂੰ ਬਚਾਉਣਾ, ਫਿਰ ਉਹ ਪ੍ਰਾਈਵੇਟ ਹਸਪਤਾਲਾਂ ਵੱਲ ਰੁੱਖ ਕਰਦਾ ਸੀਗਾ। ਔਰ ਉੱਥੇ ਲੁੱਟ ਖਸੁੱਟ ਜਿਹੜੀ ਹੈਗੀ ਸੀ ਉਹ ਕਿੰਨੀ ਕੀਤੀ ਜਾਂਦੀ ਉਹ ਸਭ ਨੂੰ ਪਤਾ। ਪ੍ਰਾਈਵੇਟ ਸਕੂਲਾਂ 'ਚ ਕਿੰਨੀ ਲੁੱਟ ਖਸੁੱਟ ਕੀਤੀ ਜਾਂਦੀ ਉਹ ਸਭ ਨੂੰ ਪਤਾ। ਇਸ ਤਰੀਕੇ ਨੂੰ ਸਾਜ਼ਿਸ਼ ਦੇ ਨਾਲ ਘੇਰਿਆ ਗਿਆ ਔਰ ਸਾਜ਼ਿਸ਼ ਦੇ ਨਾਲ ਜਿਹੜਾ ਮਾਰਿਆ ਗਿਆ। ਔਰ ਮੈਂ ਹੁਣੇ ਇਹਨਾਂ ਨੂੰ ਦੱਸ ਰਿਹਾ ਸੀਗਾ ਕਿ ਇੱਥੇ ਬੱਚੇ ਜਦੋਂ ਚੈਨਲ ਤੇ ਮੇਰੀ ਇੰਟਰਵਿਊ ਕਰ ਰਹੇ ਸੀਗੇ ਕਿ ਬੱਚੇ ਕਿਸੇ ਦਾ ਵੀ ਆਪਣਾ ਦੇਸ਼, ਆਪਣਾ ਸੂਬਾ, ਆਪਣਾ ਸ਼ਹਿਰ ਛੱਡਣ ਨੂੰ ਜੀ ਨਹੀਂ ਕਰਦਾ, 20 ਮਜਬੂਰੀਆਂ ਬਣਦੀਆਂ ਨੇ। ਕਿਸੇ ਨੂੰ ਉੱਥੇ ਸਿਸਟਮ ਠੀਕ ਨਹੀਂ ਲੱਗਦਾ, ਕਿਸੇ ਦੇ ਘਰ ਰੋਜੀ ਜਿਹੜੀ ਰੋਟੀ ਹੈ ਉਹ ਨਹੀਂ ਚੱਲਦੀ। ਜਿਹੜਾ ਬੱਚਾ ਜਿੰਨਾ ਪੜ੍ਹਿਆ ਲਿਖਿਆ ਹੋਵੇ ਉਸ ਲੈਵਲ ਦਾ ਉਹਨੂੰ ਕੰਮ ਨਹੀਂ ਮਿਲਦਾ, ਤੇ ਜਦੋਂ ਉਸ ਲੈਵਲ ਦਾ ਉਹਨੂੰ ਕੰਮ ਨਹੀਂ ਮਿਲਦਾ ਤੇ ਉਹ ਮਜ਼ਦੂਰੀ ਹੁੰਦੀ ਹੈ। ਕੋਈ ਕਾਬਲੀਅਤ ਦੇ ਅਨੁਸਾਰ ਜਦੋਂ ਕੰਮ ਨਾ ਮਿਲੇ ਉਹ ਲੇਬਰ ਲੱਗਦੀ ਉਹਨੂੰ ਕਰਨੀ। ਔਰ ਬੱਚਿਆਂ ਨੇ ਇੱਥੇ ਰੁੱਖ ਕਰ ਲਿਆ। ਔਰ ਮੈਂ 10-15 ਦਿਨ ਤੋਂ ਇੱਥੇ ਦੇਖ ਰਿਹਾ ਕਿ ਬੱਚਿਆਂ ਦੇ ਹਾਲਾਤ ਵੀ ਕੀ ਨੇ, ਉਹ ਜੂਝਦੇ ਵੀ ਕਿਵੇਂ ਨੇ, ਕਿਵੇਂ ਉਹ ਬੇਸਮੈਂਟ ਦੇ ਵਿੱਚ ਰਹਿੰਦੇ ਨੇ, ਕਿੱਥੇ ਉਹਨਾਂ ਆਪਣੀ ਪੜ੍ਹਾਈ ਦਾ ਖਰਚਾ ਵੀ ਕੱਢਣਾ ਔਰ ਕਿੱਥੇ ਉਹਨਾਂ ਆਪਣੇ ਮਾਂ-ਬਾਪ ਨੂੰ ਵੀ ਦੱਸਣਾ ਕਿ ਅਸੀਂ ਬੜੇ ਖੁਸ਼ ਹਾਂ। ਮਤਲਬ ਇੱਥੇ ਨਾ ਖੁਸ਼ ਹੋ ਕੇ ਵੀ ਮਜਬੂਰੀ ਦੇ ਵਿੱਚ ਵੀ ਦੱਸਣਾ ਪੈਂਦਾ, ਆਪਣੀ ਕਿਰਾਇਆ ਵੀ ਕੱਢਣਾ, ਆਪਣੀ ਰੋਟੀ ਵੀ ਚਲਾਉਣੀ ਹੈ। ਕਿੰਨਾ ਹਾਲਾਤਾਂ ਦੇ ਵਿੱਚ ਜਦੋਂ ਮੈਂ ਆਇਆ ਸੀਗਾ ਇੱਥੇ ਤੇ ਮੈਨੂੰ ਲੱਗਾ ਕਿ ਲੋਕ ਬੜੀ ਮौज ਕਰਦੇ ਹੋਣਗੇ, ਪਰ ਮੈਂ ਇੱਥੇ ਦੇਖਿਆ ਕਿ ਤੁਹਾਨੂੰ ਜੂਝਣਾ ਪੈਂਦਾ ਹੈ। ਤੁਹਾਨੂੰ ਮਤਲਬ ਕਮਾਉਣ ਲਈ, ਖਾਣ ਲਈ ਤੁਹਾਨੂੰ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ, ਬਹੁਤ ਸਾਰਾ ਤੁਹਾਨੂੰ ਮਤਲਬ ਆਪਣੀ ਜ਼ਿੰਦਗੀ ਦਾ ਟਾਈਮ ਦੇਣਾ ਪੈਂਦਾ, ਤੁਹਾਨੂੰ ਪੂਰੇ ਡਿਸਿਪਲਿਨ ਨਾਲ ਕੰਮ ਕਰਨਾ ਪੈਂਦਾ। ਔਰ ਜਿਹੜੀ ਬੱਚਿਆਂ ਦੀ ਹਾਲਤ ਹੈ, ਮਤਲਬ ਮੈਂ ਦੇਖੀ ਆ, ਉਹਦੇ ਉੱਤੇ ਮੈਂ 4 ਲਾਈਨਾਂ ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖੀਆਂ ਨੇ ਕਿ ਬੱਚੇ ਇੱਥੇ ਚਾਹੇ ਜਿੰਨੀ ਮਰਜ਼ੀ ਮਜਬੂਰੀ 'ਚ ਹੋਣ, ਕਿ ਉਹਨਾਂ ਦੇ ਹਾਲ ਦੇਖੋ। ਜਦੋਂ ਘਰੋਂ ਫੋਨ ਆਉਂਦਾ ਹੈ ਨਾ ਤੇ ਉੱਥੇ ਉਹ ਦੱਸਦੇ ਨੇ ਕਿ ਬਹੁਤ ਵਧੀਆ, ਮੈਂ ਪਾਪਾ ਠੀਕ ਆ, ਮੰਮਾ ਠੀਕ ਆ, ਮੈਂ ਬਹੁਤ ਵਧੀਆ, ਇੱਥੇ ਉੱਥੋਂ ਨੂੰ ਬਹੁਤ ਫਰਕ ਹੈ। ਉਹ ਕਹਿੰਦਾ कि हिजरतों का ज़माना भी क्या ज़माना है, हिजरतों का ज़माना भी क्या ज़माना है, उन्हीं से दूर हैं जिनके लिए कमाना है। खुशी ये है कि मेरे घर से फ़ोन आया है, सितम ये है कि खैरियत बताना है। मतलब और ਅੱਜ ਤੁਸੀਂ ਇੱਥੇ ਜੋ ਕਰਦੇ ਹੋ, ਮੈਨੂੰ ਜੋ ਇੱਥੋਂ ਖੁਸ਼ਬੂ ਆਈ ਕਿ ਚੱਠਾ ਸਾਹਿਬ ਬੋਲ ਰਹੇ ਸੀ, ਪ੍ਰਿੰਸੀਪਲ ਸਾਹਿਬ ਨੇ ਬੋਲਿਆ, ਭੁੱਲਰ ਸਾਹਿਬ ਨੇ ਬੋਲਿਆ, ਜਿਹੜੇ ਲੋਕ ਵੀ ਇੱਥੇ ਮੈਮ ਉੱਥੋਂ ਬੋਲ ਕੇ ਗਏ ਕਿ ਛਲ ਫਰੇਬ ਨਹੀਂ ਹੈ ਯਾਰ। ਮਤਲਬ ਜੋ ਤੁਹਾਡੀ ਸੋਚ ਹੈ, ਜੋ ਤੁਹਾਡੀ ਨੀਤ ਹੈ, ਤੁਸੀਂ ਉਹ ਕਰਨਾ ਚਾਹੁੰਦੇ ਹੋ। ਇੱਥੋਂ ਦੇ ਲੋਕ ਵੀ ਇਸ ਤਰੀਕੇ ਕਰਦੇ ਨੇ। ਪਰ ਜਦੋਂ ਤੁਸੀਂ ਸਾਡੇ ਦੇਸ਼ 'ਚ ਦੇਖੋ ਨਾ, ਸਾਡੀ ਸਟੇਟ ਦੇ ਵਿੱਚ ਦੇਖੋ, ਮੇਰਾ ਲੈਕਚਰ ਸਟੇਜ ਦੇ ਉੱਤੇ ਹੋਰ ਹੋਊਗਾ ਤੇ ਆਮ ਜਦੋਂ ਮੈਂ ਵਿਚਰਨਾ ਹੈ ਤੇ ਮੈਂ ਇੱਕਦਮ ਹੀ ਬਦਲ ਜਾਂਦਾ। ਮਤਲਬ ਜੋ ਤੁਸੀਂ ਕਹਿੰਦੇ ਹੋ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ, ਉਹਦੇ ਉੱਤੇ ਕੰਮ ਕਰਨਾ ਚਾਹੀਦਾ। ਸਟੇਜ ਤੋਂ ਬੜੇ ਲੱਛੇਦਾਰ ਭਾਸ਼ਣ ਦਿੱਤੇ ਜਾਂਦੇ ਨੇ ਲੋਕਾਂ ਨੂੰ ਲੁਭਾਵਣੇ, ਔਰ ਉਸ ਤੋਂ ਬਾਅਦ ਉਹਦੇ ਉੱਤੇ ਫੋਕਸ ਨਹੀਂ ਕੀਤਾ ਜਾਂਦਾ, ਉਹਦੇ ਉੱਤੇ ਕੰਮ ਨਹੀਂ ਕੀਤਾ ਜਾਂਦਾ। ਉਹ ਸਿਰਫ ਸੁਣਨ ਦੇ ਵਿੱਚ ਸਾਨੂੰ ਚੰਗੇ ਲੱਗਦੇ ਨੇ। ਜਿਵੇਂ ਉਹ ਕਹਿੰਦੇ ਆ ਨਾ ਵੀ ਲੈਕਚਰ ਤੇ ਦਿੰਦੇ ਆ ਵੀ ਬਾਲ ਮਜ਼ਦੂਰੀ ਨਹੀਂ ਹੋਣੀ ਚਾਹੀਦੀ, ਤੇ ਸ਼ਾਮਾਂ ਨੂੰ ਕਿਸੇ ਦੁਕਾਨ ਤੇ ਬੈਠੇ ਹੋਣਗੇ, ਛੋਟੂ 2 ਚਾਏ ਲਾਣਾ। ਮਤਲਬ ਇਸ ਤਰੀਕੇ ਕਹਿਣੀ ਤੇ ਕਥਨੀ ਦੇ ਵਿੱਚ ਕਿੰਨਾ ਫਰਕ ਹੈ, ਉਹਨੂੰ ਦੂਰ ਕਰਨ ਦੀ ਲੋੜ ਹੈ। ਇੱਥੇ ਦੱਸਿਆ ਜਾਂਦਾ ਕਿ ਮੈਂ ਆਪਣੇ ਦੇਸ਼ ਦੀ ਸੇਵਾ ਕਰਨੀ ਹੈ। ਲੈਕਚਰ ਦੇ ਵਿੱਚ ਸਮਾਜ ਨੂੰ ਬੜਾ ਮਤਲਬ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਦੋਂ ਤੁਹਾਡੇ ਕੋਲ ਤਾਕਤ ਆਉਂਦੀ ਹੈ ਉਦੋਂ ਤੁਸੀਂ ਸਾਰਾ ਕੁਝ ਹੀ ਭੁੱਲ ਜਾਂਦੇ ਹੋ ਕਿ फुर्सत तो मुझे भी थी देश के लिए, फुर्सत तो मुझे भी थी देश के लिए, जब पेट भर गया तो मुझे नींद आ गई। ਮਤਲਬ ਗੱਲਾਂ ਤੇ ਆਪਾਂ ਬੜੀਆਂ ਕਰਦੇ ਆ, ਜਦੋਂ ਅਸੀਂ ਉਸ ਟੀਚੇ ਤੇ ਪਹੁੰਚ ਜਾਂਦੇ ਆ ਤੇ ਫਿਰ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਇੱਕ ਚੀਜ਼ ਜਿਹੜੀ ਪੰਜਾਬ 'ਚ ਲੜਾਈ ਚੱਲਦੀ ਆ ਜੀ, ਅਸੀਂ ਕੀ ਕਰਦੇ ਆ, ਅਸੀਂ ਲੜਨਾ ਅਗਰੈਸਿਵ ਹੋ ਕੇ ਸ਼ੁਰੂ ਕਰ ਦਿੱਤਾ। ਮੈਂ ਹਰ ਥਾਂ ਦੇ ਉੱਤੇ ਇੱਕ ਗੱਲ ਕਹਿਣਾ ਕਿ ਤੁਸੀਂ ਟੀਚਾ ਦੇਖੋ। ਇੱਕ ਮਤਲਬ RSS ਬੜੀ ਵੱਡੀ ਸੰਸਥਾ ਹੈ,
70 ਸਾਲ ਤੋਂ ਕੰਮ ਕਰ ਰਹੀ ਹੈ ਭਾਰਤ ਦੇ ਵਿੱਚ। ਅੱਜ ਮੈਂ ਚੈਲੰਜ ਨਾ ਕਹਿਣਾ ਕਿ ਦੇਸ਼ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਵੀ ਸਰਕਾਰ ਕਿਸੇ ਦੀ ਵੀ ਹੋਵੇ, ਚਾਹੇ ਉਹ ਕਮਿਊਨਿਸਟ ਦੀ ਹੋਵੇ, ਚਾਹੇ ਉਹ ਆਮ ਆਦਮੀ ਦੀ ਹੋਵੇ, ਚਾਹੇ ਉਹ ਅਕਾਲੀ ਦਲ ਦੀ ਹੋਵੇ, ਚਾਹੇ ਕਿਸੇ ਦੀ ਵੀ ਹੋਵੇ, ਇਨਡਾਇਰੈਕਟਲੀ ਕਬਜ਼ਾ ਜਿਹੜਾ ਉਹਦੇ ਉੱਤੇ ਆਰਐਸਐਸ ਦਾ, ਉਹ ਕਿਵੇਂ ਹੋਇਆ ਕਿ ਉਹਨਾਂ ਨੇ ਇੱਕ ਮਿਸ਼ਨ ਲੈ ਕੇ ਚੱਲੇ। ਉਹਨਾਂ ਨੇ ਐਜੂਕੇਸ਼ਨ ਸੈਂਟਰ ਖੋਲ੍ਹੇ, ਬਹੁਤ ਸਾਰੇ ਆਈਏਐਸ, ਬਹੁਤ ਸਾਰੇ ਆਈਪੀਐਸ ਅਫਸਰ, ਬਹੁ ਗਿਣਤੀ ਦੇ ਵਿੱਚ ਉਹਨਾਂ ਨਾਲ ਸੰਬੰਧਿਤ ਲੋਕ ਨੇ। ਅੱਜ ਤੁਸੀਂ ਕਿਸੇ ਵੀ ਮਹਿਕਮੇ ਜਾਓ, ਸਰਕਾਰ ਚਾਹੇ ਪੰਜਾਬ 'ਚ ਕੋਈ ਚਲਾ ਰਿਹਾ ਹੋਵੇ, ਜਿਹੜੇ ਅਫਸਰ ਨੇ ਉਹ ਉਹਨਾਂ ਦੀ ਸੋਚ ਵਾਲੇ ਨੇ। ਉਹਨਾਂ ਪੂਰਨ ਤੌਰ ਦੇ ਉੱਤੇ ਦੇਸ਼ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਹੋਇਆ। ਮੈਂ ਕਿ ਉਹਨੂੰ ਇਹ ਨਹੀਂ ਕਹਿੰਦਾ ਗੁਨਾਹ, ਮੈਂ ਕੋ ਨਫ਼ਰਤ ਦੀ ਭਾਵਨਾ ਨਾਲ ਨਹੀਂ ਕਹਿ ਰਿਹਾ, ਮੈਂ ਉਹਨਾਂ ਦੀ ਮਿਹਨਤ ਦੀ ਤਾਰੀਫ ਕਰਦਾ। ਤੇ ਅਸੀਂ ਲੋਕ ਜਦੋਂ ਉਹਦੇ ਨਾਲ ਲੜਨਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਨਾ, ਉਸ ਵਿਚਾਰਧਾਰਾ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ, ਤੇ ਅਸੀਂ ਫੜ ਲੈਂਦੇ ਆ ਬੰਦੂਕਾਂ, ਅਸੀਂ ਫੜ ਲੈਂਦੇ ਆ ਕਿਰਪਾਨਾਂ। ਉਹਦੇ ਨਾਲ ਉਹਨੂੰ ਫਾਈਟ ਨਹੀਂ ਕੀਤੀ ਜਾ ਸਕਦੀ। ਇਹ ਐਜੂਕੇਸ਼ਨ ਦੇ ਨਾਲ ਹੀ ਫਾਈਟ ਕੀਤੀ ਜਾ ਸਕਦੀ ਹੈ। ਆਪਣੀ ਪਨੀਰੀ ਤਿਆਰ ਕਰਕੇ, ਆਪਣੇ ਬੱਚੇ ਉਹਨਾਂ ਪੋਸਟਾਂ ਤੇ ਬਿਠਾ ਕੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕਦੇ ਹੋ। ਕਿਰਪਾਨਾਂ ਬੰਦੂਕਾਂ ਦੇ ਨਾਲ ਤੁਸੀਂ ਕਿਸੇ ਨਾਲ ਵੀ ਨਹੀਂ ਲੜ ਸਕਦੇ। ਬਹੁਤ ਜ਼ਿਆਦਾ ਨੁਕਸਾਨ ਜਿਨ੍ਹਾਂ ਲੋਕਾਂ ਨੇ ਸਾਡੀ ਮਤਲਬ ਸਾਡੇ ਲਈ ਸੋਚਣਾ ਸੀਗਾ, ਜਿਨ੍ਹਾਂ ਸੰਸਥਾਵਾਂ ਨੇ, ਉਹਨਾਂ ਨੇ ਕੁਝ ਨਹੀਂ ਕੀਤਾ 10-15 ਸਾਲ ਤੋਂ। ਤੁਸੀਂ ਇੱਥੇ ਬੈਠੇ ਦਰਦ ਰੱਖਦੇ ਹੋ, ਉੱਥੇ ਕੁਝ ਨਹੀਂ ਕੀਤਾ ਗਿਆ। ਬਹੁਤ ਵੱਡਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਹੋ ਚੁੱਕਿਆ, ਔਰ ਬਹੁਤ ਸਾਰਾ ਜਿਹੜਾ ਦੁੱਖ ਦਰਦ ਹੈ ਉਹ ਪੰਜਾਬ ਝੱਲਦਾ ਹੈ। ਕਹਿੰਦੇ ਨਾ ਪੰਜਾਬ ਦੇ ਹਾਲਾਤ ਕੀ ਹੈ कि कमरे में है बिखरा हुआ कुछ सामान वगैरह, कमरे में है बिखरा हुआ कुछ सामान वगैरह, खत ख्वाब किताबें गुलो गुलदान वगैरह। इश्क के मुर्शद से, इथे इश्क है मैं कह देना, सियासत के मुर्शद से जरा खौफ जदा हूँ मैं, झेले हैं बहुत दुख दर्द नुकसान वगैरह। जिन्हां लोगों ने साडे रहबर बने सीगे, जिन्हां ने साडे लिए कुछ करना सीगा, ਅੱਜ ਪੰਜਾਬ ਉਹ ਉਡੀਕ ਰਿਹਾ, ਉਹਨਾਂ ਕੁਛ ਕੀਤਾ ਨਹੀਂ। ਔਰ ਤੁਹਾਡੇ ਲੋਕਾਂ ਤੋਂ ਇਹ ਆਸ ਲੱਗਦੀ ਹੈ, ਜਿਸ ਤਰੀਕੇ ਤੁਸੀਂ ਵਿਰਸਾ ਸੰਭਾਲ ਕੇ ਰੱਖਿਆ, ਜਿਸ ਤਰੀਕੇ ਤੁਸੀਂ ਅੱਜ ਵੀ ਪੰਜਾਬ ਤੇ ਪੰਜਾਬੀਅਤ ਦਾ ਦਰਦ ਰੱਖਦੇ ਹੋ, ਮੇਰੇ ਕੋਲ ਸ਼ਬਦ ਨਹੀਂ, ਮੈਂ ਕਿੰਨਾ ਸ਼ਬਦਾਂ ਦੇ ਨਾਲ ਤੁਹਾਡਾ ਸ਼ੁਕਰਾਨਾ ਕਰਾਂ। ਔਰ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿ ਜਿਵੇਂ ਸਾਰੇ ਹੀ ਸਾਹਿਬ ਹਸੀਅਤ ਲੋਕ ਹੋ, ਤੁਸੀਂ ਬਹੁਤ ਬਹੁਤ ਵੱਡੀਆਂ ਪੋਸਟਾਂ ਦੇ ਉੱਤੇ ਕੰਮ ਕੀਤਾ। ਜਿਵੇਂ ਪ੍ਰਿੰਸੀਪਲ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਇਹ ਟਾਈਮ ਜਿਹੜਾ ਬੜਾ ਤੁਸੀਂ ਮੌਜ ਦੇ ਨਾਲ, ਬੜੀ ਤੁਸੀਂ ਆਰਾਮ ਪ੍ਰਸਤੀ ਦੇ ਨਾਲ ਤੁਸੀਂ ਕੱਢ ਸਕਦੇ ਹੋ, ਪਰ ਨਹੀਂ, ਤੁਸੀਂ ਲੋਕ ਜਿਹੜਾ ਦਰਦ ਵਿਖਾਉਂਦੇ ਹੋ ਅੱਜ ਵੀ ਸਮਾਜ ਲਈ, ਜਿਹੜਾ ਤੁਸੀਂ ਕਰ ਰਹੇ ਹੋ, ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਤੁਹਾਡਾ ਜਿਹੜਾ ਸ਼ੁਕਰਾਨਾ ਕਿਸ ਤਰੀਕੇ ਸ਼ਬਦਾਂ ਦੇ ਵਿੱਚ ਕਰ ਸਕਾਂ। ਬਹੁਤ ਜ਼ਿਆਦਾ ਸਮਾਂ ਮੈਂ ਨਹੀਂ ਲੈਣਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਔਰ ਜਿਸ ਤਰੀਕੇ ਜੇ ਸੱਚਮੁੱਚ ਜੇ ਤੁਹਾਡਾ ਮੂਡ ਬਣ ਜਾਵੇ ਨਾ ਪਾਣੀ ਪੀ ਕੇ, ਤੇ ਫਿਰ ਦੁਬਾਰਾ ਆ ਜਾਓ, ਪਾਣੀ ਪੀ ਕੇ ਦੁਬਾਰਾ ਫਿਰ ਆ ਜਾਈਓ। ਤੇ ਮੈਂ ਹੁਣ ਚਾਹੂੰਗਾ ਵੀ ਕਿਹੜੀ ਫਾਰਸੀ ਦੀ ਗੱਲ ਕੀਤੀ ਸੀ ਨਾ ਜੀ, ਉਹ ਮੈਂ ਫਾਰਸੀ ਦੀ ਸੁਣ ਕੇ ਆਇਆ ਸੀਗਾ। ਫਾਰਸੀ ਘੋੜੇ ਚਾੜ ਸੀ, ਜਿਹਨੂੰ ਵੀ ਫਾਰਸੀ ਆਉਂਦੀ ਹੈ ਨਾ ਜੀ, ਉਹਨੂੰ ਉੱਚਾ ਅਹੁਦਾ ਮਿਲ ਜਾਂਦਾ ਸੀਗਾ। ਤੇ ਜਦੋਂ ਫਾਰਸੀ ਦਾ ਡਾਊਨਫਾਲ ਹੋਇਆ, ਉਦੋਂ ਆਖਿਆ ਸੀਗਾ ਵੀ ਵੇਖੋ ਕੁਦਰਤ ਦਾ ਖੇਲ, ਪੜ੍ਹਿਆ ਫਾਰਸੀ ਤੇ ਵੇਚੇ ਤੇਲ। ਤੇ ਹੁਣ ਮੈਂ ਚਾਹੂੰਗਾ ਰਵਿੰਦਰ ਢਿੱਲੋਂ ਜੀ, ਕਾਇਦਾ ਨੂਰ ਦੀ ਫਿਲਮ ਲਵਾਓ, ਤੇ ਰਾਜਵਿੰਦਰ ਜੀ ਕਿੱਥੇ ਹੈਗੇ ਆ, ਰਾਜਵਿੰਦਰ ਜੀ ਇੱਧਰ ਉਹ ਫਿਲਮ ਲਾਓ ਤੇ ਲਾਈਟਾਂ ਆਫ ਕਰੋ, ਇਹ ਸੰਤੋਖ ਸਿੰਘ ਸੰਧੂ ਜੀ। ਤੇ ਇੱਕ ਤੁਹਾਨੂੰ ਕਾਇਦਾ ਨੂਰ ਦੀ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ, ਤੁਹਾਨੂੰ ਦੱਸੀਏ ਵੀ 87% ਲੋਕ ਉਦੋਂ ਪੜ੍ਹੇ ਹੋਏ ਸੀ, ਉਹ ਲੈਵਲ ਅੱਜ ਵੀ ਅਸੀਂ ਅਚੀਵ ਨਹੀਂ ਕਰ ਸਕੇ। ਜਿਹੜਾ ਲੈਵਲ ਬਹੁਤ ਹੀ ਵਧੀਆ। ਦੇਖੋ ਜੀ, ਕਾਇਦੇ ਨੂਰ ਦੀ ਇੱਕ ਫਿਲਮ ਦਿਖਾਉਣੀ ਆ ਜੀ। ਕੋਈ ਨਹੀਂ ਬੋਲੋ ਹੁਣ, ਕੋਈ ਇੰਨਾ ਚਿਰ ਮੈਂ ਪੈਨ ਡ੍ਰੌਪ ਸਾਇਲੈਂਸ ਇੰਨਾ ਟਾਈਮ ਮੈਂ ਕਦੇ ਨਹੀਂ ਦੇਖਿਆ। ਮੰਨਾ ਜੀ ਜਿੱਦਾਂ ਚਿਰ ਬੋਲਦੇ ਰਹੇ ਹੈਗੇ ਆ, ਤੇ ਮੈਂ ਕਿਸੇ ਨੂੰ ਹਲਦਾ ਨਹੀਂ ਦੇਖਿਆ, ਹੱਥ ਹਿਲਾਉਂਦਾ ਨਹੀਂ ਦੇਖਿਆ। ਪੈਨ ਡ੍ਰੌਪ ਸਾਇਲੈਂਸ ਨਾਲੋਂ ਤੁਹਾਨੂੰ ਆਡੀਅנס, ਤੁਹਾਨੂੰ ਜੀ ਬਹੁਤ ਵੱਡੇ ਵੱਡੇ ਦੇਖੇ ਹੋਣਗੇ, ਪਰ ਤੁਹਾਨੂੰ ਇਹ ਮਾਣ ਹੋਊਗਾ ਇਸ ਗੱਲ ਦਾ ਵੀ ਸਾਡੀ ਟੋਰਾਂਟੋ ਦੀ ਜਿਹੜੀ ਸਾਡੀ ਆਡੀਅנס ਸੀਗੀ, ਇਹਨਾਂ ਨੇ ਤੁਹਾਨੂੰ ਕਿਵੇਂ ਸਾਹ ਰੋਕ ਕੇ ਸੁਣਿਆ ਹੈਗਾ। ਤੁਸੀਂ ਨਾ ਬੈਠੋ ਜੀ, ਕਿੱਥੇ ਪੜ੍ਹਨਾ ਚਾਹੁੰਦੇ ਤੁਸੀਂ? ਨਾ ਸਰ ਜੀ, ਇੱਥੇ ਬੈਠੋ ਰਹੋ ਤੁਸੀਂ, ਜਿਨ੍ਹਾਂ ਦੇ ਪਲੀਜ਼। ਸਰ ਕੁਲਵਿੰਦਰ ਸਿੰਘ ਥਿਆੜੇ ਜੀ, ਇੱਥੋਂ ਦੇਖਣੀ ਫਿਲਮ ਪਸੰਦ ਕਰੋਗੇ, ਇੱਥੇ ਦੇਖਣੀ ਪਸੰਦ ਕਰੋਗੇ, ਇੱਥੋਂ ਦੇਖਣੀ ਪਸੰਦ ਕਰੋਗੇ? ਇਹ ਇਕੱਲੇ ਪੁਲਿਸ ਅਫਸਰ ਨਹੀਂ ਰਹੇ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਰਹੇ ਆ। ਹਾਂਜੀ ਲਓ ਜੀ, ਲਾਈਟ ਆਫ ਕਰ ਦਿਓ ਜੀ, ਲਾਈਟ ਆਫ ਕਰ ਦਿਓ ਜੀ। ਮੰਨਾ ਜੀ ਆਹ ਫਿਲਮ ਦੇਖ ਲਿਓ ਸਾਡੀ ਤਿਆਰ ਕੀਤੀ।
ਪੰਜਾਬ ਤੇ ਪੰਜਾਬੀਅਤ ਦੇ ਵਾਰਸਾਂ ਨੂੰ ਦਾਸ ਬਲਜੀਤ ਸਿੰਘ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਉਹ ਬਹੁਤ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਕਿ ਇਹ ਚੈਲੰਜਿੰਗ ਦੌਰ ਤੋਂ ਅਸੀਂ ਗੁਜ਼ਰ ਰਹੇ ਹਾਂ, ਕਿਉਂਕਿ ਮੈਂ ਹੁਣ ਅੰਕੜਿਆਂ ਦੇ ਹਿਸਾਬ ਨਾਲ ਹੀ ਗੱਲ ਕਰੂੰਗਾ। 1960 ਤੋਂ ਲੈ ਕੇ ਹੁਣ ਤਾਈਂ ਇੰਡੀਆ ਵਿੱਚ 220 ਲੈਂਗੁਏਜਸ ਐਕਸਟੈਂਟ ਹੋ ਗਈਆਂ। ਠੀਕ ਹੈ ਜੀ, 220 ਲੈਂਗੁਏਜਸ 1960 ਤੋਂ ਲੈ ਕੇ ਹੁਣ ਤਾਈਂ ਐਕਸਟੈਂਟ ਹੋ ਚੁੱਕੀ ਹੈ। ਆਪਣਾ ਵੀ ਹੁਣ ਪੰਜਾਬੀ ਲੈਂਗੁਏਜ ਵੱਲ ਝਾਤੀ ਮਾਰੀਏ ਤਾਂ ਕੋਈ ਪ੍ਰੋਗਰੈਸਿਵ ਨਹੀਂ ਹੈ, ਕਿਉਂਕਿ ਜਿੱਥੇ ਜਿਹੜੇ ਬੈਠੇ ਇੱਥੇ ਹੈ ਤੁਹਾਨੂੰ ਤਾਂ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ। ਲੈਫਟ ਰਾਈਟ ਦੇਖੋ, ਤੁਹਾਨੂੰ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ। ਮਸਲਾ ਉਹ ਹੈ ਅਗਲੀ ਜਨਰੇਸ਼ਨ ਦਾ। ਉਹ ਅਗਲੀ ਜਨਰੇਸ਼ਨ ਕਿੰਨੀ ਕੁ ਹੈਗੀ ਇੱਥੇ? ਝਾਤੀ ਮਾਰੋ ਆਪਣੇ ਹੀ ਘਰਾਂ 'ਚ, ਤੁਸੀਂ ਝਾਤੀ ਮਾਰੋ, ਤੁਹਾਡੇ ਪੋਤੇ ਪੋਤੀਆਂ ਕਿੰਨਾ ਕੁ ਪੰਜਾਬੀ ਗੱਲ ਕਰ ਲੈਂਦੇ ਆ। ਤਾਂ ਹੁਣ ਇਹ ਚੈਲੰਜਿੰਗ ਦੌਰ 'ਚ ਇਹ ਹੋ ਕਿਉਂ ਰਿਹਾ ਹੈਗਾ, ਉਹਦੇ ਵੱਲ ਤੁਹਾਨੂੰ 2 ਮਿੰਟਾਂ 'ਚ ਝਾਤੀ ਮਾਰਦਾ। ਪਹਿਲੀ ਗੱਲ, 4 ਰੀਜ਼ਨਸ ਆ ਜਿਸ ਅਸੀਂ ਦੌਰ 'ਚ ਚੈਲੰਜਸ ਗੁਜ਼ਰ ਰਹੇ ਹਾਂ। ਉਹ ਹੈਗੇ ਆ MMDT। ਪਹਿਲਾ ਹੈਗਾ ਮਾਈਗ੍ਰੇਸ਼ਨ। ਠੀਕ ਹੈ ਜੀ, ਮਾਈਗ੍ਰੇਸ਼ਨ ਤੇ ਮੈਂ ਕੱਲ ਵੀ ਗੱਲ ਕੀਤੀ ਸੀ। 2013 ਚ ਕੈਨੇਡਾ ਵਿੱਚ 32,828 ਇੰਡੀਆ ਤੋਂ ਇਮੀਗ੍ਰੇਟ ਹੋਏ ਸੀਗੇ। ਪਿਛਲੇ ਸਾਲ 2022 ਚੋਂ 1,18,000 ਇਮੀਗ੍ਰੇਸ਼ਨ ਹੋਈ ਹੈ, ਯਾਨੀ ਕਿ 260% ਦੀ बढ़त ਹੋਈ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮਾਈਗ੍ਰੇਸ਼ਨ ਮਾੜੀ ਹੈ, ਬਹੁਤ ਵਧੀਆ। ਆਪਾਂ ਇੱਥੇ ਪ੍ਰਦੇਸ਼ਾਂ ਜਾ ਕੇ ਆਏ ਹਾਂ, ਮਗਰ ਉਹਦੀ ਦੇਖੋਗੇ ਇੱਕ ਲੈਵਲ ਥੱਲੇ ਜਾਓਗੇ, ਮਾਈਗ੍ਰੇਸ਼ਨ ਦਾ ਇਫੈਕਟ ਕੀ ਹੈ। ਅਸੀਂ ਵੀ ਆਏ ਹੈਗੇ ਆ, ਮਗਰ ਅਸੀਂ ਕੋਈ ਪੈਲੀ ਵੇਚ ਕੇ ਨਹੀਂ ਆਏ। ਹੁਣ ਜਿਹੜਾ ਬੱਚਾ ਆਉਂਦਾ ਹੈਗਾ, ਪਹਿਲਾਂ ਉਹਨੂੰ ਆਉਣ ਲਈ ਇੱਕ ਪੈਲੀ ਵੇਚਣੀ ਪੈਂਦੀ ਹੈਗੀ ਹੈ। ਜਦੋਂ ਗ੍ਰੈਜੂਏਟ ਹੁੰਦਾ ਹੈ, ਗੱਡੀ ਲੈਣ ਲਈ ਪੈਲੀ ਵੇਚਣੀ ਪੈਂਦੀ ਹੈ, ਘਰ ਲੈਣ ਲਈ ਵੇਚਣੀ ਪੈਂਦੀ ਹੈ। ਉਹ ਜਿਹੜਾ ਆਪਣਾ ਗਰਾਊਂਡ ਹੈਗਾ ਪੰਜਾਬ ਕਾਮਨ ਗਰਾਊਂਡ, ਉਹ ਛੁੱਟੀ ਜਾਂਦਾ ਹੈ। ਸੋ ਇੱਕ ਚੈਲੰਜ ਹੈ। ਇਨਫੈਕਟ ਆਪਣੀਆਂ ਆਰਗੇਨਾਈਜੇਸ਼ਨ ਨੂੰ ਬਹੁਤ ਡੂੰਘੀ ਸੋਚ ਦੀ ਜ਼ਰੂਰਤ ਹੈ ਕਿ ਇਹ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ, ਜਿਹੜੇ ਬੱਚੇ ਆ ਰਹੇ ਹੈਗੇ ਨੂੰ ਕਿਸ ਤਰ੍ਹਾਂ ਹੈਲਪ ਕਰੀਏ। ਇਹ ਚੈਲੰਜ ਕਰਕੇ ਮੈਂ ਇੱਕ ਸੋਲੂਸ਼ਨ ਵੀ ਦਊਂਗਾ। ਹਰੇਕ ਚੈਲੰਜ ਦਾ ਸੋਲੂਸ਼ਨ ਹੁੰਦਾ ਹੈ। ਸੋ ਆਪਾਂ ਝਾਤੀ ਮਾਰੀਏ। ਆਗਾ ਖਾਨ ਜਿਹੜੀ ਹੈਗੀ ਹੈ ਕਮਿਊਨਿਟੀ USA ਵਿੱਚ, ਮੈਂ ਉਹਨਾਂ ਦੇ ਨਾਲ ਕਾਫੀ ਦੇਖਦਾ ਹਾਂ ਕਿ ਉਹ ਕਰਦੇ ਕੀ ਹੈ। ਜਿਹੜਾ ਵੀ ਕੋਈ ਆਗਾ ਖਾਨੀ ਕਿਤੋਂ ਵੀ ਆਉਂਦਾ USA ਵਿੱਚ, ਉਹ ਕਮਿਊਨਿਟੀ ਜਿਹੜੀ ਹੈਗੀ ਹੈ ਉਹਨਾਂ ਉਹ ਬੱਚੇ ਜਾਂ ਕੋਈ ਵੀ ਫੈਮਿਲੀ ਆਉਂਦੀ ਹੈ ਪੂਰਾ ਹੀ ਟੇਕ ਕੇਅਰ ਕਰਦੀ ਹੈ। ਜੇ ਕਿਸੇ ਨੇ ਬਿਜ਼ਨਸ ਖੋਲ੍ਹਣਾ ਉਹਨਾਂ ਨੂੰ ਪੈਸੇ ਦਿੰਦੀ ਹੈ, ਬੇਸਿਕਲੀ ਉਹਨਾਂ ਨੂੰ ਮੋੜਦੇ ਵੀ ਹੈ। ਦੇयर ਇਜ਼ ਅ ਡੀਲ ਕਿ ਵੀ ਅਸੀਂ ਤੁਹਾਨੂੰ ਦਵਾਂਗੇ, ਤੁਸੀਂ ਵਾਪਸ ਕਰਨਾ ਹੈ, ਕਮਿਊਨਿਟੀ ਨੂੰ ਹੈਲਪ ਕਰਨਾ ਹੈ। ਸੋ ਆਪਾਂ ਨੂੰ ਵਿਚਾਰ ਕਰਨੀ ਕਿ ਅਸੀਂ ਵੀ ਕਰੀਏ। ਠੀਕ ਹੈ ਜੀ, ਪਹਿਲਾ ਹੋ ਗਿਆ ਮਾਈਗ੍ਰੇਸ਼ਨ। ਇਹਦੇ ਕਈ ਸੋਲੂਸ਼ਨਸ ਹੋ ਸਕਦੇ, ਬਟ ਇੱਕ ਤੁਹਾਨੂੰ ਐਗਜ਼ਾਮਪਲ ਦਿੱਤਾ ਹੈਗਾ। ਦੂਜਾ M ਹੈਗਾ ਮੈਂਟਲ ਹੈਲਥ। ਮੈਂਟਲ ਹੈਲਥ ਦੀ ਇੰਨੀ ਵੱਡੀ ਚੈਲੰਜ ਹੈਗੀ ਹੈ। ਮੈਂ ਬਾਰ-ਬਾਰ ਹਰ ਮੰਚ ਤੋਂ ਹੀ ਮੈਂ ਕਰਦਾ ਅੰਕੜਿਆਂ ਦੇ ਹਿਸਾਬ ਨਾਲ 2019 ਚ ਕੋਵਿਡ ਤੋਂ ਪਹਿਲਾਂ 740 ਕਰੋੜ ਵਰਲਡ ਦੀ ਪੋਪੂਲੇਸ਼ਨ ਸੀ। ਉਹਦੇ ਅੰਦਰ 100 ਕਰੋੜ ਮੈਂਟਲ ਹੈਲਥ ਦੇ ਸ਼ਿਕਾਰ ਸੀਗੇ। ਕੋਵਿਡ ਤੋਂ ਬਾਅਦ US ਦੀ ਪੋਪੂਲੇਸ਼ਨ ਸੀ 334 ਮਿਲੀਅਨ, ਜਿਹਦੇ ਵਿੱਚੋਂ 50 ਮਿਲੀਅਨ ਮੈਂਟਲ ਹੈਲਥ ਦੇ ਸ਼ਿਕਾਰ ਸੀਗੇ। 50 ਮਿਲੀਅਨ ਚੋਂ 2.5 ਮਿਲੀਅਨ ਸਿਵੀਅਰ ਮੈਂਟਲ ਹੈਲਥ, ਜਿਹੜੀ ਸ਼ੂਟਿੰਗਸ ਹੁੰਦੀ ਹੈ USA ਵਿੱਚ, ਦੈਟ ਇਜ਼ ਦ ਕੈਟਾਗਰੀ ਜਿਹੜੀ ਕਰਦੇ ਹੈਗੇ। ਹੁਣ ਆਪਣੇ ਪੰਜਾਬੀਅਤ ਵੱਲ ਝਾਤੀ ਮਾਰੀਏ। ਆਪਣੇ ਬਜ਼ੁਰਗ ਹੈਗੇ ਹੈ, ਤੁਸੀਂ ਆਪਣੇ ਘਰਾਂ ਜਾ ਕੇ ਬਜ਼ੁਰਗਾਂ ਨੂੰ ਪੁੱਛ ਲਓ, ਤੁਸੀਂ ਖੁਸ਼ ਹੋ ਇੱਥੇ? ਮੈਂਟਲ ਹੈਲਥ ਦੇ ਸ਼ਿਕਾਰ ਸਾਰੇ ਹੀ ਹੈ। ਵੂਮਨ, ਔਰਤਾਂ ਦਾ ਅੰਕੜਾ ਜ਼ਿਆਦਾ ਹੈਗਾ ਵਰਸਸ ਮੈਨ। ਸੋ ਪਲੀਜ਼ ਇਹ 'ਤੇ ਵਿਚਾਰ ਕਰੀਏ ਕਿ ਬਜ਼ੁਰਗਾਂ ਨੂੰ ਆਪਾਂ ਪਿਕਨਿਕ ਲੈ ਕੇ ਜਾਈਏ ਮਹੀਨੇ 'ਚ ਇੱਕ ਵਾਰ। ਇੱਦਾਂ ਸੋਚੀਏ ਕਿ ਕੀ ਕਰ ਸਕਦੇ ਹਾਂ, ਬਜ਼ੁਰਗਾਂ ਨੂੰ ਘਰੋਂ ਕੱਢੀਏ, ਪਿਕਨਿਕ ਲੈ ਕੇ ਜਾਈਏ, ਬੱਚਿਆਂ ਨੂੰ ਜੋੜੀਏ।
साल च एक बारी कॉन्फ्रेंस ना करिए बल्कि हर महीने क्या करिए सोचिए। दूजा एम हो गया, अगे आ जाओ ड्रग्स डी। ड्रग्स का मसला बहुत बड़ा मसला है, पंजाब नहीं बल्कि इत्थे भी है, यूएसए च भी है, हर जगह है। तो ये बहुत मैं हुण डूंगा नहीं जाऊंगा क्योंकि वो तो सारा दिन ही लग जाना है। चौथा है टी फॉर टेक्नोलॉजी। ਆਪਾਂ ਕੱਲ ਜਿਹੜਾ ਦੇਖਿਆ ਸੀਗਾ ਕਿ ਵੀ ਐਪ ਬਣ ਗਈ ਹੈਗੀ, ਇਹ ਹੈਗੀ ਆ, ਬਟ ਟੈਕਨੋਲੋਜੀ ਇੰਨੀ ਫਾਸਟ ਮੂਵ ਹੋ ਰਹੀ ਹੈਗੀ ਹੈ ਕਿ ਆਪਾਂ ਪਿੱਛੇ ਰਹਿ ਜਾਣਾ। ਜੇ ਆਪਾਂ ਕੁਝ ਕੀਤਾ ਨਹੀਂ ਪਿੱਛੇ ਰਹਿ ਜਾਣਾ, ਕਿਉਂਕਿ ਇਹਦਾ ਇਫੈਕਟ ਟਰੱਕਿੰਗ ਇੰਡਸਟਰੀ ਤੇ ਬਹੁਤ ਛੇਤੀ ਆਉਣ ਵਾਲਾ ਹੈਗਾ। ਆਪਾਂ ਦੇਖੀਏ ਇੱਥੇ ਆ ਕੇ ਟਰੱਕਿੰਗ ਇੰਡਸਟਰੀ 'ਚ ਕਾਫੀ ਹੈਗੇ ਆ, ਇਹਦੇ ਟਰੱਕਿੰਗ ਇੰਡਸਟਰੀ 'ਚ ਆਟੋਮੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ ਬਹੁਤ ਆਉਣ ਲੱਗਾ ਹੈ। ਜੇ ਆਪਾਂ ਵਰਕਸ਼ਾਪਸ ਕਰੀਏ, ਜਿਹੜੇ ਹੈਗੇ ਆਪਣੇ ਕਮਿਊਨਿਟੀ ਵਾਲੇ, ਉਹਨਾਂ ਤੇ ਵਰਕਸ਼ਾਪ ਕਰਕੇ ਉਹਨੂੰ ਦੱਸੀਏ ਕਿ ਕਿਸ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਹੌਲੀ ਹੌਲੀ ਆ ਰਹੀ ਹੈਗੀ ਹੈ। ਅਸੀਂ ਉਪਰਾਲੇ ਸ਼ੁਰੂ ਕੀਤੇ ਹੈਗੇ ਹੈ, ਬਟ ਹੋਰ ਕਰਨ ਦੀ ਜ਼ਰੂਰਤ ਹੈਗੀ ਹੈ। ਸੋ ਅਖੀਰਲਾ 1 ਮਿੰਟ ਹੋਰ ਲਊਂਗਾ ਕਿ ਵੀ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਨੂੰ ਆਪਾਂ ਥੋੜ੍ਹਾ ਜਿਹਾ ਵੱਖਰਾ ਸੋਚੀਏ। ਆਪਾਂ ਗੁਰਮੁਖੀ ਲਿਪੀ ਤੇ ਨਾ ਹੀ ਸੀਮਿਤ ਰੱਖੀਏ। ਮੈਮ ਨੇ ਬਹੁਤ ਚੰਗੀ ਗੱਲ ਕੀਤੀ ਸੀਗੀ, ਆਪਾਂ ਹਿਸਟਰੀ ਨਾਲ ਬੱਚਿਆਂ ਨੂੰ ਜੋੜੀਏ ਵੱਖਰੇ ਤਰੀਕੇ ਨਾਲ। ਸੋ ਮੈਂ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਕਿ ਮੈਂ ਇੰਗਲਿਸ਼ ਵਿੱਚ ਲਿਖਣਾ ਸ਼ੁਰੂ ਕੀਤਾ ਹੈਗਾ, ਐਂਡ ਹਿਸਟਰੀ ਆਪਣੀ ਪੰਜਾਬ ਦੀ ਮੈਂ ਇੰਗਲਿਸ਼ ਪੋਇਮ ਦੇ ਰਾਹੀਂ ਕਰਦਾ। ਇਹ ਮੈਂ 8 ਸਾਲ ਪਹਿਲਾਂ ਇੰਗਲਿਸ਼ 'ਚ ਲਿਖਣਾ ਸ਼ੁਰੂ ਕੀਤਾ ਸੀਗਾ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ 527 ਪੋਇਮਸ ਲਿਖ ਲਈਆਂ ਮੈਂ ਹੁਣ। ਸੋ ਅੱਜ ਤੁਹਾਨੂੰ ਕੁਝ ਲੋਕਾਂ ਨੂੰ ਹੀ ਪਤਾ ਹੋਊਗਾ, ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਹੈ। ਠੀਕ ਹੈ ਜੀ, ਉਹਦੇ ਉੱਪਰ ਮੈਂ ਇੰਗਲਿਸ਼ ਵਿੱਚ ਕਵਿਤਾ ਲਿਖੀ, ਉਹ ਪੜੂੰਗਾ, ਫਿਰ ਲਾਮ ਲਾਉਂਗਾ ਆਪਣੇ ਤੇ। In the realm of history, let me take you on a ride. In the realm of history, let me take you on a ride to the life of Banda Singh Bahadur with dates as our guide. In the year 1670, he took his first breath, destined to leave a mark amidst his life's turbulent depths. In 1608, his journey truly began when Madhav Das became a Singh to embrace Sikh faith. With Guru Gobind Singh's blessings, he was bestowed the responsibility to lead the Khalsa Ode. With the sword in one hand and courage in his heart, he embarked on a journey to build a righteous path. Fort after fort he conquered with might, establishing the Khalsa Raj, which was a beacon of light. Punjab rejoiced under his just rule, where justice prevailed and where equality was the fuel. He redistributed the fields to empower the poor, creating a society where justice would endure. He inspired the future movements with the righteous fight, his principle of justice which was ever shining, ever bright. Banda Singh Bahadur, a symbol of courage and might. In our hearts, your achievements took flight. But the wheels of time took a tragic turn. In 1715, he faced a stern. Captured by the Mughals where he endured great pain, yet his spirits remained unbroken and were undeterred with chains. On June 9th, 1716, Banda Singh Bahadur embraced martyrdom and his spirit serene. His sacrifice forever etched in the annals of Sikh lore, a beacon of bravery shining forevermore. Banda Singh Bahadur, a hero through and through. His legacy lives on to inspire me and you. We honor your legacy with every passing day. Remembering your sacrifice, we find our way. Your accomplishments inspire and are a beacon of hope, guiding us forward in life as we learn to cope. Banda Singh Bahadur, we bow in respect for every unwavering dedication we never forget. Vaheguru Ji ka Khalsa, Vaheguru Ji ki Fateh. Thank you, Vijay Ji.
ਅੱਜ ਦੀ ਸਭਾ ਦੇ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲ ਤੋਂ ਧੰਨਵਾਦ। ਤੁਸੀਂ ਇੱਕ ਗੱਲ ਦੇਖੀ ਹੋਣੀ ਆ ਕਿ ਸਾਡੇ ਜਿਹੜੇ ਪ੍ਰਬੰਧਕ ਆ ਉਹਨਾਂ ਨੇ ਕੋਈ ਐਨਾਲਿਸਿਸ ਨਹੀਂ ਦੱਸਿਆ, ਕੀਤਾ ਵੀ ਨਹੀਂ, ਤੇ ਮੇਰੀ ਡਿਊਟੀ ਸੀ ਹਿਸਾਬ ਕਿਤਾਬ ਸਾਰਿਆਂ ਦੇ ਸਮੋਸਿਆਂ ਦੀਆਂ ਰੋਟੀਆਂ ਦਾ ਹਿਸਾਬ ਮੈਂ ਲਾਉਣਾ ਸੀ, ਉਹ ਮੈਂ ਕਰ ਚੁੱਕਾ। ਮੈਂ ਦੇਖਿਆ ਕਿ ਸਾਡੇ ਕੋਲ 3 ਕੈਟਾਗਰੀ 'ਚ ਬੈਠੇ ਆ ਜਿਹੜੇ ਅੱਜ ਦੇ ਦਰਸ਼ਕ ਹੈਗੇ ਆ। ਇੱਕ ਤਾਂ ਉਹ ਨੇ ਜਿਨ੍ਹਾਂ ਨੂੰ ਇਹ 3 ਦਿਨ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਤੇ ਮੈਨੂੰ ਹੱਥ ਖੜੇ ਕਰਕੇ ਦੱਸਣ ਵੀ ਕਿਹਨਾਂ ਲੋਕਾਂ ਨੂੰ ਇਹ ਪ੍ਰੋਗਰਾਮ 3 ਦਿਨ ਦਾ ਪਸੰਦ ਆਇਆ। ਤਕਰੀਬਨ ਸਾਰਿਆਂ ਨੂੰ। ਦੂਸਰੇ ਉਹ ਲੋਕ ਨੇ ਜਿਨ੍ਹਾਂ ਨੂੰ ਸਟੇਜ ਤੇ ਬੋਲਣਾ ਚਾਹੁੰਦੇ ਸੀਗੇ ਪਰ ਉਹ ਜੇ ਟਾਈਮ ਨਹੀਂ ਮਿਲਿਆ। 2 ਮਿੰਟ ਦਾ 3 ਮਿੰਟ ਦਾ ਟਾਈਮ ਉਹਨਾਂ ਨੂੰ ਸਟੇਜ ਤੋਂ ਮਿਲ ਸਕਦਾ, ਉਹ ਆਪਣੇ ਹੱਥ ਖੜੇ ਕਰਨ ਕਿੰਨੇ ਕੁ ਲੋਕ ਹੈਗੇ ਆ ਜਿਹੜੇ 2 ਜਾਂ 3 ਮਿੰਟ ਸਟੇਜ ਤੋਂ ਬੋਲਣਾ ਚਾਹੁੰਦੇ ਆ? ਨਹੀਂ, ਕਾਫੀ। ਗਿਆਨ ਸਿੰਘ ਜੀ ਕਈ ਪਹਿਲਾਂ ਮੇਰੇ ਕੋਲ ਸਟੇਜ ਤੇ ਆ ਜਾਓ। ਤੀਸਰੇ ਲੋਕ ਉਹ ਨੇ ਜਿਨ੍ਹਾਂ ਨੇ 3 ਦਿਨ ਦੀ ਕਾਨਫਰੰਸ ਦੀ ਜੋ ਕਾਰਵਾਈ ਦੇਖੀ ਆ, ਚੰਗੀ ਜਾਂ ਮਾੜੀ, ਉਹ ਲਿਖ ਕੇ ਪ੍ਰਿੰਸੀਪਲ ਹਰਵਿੰਦਰ ਕੌਰ ਜੀ ਨੂੰ ਦੇ ਸਕਦੇ ਆ। ਮੈਡਮ ਹਰਵਿੰਦਰ ਕੌਰ ਜੀ ਪਲੀਜ਼ ਇੱਕ ਵਾਰੀ ਹੱਥ ਖੜਾ ਕਰਨ। ਮੈਡਮ ਹਰਵਿੰਦਰ ਕੌਰ ਉੱਥੇ ਖੜੇ ਆ, ਬੈਠੇ ਆ, ਉਹਨਾਂ ਨੂੰ ਲਿਖ ਕੇ ਦੇ ਸਕਦੇ ਆ। ਜੇ ਚੰਗੀ ਲਿਖ ਕੇ ਦੇਣਗੇ ਤਾਂ ਕਿਤਾਬਾਂ 'ਚ ਛਾਪ ਦਿਆਂਗੇ, ਜਿਹੜੀ ਮਾੜੀ ਹੋਊਗੀ ਉਹਨੂੰ ਸੰਭਾਲ ਕੇ ਰੱਖ ਲਾਂਗੇ। ਮੈਂ ਰਿਕੁਐਸਟ ਕਰਾਂ ਕਿ ਹੋਰ ਵੀ ਜਿਹੜੇ ਸਾਡੇ ਵਿਦਵਾਨਤੇ ਜਿਨ੍ਹਾਂ ਨੂੰ ਪਹਿਲਾਂ ਟਾਈਮ ਨਹੀਂ ਮਿਲਿਆ ਉਹ ਬੋਲਣਾ ਚਾਹੁੰਦੇ ਆ, ਉਹ ਪਲੀਜ਼ ਮੇਰੇ ਕੋਲ ਇੱਥੇ ਸਟੇਜ ਤੇ ਆ ਜਾਣ। ਸਰਦਾਰ ਸਾਹਿਬ ਤੁਸੀਂ ਹੱਥ ਖੜਾ ਕੀਤਾ ਸੀ, ਆ ਜਾਓ ਸਟੇਜ ਤੇ। ਹਾਂਜੀ ਆ ਜਾਓ ਸਟੇਜ ਤੇ। ਅਸੀਂ ਚਾਹੁੰਦੇ ਹਾਂ ਕਿ ਹਾਂਜੀ ਆ ਜਾਓ ਸਰਦਾਰ ਜੀ ਤੁਸੀਂ ਵੀ। ਹੋਰ ਵੀ ਜਿਹੜੇ ਚਾਹੁੰਦੇ ਹੈਗੇ ਆ ਆਪਣੇ ਸਟੇਜ ਤੋਂ ਕਾਨਫਰੰਸ ਦੇ ਬਾਰੇ ਹੀ ਬੋਲਣਾ, ਕਿਉਂਕਿ ਅਸੀਂ ਬੋਲਦੇ ਚੰਗੇ ਨਹੀਂ ਲੱਗਦੇ, ਅਸੀਂ ਸੁਣਦੇ ਚੰਗੇ ਲੱਗਾਂਗੇ। ਜੇ ਸਾਡੀਆਂ ਸਿਫਤਾਂ ਹੋਣਗੀਆਂ, ਕਾਨਫਰੰਸ ਦੀਆਂ ਸਿਫਤਾਂ ਹੋਣਗੀਆਂ, ਸਾਨੂੰ ਵੀ ਚੰਗਾ ਲੱਗੇਗਾ। ਮੈਨੂੰ ਲੱਗਦਾ ਸੀਗਾ ਕਿ ਕਾਫੀ ਜਿਹੜੇ ਸੱਜਣ ਹੈਗੇ ਆ ਉਹ ਬੋਲਣਾ ਚਾਹੁੰਦੇ ਆ 2-2 3-3 ਮਿੰਟ, ਤੇ ਅਸੀਂ ਚਾਹੁੰਦੇ ਹੈਗੇ ਆ ਕਿ ਤੁਸੀਂ ਆਪਣੇ ਬਾਰੇ ਜਾਂ ਜਿਹੜੀਆਂ ਸੰਸਥਾਵਾਂ ਦੇ ਵਿੱਚ ਤੁਸੀਂ ਪੜ੍ਹਾਉਂਦੇ ਆ ਉਹਨਾਂ ਬਾਰੇ ਜਾਂ ਕਿਸੇ ਹੋਰ ਬਾਰੇ ਬੋਲਣ ਦੀ ਬਜਾਏ ਇਸ ਕਾਨਫਰੰਸ ਬਾਰੇ, ਕਿਉਂਕਿ ਟਾਈਮ ਬਹੁਤ ਘੱਟ ਆ, ਉਹਦੇ ਬਾਰੇ ਗੱਲ ਕਰੋ। ਔਰ ਸਾਨੂੰ ਇਸ ਕਾਨਫਰੰਸ ਦੇ ਕੱਲ੍ਹ ਦੇ ਸੈਸ਼ਨ ਦੇ ਵਿੱਚ ਵੀ ਦੱਸਿਆ ਗਿਆ ਸੀਗਾ ਕਿ ਮਾਲੀ ਸਪੋਰਟ ਬਹੁਤ ਸਾਰੇ ਸੱਜਣਾਂ ਨੇ ਕੀਤੀ ਆ। ਸਾਡਾ ਤਾਂ ਗੁਜ਼ਾਰਾ ਹੋਣਾ ਜੇ ਅਸੀਂ ਆਪਣੇ ਛੋਟੇ-ਛੋਟੇ ਫੰਕਸ਼ਨਾਂ ਦੇ ਵਿੱਚੋਂ, ਜਦੋਂ ਅਸੀਂ ਦੇਖਦੇ ਸੀ ਜਦੋਂ ਬਰਾਤ ਆਉਂਦੀ ਹੁੰਦੀ ਸੀਗੀ ਤੇ ਵਿਆਹ ਦੇ ਮੌਕੇ ਉਹ ਥੋੜਾ ਜਿਹਾ ਦਾਨ ਗੁਰਦੁਆਰਾ ਸਾਹਿਬ ਨੂੰ ਦਿੰਦੇ ਸੀਗੇ, ਥੋੜਾ ਜਿਹਾ ਦਾਨ ਉਹ ਜੰਝ ਘਰ ਨੂੰ ਦਿੰਦੇ ਸੀਗੇ, ਕਿਉਂਕਿ ਜੰਝ ਘਰ ਦੇ ਵਿੱਚ ਹੀ ਬਿਠਾਲੇ ਹੁੰਦੇ ਸੀਗੇ। ਉਹਦੀ ਹਾਲਤ ਦੇਖ ਕੇ ਉਹ ਕਹਿੰਦੇ ਹੁਣੇ ਚਲੋ ਥੋੜਾ ਜਿਹਾ ਦੇ ਦਿੰਦੇ ਆ, ਇੱਥੇ ਸਫਾਈ ਵਗੈਰਾ ਹੋ ਜੂਗੀ। ਜਾਂ ਹੋਰ ਡਿਵੈਲਪਮੈਂਟ ਦੇ ਛੋਟੇ-ਛੋਟੇ ਕੰਮਾਂ ਵਾਸਤੇ ਅਸੀਂ ਦਾਨ ਦਿੰਦੇ ਸੀਗੇ। ਉਹ ਕਈ ਵਾਰੀ ਲੜਕੀ ਵਾਲੇ ਵੀ ਦਿੰਦੇ ਸੀਗੇ ਤਾਂ ਲੜਕੇ ਵਾਲੇ ਦਾ ਸਪੈਸ਼ਲੀ ਦਿੰਦੇ ਸੀਗੇ। ਮੈਂ ਸਮਝਦਾ ਕਿ ਸਾਡੇ ਛੋਟੇ-ਛੋਟੇ ਜਿਹੜੇ ਘਰਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ, ਜਿਸ ਤਰ੍ਹਾਂ ਅਸੀਂ ਬੱਚੇ ਦਾ ਜਨਮ ਦਿਨ ਆ, ਕੋਈ ਵਿਆਹ ਆ, ਕੜਮਾਈ ਆ, ਮਕਲਾਵਾ, ਤੇ ਸਾਨੂੰ ਜਿਹੜੇ ਸਾਡੇ ਸਾਂਝੇ ਕੰਮ ਆ ਇਹਨਾਂ ਵਾਸਤੇ ਥੋੜ੍ਹੇ ਪੈਸੇ ਕੱਢਣੇ ਚਾਹੀਦੇ ਆ। ਇਹ ਮੇਰੀ ਜਾਤੀ ਰਹੇ ਆ ਤੇ ਅਸੀਂ ਕੁਛ ਨਾ ਕੁਛ ਫੰਡ ਜਿਹੜਾ ਹਮੇਸ਼ਾ ਇੱਦਾਂ ਦੇ ਕੰਮਾਂ ਲਈ ਜਟਾਉਂਦੇ ਰਹਿੰਦੇ ਆ, ਤੇ ਤੁਸੀਂ ਵੀ ਇਸ ਆਦਤ ਨੂੰ ਪਾਓ। ਅਸੀਂ ਜਿਹੜਾ ਗਿਆਨ ਬਹੁਤ ਚਿਰਾਂ ਤੋਂ ਚੱਲਦਾ ਆ ਰਿਹਾ, ਜਿਹੜਾ ਸਾਡੇ ਭਾਈ ਸਾਡੇ ਗ੍ਰੰਥੀ ਸਾਨੂੰ ਦਿੰਦੇ ਸੀਗੇ, ਉਤੋਂ ਵਿਰਵੇ ਹੋ ਗਏ ਆ। ਹੁਣ ਸਾਨੂੰ ਜਿਹੜਾ ਗਿਆਨ ਹੈਗਾ ਉਹ ਸਾਡੇ ਜਿਹੜੇ ਪੜ੍ਹੇ ਲਿਖੇ ਲੋਕ ਬੁੱਧੀਜੀਵੀ ਆ
ਉਹਨਾਂ ਕੋਲੋਂ ਲੈਣਾ ਸ਼ੁਰੂ ਕਰੋ। ਜਿਹੜੀਆਂ ਸਾਡੀਆਂ ਪੜ੍ਹਾਈ ਦੀਆਂ ਸੰਸਥਾਵਾਂ ਆ ਉਹਨਾਂ ਨੂੰ ਸਹਿਯੋਗ ਦਿਆ ਕਰੋ ਅਤੇ ਉਹਨਾਂ ਤੋਂ ਸਹਿਯੋਗ ਲੈਣਾ ਸ਼ੁਰੂ ਕਰੋ। ਮੈਂ ਸਭ ਤੋਂ ਪਹਿਲਾਂ ਰਿਕੁਐਸਟ ਕਰਾਂਗਾ ਗਿਆਨ ਸਿੰਘ ਜੀ ਘਈ ਹੁਣਾਂ ਨੂੰ, ਉਹਨਾਂ ਨੇ $200 ਸਾਡੀ ਸੰਸਥਾ ਨੂੰ ਦਿੱਤਾ ਸੀਗਾ, ਉਹਦਾ ਵੀ ਮੈਂ ਜ਼ਿਕਰ ਜ਼ਰੂਰ ਕਰਾਂਗਾ ਕਿਉਂਕਿ ਕਈ ਵਾਰੀ ਕਈ ਗੱਲਾਂ ਭੁੱਲ ਜਾਂਦੀਆਂ ਆ। ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਤੇ ਉਹ ਆਪਣੇ 2 ਜਾਂ 3 ਮਿੰਟ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ। ਗਿਆਨ ਸਿੰਘ ਜੀ ਘਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੱਲ੍ਹ ਤੇ ਅੱਜ ਪਰਸੋਂ ਦੀ ਮੈਂ ਹਾਜ਼ਰੀ ਨਹੀਂ ਲਵਾ ਸਕਿਆ। ਕੱਲ੍ਹ ਤੇ ਅੱਜ ਦੇ ਮੈਂ ਦੇਖਿਆ ਵੀ ਸਾਰੇ ਹੀ ਜਿੰਨੇ ਵੀ ਬੁਲਾਰੇ ਸਨ ਉਹਨਾਂ ਨੇ ਆਪਣਾ ਆਪਣਾ ਟਾਈਮ ਸਮੇਂ ਸਿਰ ਮੁਕਾਇਆ ਅਤੇ ਵਧੀਆ ਗਿਆਨ ਦਿੱਤਾ। ਸਾਰੇ ਮੈਂ ਦੱਸਣ ਲੱਗਾ ਵੀ ਸਾਰੇ ਦੁਨੀਆ 'ਚ 197 ਦੇਸ਼ ਨੇ ਅਤੇ 7100 ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਅਤੇ ਮਾਂ ਬੋਲੀ ਦਾ 10ਵਾਂ ਸਥਾਨ ਹੈ। ਕੈਨੇਡਾ ਵਿੱਚ 3ਜਾ ਸਥਾਨ ਹੈ ਅਤੇ ਜਿੱਥੇ ਜਿੱਥੇ ਵੀ ਪੰਜਾਬੀ ਵਸੇ ਨੇ 150 ਦੇਸ਼ਾਂ ਦੇ ਵਿੱਚ, ਉੱਥੇ ਉੱਥੇ ਪੰਜਾਬੀ ਬੋਲੀ ਜਾਂਦੀ ਹੈ। ਉੱਥੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੋ ਚੁੱਕੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਸਥਾਪਿਤ ਹੋ ਚੁੱਕੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਲੱਖਾਂ ਹੀ ਲੋਕਾਂ ਵਾਸਤੇ ਉਪਜੀਵਕਾ ਦਾ ਸਾਧਨ ਹੈ। ਪਾਠੀ, ਰਾਗੀ, ਢਾਡੀ, ਕਵੀਸ਼ਰ, ਸੇਵਾਦਾਰ, ਇਹ ਇੱਕ ਬਿਗ ਇੰਡਸਟਰੀ ਆ ਇੰਪਲੋਇਮੈਂਟ ਵੀ। ਅਤੇ ਗੁਰੂ ਨਾਨਕ ਦੇਵ ਜੀ ਦੀ ਇੱਕ ਪਿੰਡ ਨੇ ਸੇਵਾ ਕੀਤੀ ਤਾਂ ਉਹਨਾਂ ਨੂੰ ਆਖਿਆ ਵੀ ਤੁਸੀਂ ਉੱਜੜ ਜਾਓ। ਦੂਜੇ ਪਿੰਡ ਨਾ ਸੇਵਾ ਕੀਤੀ, ਉਹਨਾਂ ਨਾਲ ਵਸਦੇ ਰਹੋ। ਅਤੇ ਮਰਦਾਨੇ ਨੇ ਪੁੱਛਿਆ ਵੀ ਤੂੰ ਇਹ ਕੀ ਬਾਬਾ ਜੀ ਕੀ ਕੀਤਾ? ਆਂਦਾ ਵੀ ਜਿੱਥੇ ਜਿੱਥੇ ਇਹ ਨਾ ਸੇਵਾ ਕੀਤੀ ਨਾ ਦੂਰ ਦੂਰ ਜਾ ਕੇ ਵਸਣਗੇ ਨਾ ਅਤੇ ਚੰਗੇ ਚੰਗੇ ਲੋਕ ਉਹਨਾਂ ਦੀ ਸਲਾਹ ਕਰਨਗੇ ਅਤੇ ਚੰਗੇ ਚੰਗੇ ਇਸੇ ਕਰਕੇ ਸਾਡੇ ਪੰਜਾਬੀ ਲੋਕ ਗੁਰੂ ਨਾਨਕ ਦੇ ਵਿਚਾਰਾਂ ਸਿਧਾਂਤਾਂ ਅਨੁਸਾਰ ਸਾਰੇ ਦੇਸ਼ ਦੇ ਵਿੱਚ ਵਸੇ ਨੇ ਅਤੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਪ੍ਰਚਾਰ ਕਰ ਰਹੇ ਨੇ। ਸਭ ਤੋਂ ਵਿਚਾਰ ਵਧੀਆ ਇਹ ਹਨ ਕਿ ਕਾਨਫਰੰਸਾਂ ਵੱਧ ਤੋਂ ਵੱਧ ਕਰਾਉਣੀਆਂ ਚਾਹੀਦੀਆਂ ਹਨ, ਬੱਚਿਆਂ ਦੇ ਵੱਧ ਤੋਂ ਵੱਧ ਕੰਪੀਟੀਸ਼ਨ ਕਰਾਉਣੇ ਚਾਹੀਦੇ ਹਨ, ਸੱਭਿਆਚਾਰਕ ਮੇਲੇ ਵੱਧ ਤੋਂ ਵੱਧ ਕਰਾਉਣੇ ਚਾਹੀਦੇ ਹਨ। ਜਿਹੜੇ ਘਰ ਰਹਿੰਦੀਆਂ ਦਾਦੀਆਂ ਅਤੇ ਨਾਨੀਆਂ ਜਿਨ੍ਹਾਂ ਕੋਲ ਬੱਚੇ ਰਹਿੰਦੇ ਹਨ ਅਤੇ ਪਲਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੋਤਰਿਆਂ ਅਤੇ ਦੋਹਤਰਿਆਂ ਨੂੰ ਪੰਜਾਬੀ ਸਿਖਾਉਣ, ਗੁਰਦੁਆਰਿਆਂ ਦੇ ਵਿੱਚ ਲੈ ਕੇ ਜਾਣ। ਮੈਂ ਇੱਕ ਹੋਰ ਸੁਝਾਅ ਦਿੰਦਾ ਹਾਂ ਵੀ ਗੁਰਦੁਆਰਿਆਂ ਦੇ ਨਾਲ ਨਾਲ ਜਿਨ੍ਹਾਂ ਗੁਰਦੁਆਰੇ 'ਤੇ ਆਪਾਂ ਜ਼ੋਰ ਦਿੰਦੇ ਹਾਂ ਨਾ ਖੋਲ੍ਹਣ ਦੇ, ਉਹਨਾਂ ਦੇ ਨਾਲ ਨਾਲ ਸਕੂਲ ਵੀ ਖੋਲ੍ਹੀ ਜਾਣ। ਵੈਸੇ ਮੇਰੀ ਇੰਟਰੋਡਕਸ਼ਨ ਇਹ ਹੈਗੀ ਆ ਕਿ ਮੈਂ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਨਾਲ ਕੰਮ ਕਰਦਾ ਰਿਹਾ ਪਿਛਲੇ 40 ਸਾਲਾਂ ਤੋਂ। ਅਤੇ 99 ਦੇ ਵਿੱਚ ਅਸੀਂ ਇੱਕ ਸੰਸਥਾ ਰਜਿਸਟਰ ਕਰਾਈ ਸੀ, ਸਿੱਖ ਨੈਸ਼ਨਲ ਆਰਕਾਈਵਜ਼ ਆਫ ਕੈਨੇਡਾ। ਉਹਦੇ ਅੰਡਰ ਅਸੀਂ ਲਿਟਰੇਚਰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਉਹਨੂੰ ਸਕੈਨ ਕਰਕੇ ਅਤੇ ਅਸੀਂ ਵੈਬਸਾਈਟ 'ਤੇ ਪਾ ਰਹੇ ਹੈਗੇ ਹਾਂ। 50,000 ਕਿਤਾਬਾਂ ਪਾਤੀਆਂ, 2.5-3 ਲੱਖ ਹੋਰ ਪਈਆਂ ਜਿਹਨਾਂ ਨੂੰ ਕਰ ਰਹੇ ਹੈਗੇ ਆ ਹੌਲੀ ਹੌਲੀ। ਇਹ 84 ਦੇ ਵਿੱਚ ਜਦੋਂ ਹਮਲਾ ਹੋਇਆ ਅਤੇ ਲੁੱਟ ਕੇ ਲੈ ਗਈ ਗੌਰਮੈਂਟ ਸਾਰਾ ਕੁਝ ਸਾਡਾ ਇਤਿਹਾਸ, ਅਤੇ ਉਹ ਤੋਂ ਬਾਅਦ ਲਾਇਬ੍ਰੇਰੀ ਨੂੰ ਅੱਗ ਲਾ ਕੇ ਅਤੇ ਚਲੇ ਗਏ, ਜਿਹੜੇ ਕਿ ਯੂਐਨਓ ਦੇ ਹਿਸਾਬ ਨਾਲ ਜੈਨੋਸਾਈਡ ਆ। ਅਤੇ ਫਿਰ ਤੁਹਾਨੂੰ ਪਤਾ ਹੀ ਹੈ ਕੀ ਹੋਇਆ। ਅਤੇ ਉਹ ਹਿਸਟਰੀ ਸਾਡੀ ਸਿੱਖ ਆਲਰੇਡੀ ਪਹਿਲਾਂ ਹੀ ਕਾਫੀ ਸਾਰੀ ਡਿਸਟੋਰਟ ਹੋਈ ਹੈਗੀ ਆ ਅਤੇ ਹੋਰ ਗਾਹਾਂ ਹੋਈ ਜਾਂਦੀ ਹੈ। ਇਤਿਹਾਸ ਵੀ ਅਤੇ ਗੁਰਬਾਣੀ ਵੀ ਸਭ ਕੁਝ ਡਿਸਟੋਰਟ ਹੋਇਆ। ਅਤੇ ਇਸ ਕਰਕੇ ਇਹ ਗਾਹਾਂ ਹੋਰ ਡਿਸਟੋਰਟ ਨਾ ਹੋਵੇ, ਘੱਟੋ ਘੱਟ ਅਸੀਂ ਜੋ ਕੁਛ ਹੈਗਾ ਉਹ ਤਾਂ ਪ੍ਰਜ਼ਰਵ ਕਰ ਲਈਏ। ਅਤੇ ਅਸੀਂ ਪ੍ਰਜ਼ਰਵੇਸ਼ਨ ਪਿਛਲੇ 60 ਸਾਲਾਂ ਤੋਂ ਕਰ ਰਹੇ ਹੈਗੇ ਆ। ਅਤੇ ਸਾਡੇ ਮੈਂਬਰ ਜਿਹੜੇ ਵੋਟ ਸਿੱਖ ਉਹਨਾਂ ਦੀ ਮਿਹਰਬਾਨੀ ਦੇ ਨਾਲ ਸਭ ਕੁਛ ਹੋਇਆ। ਅਤੇ ਹੁਣ ਇਹ ਸਾਰਾ ਕੁਛ ਵੈਬਸਾਈਟ 'ਤੇ ਪਈ ਜਾ ਰਿਹਾ ਹੈਗਾ ਜੀ। ਔਰ ਦੂਜੀ ਗੱਲ ਇਹ ਹੈ ਕਿ ਇਹ ਫ੍ਰੀ ਆ ਸਾਰਿਆਂ ਵਾਸਤੇ। ਅਮਰੀਕਾ ਤੋਂ ਪੈਸੇ ਭੇਜ ਕੇ ਮੋਹਾਲੀ PDL ਲਾਇਬ੍ਰੇਰੀ ਬਣਾਈ ਆ, ਡਿਜੀਟਲ ਲਾਇਬ੍ਰੇਰੀ, ਲੇਕਿਨ ਉਹ ਪੈਸੇ ਚਾਰਜ ਕਰਦੇ ਆ।
ਤੇ ਅਸੀਂ ਕਹਿੰਦੇ ਕਿ ਗੁਰੂ ਨਾਨਕ ਦੇ ਥਾਂ ਥਾਂ ਫਿਰ ਕੇ ਸਾਰੀ ਦੁਨੀਆ 'ਚ ਫ੍ਰੀ ਸਾਰਿਆਂ ਨੂੰ ਵੰਡਿਆ, ਸਾਰਾ ਕੁਝ ਫ੍ਰੀ ਵੰਡਿਆ, ਕਿਸੇ ਤੋਂ ਪੈਸੇ ਨਹੀਂ ਲਏ। ਤੇ ਅਸੀਂ ਕਿਉਂ ਪੈਸੇ ਲਈਏ? ਤੇ ਇਹ ਜੋ ਕੁਝ ਵੀ ਇਹ ਤੇ ਹੋਏਗਾ ਉਹ ਫ੍ਰੀ ਦੇਖ ਸਕਦੇ ਹਾਂ। ਔਰ ਹੌਲੀ ਸਿੰਘ ਜੀ ਅਸੀਂ ਡਾਊਨਲੋਡ ਫੈਸਿਲਿਟੀ ਵੀ ਪਾ ਦੇਣੀ ਆ। ਜਿੰਨਾ ਇਤਿਹਾਸ ਕਿਤਾਬਾਂ ਇਕੱਠਾ ਕੀਤਾ ਲੱਖਾਂ ਦੇ ਹਿਸਾਬ ਨਾਲ, ਉਹ ਸਾਰਾ ਕੁਝ ਹੀ ਕੌਮ ਦੀ ਮਲਕੀਅਤ ਅਤੇ ਕੌਮ ਦੇ ਸਪੁਰਦ ਹੋਏਗਾ। ਤੇ ਮੇਰਾ ਜਿਹੜਾ ਹੁਣ ਸਵਾਲ ਹੈਗਾ, ਜੇ ਕਿਸੇ ਨੇ ਕਿਤਾਬਾਂ ਮੈਂ ਇੱਥੇ ਕਈਆਂ ਨੂੰ ਦਿੱਤੀਆਂ ਹੈਗੀਆਂ। ਇੱਕ ਕਿਤਾਬ ਸੀ ਅਨਕਾਮਨ ਰੋਡ, ਜਿਹਦੇ ਵਿੱਚ ਸਾਡੀ ਹਿਸਟਰੀ 84 ਤੋਂ ਲੈ ਕੇ ਕੈਨੇਡਾ ਦੀ ਇੱਥੇ ਹੈਗੀ ਆ ਵੀ ਅਸੀਂ ਕਿੱਦਾਂ ਇੱਥੇ ਆਪਣੇ ਪੈਰ ਲਾਏ ਹੈਗੇ ਆ। ਤਾਂ ਉਹਦਾ ਪੰਜਾਬੀ 'ਚ ਤਰਜਮਾ ਜਿਹੜਾ ਹੈਗਾ ਜੀ ਉਹ ਅਣਗਾਹੇ ਰਾਹ, ਤੇ ਉਹ ਮੇਰੇ ਕੋਲ ਇੱਥੇ ਕਈਆਂ ਨੇ ਦਿੱਤੀਆਂ ਹੈਗੀਆਂ ਜੀ। ਤੇ ਹੋਰ ਕਿਸੇ ਨੂੰ ਚਾਹੀਦੀ ਹੋਵੇ ਤਾਂ ਲੈ ਸਕਦੇ ਆ, ਅਸੀਂ ਪੈਸੇ ਨਹੀਂ ਲੈਂਦੇ। ਤੇ ਜਿਹੜਾ ਸਵਾਲ ਸੀਗਾ, ਦੂਜੀ ਗੱਲ ਹੈ ਕਿ ਮੈਂ ਆਪਣੇ ਜਿੰਨੇ ਵੀ ਵਰਲਡ ਪਰ ਪੰਜਾਬੀ ਕਾਨਫਰੰਸ ਦੇ ਕਰਦਾਰ ਬੰਦੇ ਹੈਗੇ ਜਿਨ੍ਹਾਂ ਨੇ ਇਸ ਕੀਤਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਕਿ ਮੈਨੂੰ ਇਹ ਆਪਣਾ ਸਮਾਂ ਦੇ ਕੇ ਕੁਐਸਚਨ ਕਰਨ ਦੀ ਇਜਾਜ਼ਤ ਦਿੱਤੀ ਹੈਗੀ ਆ। ਸੁਹਿਰਦਰ ਮੀਡੀਆ ਅਤੇ ਅਖਬਾਰ ਨਵੀਸ ਜੀਓ, ਕੱਲ੍ਹ ਦੇ ਪ੍ਰੋਗਰਾਮ ਬਾਰੇ ਹੈਗਾ। ਆਪਨੇ ਬੀਤੇ ਕੱਲ੍ਹ ਦੇ ਦਿਨ ਸਾਰੇ ਸੈਸ਼ਨਾਂ ਦੇ ਵਿੱਚ ਅਖਬਾਰਕਾਰਾਂ ਜਾਂ ਰਿਪੋਰਟਰਾਂ ਬਾਰੇ ਬਹੁਤ ਬਿਆਨਬਾਜ਼ੀ ਕੀਤੀ ਹੈ ਅਤੇ ਸੁਲਝੇ ਸੁਝਾਅ ਵੀ ਦਿੱਤੇ ਹਨ। ਪਰ ਇੱਕ ਮਹੱਤਵਪੂਰਨ ਵਿਸ਼ਾ ਅਖਬਾਰਕਾਰੀ ਦੇ ਮਸਲੇ 'ਤੇ ਨਿਰਪੱਖਤਾ ਤਾਂ ਦਰਸਾਈ ਹੈ, ਪਰ ਲਿਖਣ ਵਿੱਚ ਸੱਚਾਈ ਦੀ ਜ਼ਰੂਰਤ ਨਹੀਂ ਦੱਸੀ ਗਈ। ਆਮ ਦੇਖਣ ਵਿੱਚ ਜਿਹੜੀ ਨਿਊਟਰੈਲਿਟੀ ਆ, ਜਿਹਨੂੰ ਕਹਿੰਦੇ ਨਿਰਪੱਖਤਾ, ਉਹ ਬਹੁਤੀ ਘੱਟ ਹੀ ਹੁੰਦੀ ਆ, ਪਰ ਸੱਚਾਈ ਹਮੇਸ਼ਾ ਹੀ ਅੱਖੋਂ ਪਰੋਖੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਲਿਖਣ ਵਿੱਚ ਸੰਖੇਪਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹੋ ਜਿਹੇ ਨੱਠ ਭੱਜ ਦੇ ਜ਼ਮਾਨੇ ਦੇ ਵਿੱਚ ਸੰਖੇਪਤਾ ਬੜੀ ਜ਼ਰੂਰੀ ਆ, ਤਾਂ ਕਿ ਛੇਤੀ ਪੜ੍ਹ ਕੇ ਬੰਦਾ ਕੁਛ ਸਮਝ ਸਕੇ। ਤੇ ਹਾਂ, ਇੰਨੀ ਗੱਲ ਕਰਦਾ ਮੈਂ ਆਪ ਜੀ ਤੋਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਾਸ ਸਾਡੇ ਜੰਗ ਵਲੰਟੀਅਰ ਸਹਿਜ ਕੌਰ ਮੰਗਟ, ਉਹਨਾਂ ਨੇ ਸਿਰਫ ਇਸ ਕਾਨਫਰੰਸ ਬਾਰੇ ਹੀ ਗੱਲ ਕਰਨੀ ਆ, ਕਿਉਂਕਿ ਉਹ ਸਾਡੇ ਨਾਲ ਬਹੁਤ ਚਿਰ ਤੋਂ ਜੁੜੀ ਆ। ਔਰ ਮੈਂ ਬਾਕੀ ਵੀ ਰਿਕੁਐਸਟ ਕਰੂੰਗਾ ਕਿ ਕਾਨਫਰੰਸ ਬਾਰੇ ਗੱਲ ਕਰੋ, ਜੋ ਹੋਰ ਕਿਤਾਬਾਂ ਵਗੈਰਾ ਦੇਣੀਆਂ ਜਾਂ ਉਹਦੇ ਬਾਰੇ ਆਪਾਂ ਫੇਰ ਕਿਸੇ ਵੇਲੇ ਵਿਚਾਰ ਕਰ ਲਵਾਂਗੇ। ਕਾਨਫਰੰਸ ਬਾਰੇ ਗੱਲ ਕਰਾਂਗੇ ਤਾਂ ਜ਼ਿਆਦਾ ਬੈਟਰ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਤਾਂ ਜਿਹੜੇ ਪਿਛਲੇ 3 ਦਿਨ ਦਾ ਕਾਨਫਰੰਸ ਸੀ, ਮੈਨੂੰ ਬਹੁਤ ਚੰਗਾ ਲੱਗਿਆ। ਵਾਲੰਟੀਅਰ ਕਰਨ 'ਚ ਇੰਨਾ ਚੰਗਾ ਲੱਗਾ। ਬਹੁਤ ਸਾਰੇ ਲੋਕ ਆ ਬਹੁਤ ਪਿਆਰ ਵੀ ਦਿੰਦੇ ਆ ਅਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਅਤੇ ਅੱਜ ਮੈਂ ਤੁਹਾਨੂੰ ਪੰਜਾਬੀ ਸਿੱਖਣ ਦੇ ਭਵਿੱਖ ਦੀ ਸਹਾਇਕ ਕਿਤਾਬ ਕਾਇਦਾ-ਏ-ਨੂਰ ਬਾਰੇ ਵੀ ਜਾਣਕਾਰੀ ਦਊਂਗੀ। ਕਾਇਦਾ-ਏ-ਨੂਰ ਇੱਕ ਗੁਣਵੰਤ ਕਿਤਾਬ ਹੈ ਜਿਸ ਨੇ ਪੰਜਾਬੀ ਸਿੱਖਣ ਲਈ ਵੱਧ ਤੋਂ ਵੱਧ ਸੰਭਾਵਨਾ ਦਿੱਤੀਆਂ ਹਨ। ਇਸ ਕਿਤਾਬ ਵਿੱਚ ਇੱਕ ਨਹੀਂ ਪਰ 4 ਭਾਸ਼ਾਵਾਂ ਹੈ, ਅੰਗਰੇਜ਼ੀ, ਸ਼ਾਹਮੁਖੀ, ਹਿੰਦੀ ਅਤੇ ਪੰਜਾਬੀ ਹਨ। ਮੈਂ ਪਹਿਲਾਂ ਤਾਂ ਘਰੇ ਪੰਜਾਬੀ ਬੋਲਦੀ ਸੀ, ਤਾਂ ਹੀ ਕਰਕੇ ਮੈਨੂੰ ਬੋਲਣੀ ਸਿੱਖਣ ਨੂੰ ਮੌਕਾ ਮਿਲਿਆ। ਪਰ ਫਿਰ ਮੈਂ ਹੌਲੀ ਹੌਲੀ ਇਸ ਸੰਸਥਾ ਨਾਲ ਜੁੜ ਕੇ ਮੈਨੂੰ ਲਿਖਣੀ ਅਤੇ ਪੜ੍ਹਨੀ ਵੀ ਪਤਾ ਲੱਗ ਗਈ। ਅਤੇ ਹੁਣ ਮੇਰਾ ਇਸ ਕਹਿਰੇ ਤੋਂ ਇਹ ਉਮੀਦ ਆ ਮੈਂ ਸ਼ਾਹਮੁਖੀ ਪੜ੍ਹਨੀ ਅਤੇ ਲਿਖਣੀ ਸਿੱਖੂੰਗੀ। ਮੈਨੂੰ ਅੱਖਰ ਤਾਂ ਸਾਰੇ ਯਾਦ ਆ ਗਏ। ਇਸ ਕਾਇਦੇ ਤੋਂ ਮੈਂ ਅੱਖਰ ਸ਼ਾਹਮੁਖੀ ਦੇ ਸਾਰੇ ਸਿੱਖ ਲਏ ਅਤੇ ਅੱਗੇ ਤੋਂ ਮੇਰੀ ਉਮੀਦ ਆ ਦਾ 2 ਹੋਰ ਮਹੀਨੇ ਜਿਹੜੇ ਹੁਣ ਮੈਨੂੰ ਸਮਰ ਬ੍ਰੇਕ ਮਿਲੀ ਆ, ਇਸ ਦੇ ਵਿੱਚ ਮੈਂ ਇਹਨੂੰ ਪੜ੍ਹਨਾ ਅਤੇ ਲਿਖਣਾ ਵੀ ਸਿੱਖੂੰਗੀ। ਅਤੇ ਇਹ ਕਾਇਦਾ ਅਗਲੀ ਪੀੜ੍ਹੀ ਲਈ ਬਹੁਤ ਚੰਗਾ, ਸਾਡੇ ਵਰਗੇ ਜਵਾਕਾਂ ਲਈ ਜਿਨ੍ਹਾਂ ਨੂੰ ਇੰਗਲਿਸ਼ ਤਾਂ ਬੋਲਣੀ ਆਉਂਦੀ ਉਹ ਆ, ਅਸੀਂ ਇਸ ਕਾਇਦੇ ਨਾਲ ਬਾਕੀ ਜਿਹੜੀ 3 ਭਾਸ਼ਾਵਾਂ ਨੇ ਉਹ ਵੀ ਸਿੱਖ ਸਕਦੇ ਹਾਂ ਅਤੇ ਇਸ ਦੇ ਨਾਲ ਅਸੀਂ ਆਪਣੇ ਕਲਚਰ ਨਾਲ ਵੀ ਜੁੜ ਸਕਦੇ ਹਾਂ। ਜਿਹੜੇ ਹੁਣ ਅਸੀਂ ਇੱਕ ਤਾਂ ਨਹੀਂ ਪੰਜਾਬ ਦੇ ਵਿੱਚ ਰਹਿਣਾ ਅਤੇ ਅਸੀਂ ਉਹ ਦੇਖ ਨਹੀਂ ਸਕਦੇ ਹਰ ਰੋਜ਼ ਕਿਹੋ ਜਿਹੀ ਲਾਈਫ ਆ। ਅਸੀਂ ਪੰਜਾਬੀ ਸਿੱਖ ਕੇ ਫਿਰ ਬਹੁਤ ਹੋਰ ਚੀਜ਼ਾਂ ਵੀ ਸਿੱਖ ਸਕਦੇ ਅਤੇ ਅਗਲੀ ਜਨਰੇਸ਼ਨ ਨੂੰ ਵੀ ਸਿਖਾ ਸਕਦੇ ਹਾਂ। ਅਤੇ ਹਾਂਜੀ, ਅਤੇ ਜੇ ਕਿਸੇ ਨੂੰ ਲੋੜ ਹੋਵੇ ਉਹ ਮੇਰੇ ਤੋਂ ਆ ਕੇ ਲੈ ਸਕਦੇ ਆ, ਮੇਰੇ ਕੋਲ ਬਹੁਤ ਪਿਆ। ਅਤੇ ਮੈਨੂੰ ਲੱਗਦਾ ਮਿਸਟਰ ਚੱਠਾ ਜੀ ਨੇ ਬਹੁਤ ਚੰਗਾ ਕੰਮ ਕੀਤਾ ਇਹਦੇ ਨਾਲ, ਅਤੇ ਅੱਗੇ ਜਾ ਕੇ ਇਹ ਬਹੁਤ ਵੱਡੀ ਕਿਤਾਬ ਹੋ ਗਈ ਅਤੇ ਹੋਰ ਵੀ ਕੰਮ ਕਰਾਂਗੇ। ਥੈਂਕ ਯੂ।
ਬਹੁਤ ਹੀ ਵਧੀਆ ਲੱਗਦਾ ਜਦੋਂ ਸਾਡੇ ਬੱਚੇ ਸਾਡੇ ਨਾਲ ਇਸ ਤਰ੍ਹਾਂ ਸਹਿਯੋਗ ਦਿੰਦੇ ਆ। ਮੈਂ ਇਸ ਤੋਂ ਅੱਗੇ ਆਸ਼ਾ ਰਾਣੀ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਟੇਜ ਤੇ ਆ ਕੇ ਆਪਣੇ ਵਿਚਾਰ ਪੇਸ਼ ਕਰਨ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਪਿਆਰ ਭਰਿਆ ਨਮਸਕਾਰ। ਮੈਂ ਇੰਡੀਆ ਤੋਂ ਇੱਥੇ ਕਿੱਦਾਂ ਆਈ ਇਹ ਮੈਨੂੰ ਖੁਦ ਨਹੀਂ ਪਤਾ, ਲੇਕਿਨ ਇਹ ਕਾਨਫਰੰਸ ਨੇ 3 ਦਿਨ ਦੇ ਇੰਨਾ ਅੱਛਾ ਐਕਸਪੀਰੀਅੰਸ ਦਿੱਤਾ। ਇੱਕ ਰਮਨੀ ਮੈਡਮ ਦੀ ਸ਼ੇਰ ਨਾਲ ਤੇ ਇੱਕ ਚੱਠਾ ਸਾਹਿਬ ਦੀ ਰਿਕਮੈਂਡੇਸ਼ਨ ਦੇ ਨਾਲ ਮੇਰਾ ਵੀਜ਼ਾ ਲੱਗਿਆ ਸ਼ੁੱਕਰਵਾਰ ਨੂੰ, ਤੇ ਐਤਵਾਰ ਮੈਂ ਇੱਥੇ ਪਹੁੰਚ ਗਈ। ਮੈਨੂੰ ਬਹੁਤ ਹੀ ਵਧੀਆ ਲੱਗਿਆ। ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ, ਤੇ ਅਗਲੀ ਕਾਨਫਰੰਸ ਤੇ ਸ਼ਾਇਦ ਮੈਂ ਵੀ ਕੁਝ ਬੋਲਣ ਨੂੰ ਲੈ ਕੇ ਆਵਾਂਗੀ। ਥੈਂਕ ਯੂ ਸੋ ਮਚ। ਸਾਨੂੰ ਜਿਨ੍ਹਾਂ ਲੋਕਾਂ ਦਾ ਆਸ਼ੀਰਵਾਦ ਆ ਸਾਡੇ ਵਿੱਚ ਹਮੇਸ਼ਾ ਹੀ ਰਹਿੰਦੇ ਨੇ, ਸਾਡੇ ਵੀਸੀ ਸਾਹਿਬ ਸ਼ਹੀਨਾ ਕੇਸ਼ਵਰ ਜੀ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਵੀ ਉਹ ਸਟੇਜ ਤੇ ਆਉਣ ਔਰ ਆਪਣੇ ਜਿਹੜੇ ਵਿਚਾਰ ਆ ਉਹ ਸਟੇਜ ਤੇ ਰੱਖਣ। ਔਰ ਰਮਨੀ ਬਤਰਾ ਜੀ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਉਹ 1 ਮਿੰਟ ਟਾਈਮ ਕੱਢ ਕੇ ਸਟੇਜ ਤੇ ਆ ਜਾਓ। बहुत शुक्रिया डॉक्टर संतोख सिंह जी। सब नूं सत श्री अकाल, नमस्ते ते अस्सलाम वालेकुम। मैं डॉक्टर शाहीना बड़े अरसे तो कॉन्फ्रेंसिस दे नाल जुड़ी हुई हाँ। तकरीबन मेरा ख्याल है 2015 तो ऑनवर्ड मुसलसल ਚੱਠਾ ਸਾਹਿਬ ਦੇ ਨਾਲ काम कर रही हैं। और ये कॉन्फ्रेंसिस ਜਿਹੜੀਆਂ ਨੇ सिर्फ ये ही नहीं कि ਅਸੀਂ इस हॉल ਦੇ ਵਿੱਚ 3 दिन ਇਕੱਠੇ ਹੁੰਦੇ ਆ ਤੇ बोल के चले जाने या एजुकेशन लेने ये कॉन्फ्रेंस जी है ये पूरे साल का यानी मेहनत का नतीजा है। और ਚੱਠਾ साहब की टीम जिद अगर मैं ना लेने शुरू कराँगी तो बहुत लंबी लिस्ट हो जाएगी। जोड़े सारी टीम बिहाइंड द करते हैं काम की तैयारी वास्ते। और ਚੱਠਾ साहब जोड़े ने इन्होंने यानी बहुत ज़्यादा इन्होंने मैं मुबारकबाद दिनी है कि कॉन्फ्रेंसिस तो इतने होर भी बहुत ज़्यादा होंदियां ने और मुख्तलिफ लोग करते रहते हैं, लेकिन कंटिन्यूसली यानी 9वीं कॉन्फ्रेंस करना और इतने हाई लेवल के उत्ते सारे जोड़े अपने एजुकेशन डिपार्टमेंट के डिफरेंट यूनिवर्सिटीज़ के वाइस चांसलर्स नूं लैके आना, पूरी वर्ल्ड तो जोड़े ने मेहमानों लैके आना ये कोई छोटी जी गल नहीं। और वो जोड़े मेहमान साढ़े आते हैं उन्होंने भी बहुत ज़्यादा उन्होंने कंग्रेचुलेट है कि वो कितनी मेहनत करते हैं, कितना सफ़र करते हैं और इस कॉन्फ्रेंस को कामयाब बनाने वास्ते वो साढ़े नाल शामिल होंगे ने। इस वास्ते मेरे वालों बहुत बहुत मुबारक उन्होंने सारे मेहमानों को जोड़े तशरीफ ले आए ने और वो खैरियत नाल अपने वतन को वापस सफ़र करें। ਚੱਠਾ साहब की टीम और जिदे यानी सरदूल थियाड़ा जी, डॉक्टर संतोख सिंह जी, डॉक्टर रमनी बत्रा जी, बलविंदर ਚੱਠਾ जी, किन्ने नाम लवा, बेशुमार नाम ने। तुसी यकीन करो कि पूरा साल जड़ियाँ मीटिंग्स होंदियां रहिंदियां, बाय वीकली मीटिंग्स होंदियां, मंथली मीटिंग्स होंदियां और ਉਹਦੇ 'ਚ ਸਾਰੇ शरीक होंदे ने, सारी तफसील बनाते हैं, सारिया चीज़ों को लिखा जाता है किस तरह अटेंड किया जाएगा, किहड़े टॉपिक होंगे, किहड़े मुद्दे जोड़े ने उन्होंने काम किया जाएगा। उसके अलावा सिर्फ कॉन्फ्रेंस ही नहीं बल्कि इन्होंने जो सब तो पहले काम किया नैतिकता के उत्ते, यानी ਉਹਦੇ 'ਚ कितनी कामयाबी है कि एक बुक नू टैक्सट बुक लगाने वास्ते ही कितनी सानू मुश्किल होंदी है, मगर किन्ने यानी मेरा ख्याल है मोर दैन 50,000 बुक्स जड़ियाँ मुख्तलिफ यूनिवर्सिटीज़ कॉलेजेस इन्हों बाकायदा कोर्स के विच इस नैतिकता की बुक नू शामिल किया गया है। और ये वास्ते ਚੱਠਾ साहब वास्ते बिग हैंड कि इन्होंने बहुत ही इस पर काम किया। इन्होंने अल्लाह ताला और तौफीक देवे। दूसरा कायदा नूर यानी जड़ा रणजीत सिंह के बाद उदों कायदा हुंदा सी, इन्होंने हुण जड़ा बनाया 4 ज़बानों के विच। सिर्फ यही नहीं सानू मसला हुंदा सी कि सानू गुरमुखी पढ़नी नहीं आती, वो भी मसला हल हो गया कि शाहमुखी, गुरमुखी, इंग्लिश सारिया ज़बानों के विच जड़ा ना वो कायदा जिहदे च असीं एजुकेशन लै सकने आ। ते मेरे वालों बहुत बहुत मुबारक है पूरी टीम नू, ਚੱਠਾ साहब की पूरी टीम नू, मैनेजमेंट नू, डायरैक्टर्स नू और
ਉਸ ਤੋਂ ਜ਼ਿਆਦਾ ਮੁਬਾਰਕ ਸਾਡੇ ਸਾਰੇ ਮਹਿਮਾਨਾਂ ਨੂੰ ਜਿਹੜੇ ਤਸ਼ਰੀਫ ਲਿਆਏ ਨੇ ਔਰ ਜਿਨ੍ਹਾਂ ਨੇ ਇਸ ਕਾਨਫਰੰਸ ਨੂੰ ਰੌਣਕ ਬਖਸ਼ੀ ਹੈ ਔਰ ਇੱਕ ਨਵਾਂ ਇਜਾਜ਼ ਜਿਹੜਾ ਹੈ ਉਹ ਸਾਨੂੰ ਦਿੱਤਾ ਹੈ ਕਿ ਅਸੀਂ ਇੱਕ ਕਾਮਯਾਬ ਕਾਨਫਰੰਸ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਕੀਤੀ ਹੈ। ਇੱਕ ਕਾਨਫਰੰਸ ਕੀਤੀ ਸੀ ਅਸੀਂ 2017 ਚੱਠਾ ਸਾਹਿਬ ਨੇ, ਉਹ ਪਾਕਿਸਤਾਨ 'ਚ ਕਾਨਫਰੰਸ ਹੋਈ ਸੀ 2017 ਦੇ ਵਿੱਚ, 17 ਦੇ ਵਿੱਚ ਕਾਨਫਰੰਸ ਹੋਈ ਸੀ ਜਿਹਦੇ ਯਾਨੀ ਮੈਂ ਐਜ਼ ਏ ਬੀਇੰਗ ਪਾਕਿਸਤਾਨੀ, ਬੀਇੰਗ ਲਾਹੌਰ, ਮੈਂ ਇੱਥੋਂ ਐਜ਼ ਏ ਡੈਲੀਗੇਟ ਇਹਨਾਂ ਦੇ ਨਾਲ ਗਈ ਸਾਂ ਔਰ ਯਕੀਨ ਕਰੋ ਕਿ ਉਹ ਅੱਜ ਵੀ ਪਾਕਿਸਤਾਨ ਦੇ ਲੋਕ ਦਿਲੋਂ ਜਾਨ ਨਾਲ ਬਾਰ-ਬਾਰ ਇਹ ਕਹਿ ਰਹੇ ਨੇ ਕਿ ਦੁਬਾਰਾ ਉਹ ਜਿਹੜੀ ਕਾਨਫਰੰਸ ਹੈ ਤੁਸੀਂ ਇੱਕ ਹੋਰ ਰੱਖੋ ਪਾਕਿਸਤਾਨ ਦੇ ਵਿੱਚ, ਜਿਹਦੇ 'ਚ ਲਾਹੌਰ ਕਾਲਜ ਫਾਰ ਵਿਮਨ ਯੂਨੀਵਰਸਿਟੀ, GC ਕਾਲਜ, GC ਯੂਨੀਵਰਸਿਟੀ ਔਰ ਜਿਤਨੇ ਵੀ ਬੜੇ ਅਦਾਰੇ ਸਨ ਉੱਥੇ ਦਿਨ ਰਾਤ ਇਹ ਪ੍ਰੋਗਰਾਮਸ ਹੋਏ ਸਨ ਔਰ ਇਹਨਾਂ ਦਾ ਸਾਨੂੰ ਫਾਇਦਾ ਇਹ ਹੈ ਕਿ ਅਸੀਂ ਬੇਸ਼ੁਮਾਰ ਨੌਲੇਜ ਇਕੱਠਾ ਕੀਤਾ ਹੈ। ਯਾਨੀ ਜ਼ੁਬਾਨ ਦੇ ਮੁਤਲਕ ਆਪਣੀ ਜ਼ੁਬਾਨ ਨਾਲ ਮੁਹੱਬਤ ਦਾ ਇਜ਼ਹਾਰ ਜਿਸ ਤਰ੍ਹਾਂ ਕੀਤਾ ਸਭ ਨੇ, ਉਹ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਮਾਣ ਦੀ ਗੱਲ ਹੈ। ਤੇ ਮੇਰੇ ਫਾਈਨਲੀ ਮੈਂ ਇਹ ਕਹਾਂਗੀ ਕਿ ਸਾਰਿਆਂ ਨੂੰ ਇੱਕ ਵਾਰੀ ਮੇਰੇ ਵੱਲੋਂ ਮੁਬਾਰਕਬਾਦ ਔਰ ਅੱਲਾ ਹਾਫਿਜ਼। ਇੱਕ ਗੱਲ ਪਹਿਲਾਂ ਸ਼ਾਇਦ ਚੱਠਾ ਸਾਹਿਬ ਨੇ ਵੀ ਨਹੀਂ ਦੱਸੀ ਹੋਣੀ ਕਿਸੇ ਨੂੰ, ਤੇ ਮੈਂ ਵੀ ਲੀਕ ਨਹੀਂ ਕੀਤੀ। 2010 ਦੇ ਵਿੱਚ ਜਦੋਂ ਅਸੀਂ ਪਾਕਿਸਤਾਨ ਗਏ ਸੀਗੇ ਤੇ ਅਸੀਂ ਉੱਥੇ ਇੱਕ ਪ੍ਰੈਸ ਕਾਨਫਰੰਸ ਤੇ ਕੀਤੀ, ਤੇ ਉੱਥੇ ਜਦੋਂ ਅਸੀਂ ਬਾਹਰ ਨਿਕਲੇ ਤਾਂ ਉੱਥੇ ਸਾਡਾ ਵਿਰੋਧ ਵੀ ਹੋਇਆ। ਕਹਿੰਦੇ ਜੇ ਚੱਠਾ ਦੁਬਾਰਾ ਪਾਕਿਸਤਾਨ ਆਇਆ ਨਾ ਤਾਂ ਜੇਲ੍ਹ 'ਚ ਹੋਊਗਾ। ਇਸ ਕਰਕੇ ਉਹ 9 ਵਾਰੀ ਦੁਬਾਰਾ ਜਾਣਾ ਪਿਆ ਉਹਨਾਂ ਨੂੰ ਪਰ ਜੇਲ੍ਹ ਨਹੀਂ ਗਏ। ਇਸ ਕਰਕੇ ਸ਼ਾਇਦ ਮੇਰਾ ਖਿਆਲ ਚੱਠਾ ਸਾਹਿਬ ਨੇ ਵੀ ਕਦੇ ਕਿਸੇ ਨੂੰ ਦੱਸਿਆ ਨਹੀਂ ਗਾ ਇਹ ਗੱਲ। ਉੱਥੇ ਇੱਦਾਂ ਵੀ ਹੁੰਦੀ ਆ, ਪਰ ਜਿਹੜੇ ਸਿਰੜੀ ਲੋਕ ਆ ਉਹ ਕਦੇ ਇੱਦਾਂ ਦੀਆਂ ਮੁਸ਼ਕਲਾਂ ਤੋਂ ਡਰਦੇ ਨਹੀਂ ਗੇ। ਮੈਂ ਬਹੁਤ ਹੀ ਬਿਜੀ ਸਕੈਜੂਲ ਦੇ ਵਿੱਚ ਮੈਡਮ ਡਾਕਟਰ ਰਮਨੀ ਬਤਰਾ ਜੀ ਹੁੰਦੇ ਆ, ਕਿਉਂਕਿ ਸਾਰਾ ਜੋ ਕੁਝ ਲਿਖਣ ਪੜ੍ਹਨ ਦਾ ਕੰਮ ਉਹਨਾਂ ਕੋਲ ਹੀ ਹੁੰਦਾ ਆ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂ ਕਿ ਉਹ 2 ਮਿੰਟ ਸਟੇਜ ਤੇ ਆਉਣ। ਥੈਂਕ ਯੂ ਸੰਧੂ ਸਾਹਿਬ। ਸਾਰੇ ਹੀ ਆਏ ਹੋਏ ਮਹਿਮਾਨ ਤੇ ਸਾਡੇ ਸਾਥੀ, ਸਭ ਦਾ ਤਹਿ ਦਿਲ ਤੋਂ ਜੇ ਮੈਂ ਸ਼ੁਕਰੀਆ ਅਦਾ ਕਰਾਂ ਕਿ ਅੱਜ ਦਾ ਜੋ ਇਹ ਮੇਲਾ ਹੈ ਜੇ ਸਫਲ ਹੋਇਆ ਹੈ ਤਾਂ ਤੁਹਾਡੇ ਸਭ ਦੀ ਬਦੌਲਤ ਹੋਇਆ ਹੈ। ਭਾਵੇਂ ਇਹ ਮੇਲਾ ਦਾ ਆਗਾਜ਼ ਜਿਹੜਾ ਹੈ ਉਹ ਉਸ ਦਿਨ ਹੀ ਹੋ ਜਾਂਦਾ ਜਦੋਂ ਅਸੀਂ ਡੇਟ ਰੱਖ ਲਈਦੀ ਹੈ ਕਿ ਇਸ ਡੇਟ ਨੂੰ ਅਸੀਂ ਇਹ ਕੰਮ ਕਰਨਾ ਹੈ। ਉਹ ਕੰਮ ਕਰਨ ਦਾ ਜਿਹੜਾ ਸਿਰੜ ਹੈ ਉਹ ਹਮੇਸ਼ਾ ਸਾਨੂੰ ਚੱਠਾ ਸਾਹਿਬ ਤੋਂ ਮਿਲਦਾ ਹੈ। ਇੰਨੇ ਸਿਰੜੀ ਤੇ ਇੰਨੇ ਜ਼ਿਆਦਾ ਮਿਹਨਤ ਕਰਨ ਵਾਲੇ ਜੇ ਸਾਡੇ ਕੋਲ ਸਾਡੇ ਸਰਪ੍ਰਸਤ ਨੇ, ਸਾਡੇ ਚੇਅਰਮੈਨ ਨੇ, ਤਾਂ ਸਾਨੂੰ ਕੰਮ ਕਰਦਿਆਂ ਕਦੇ ਲੱਗਦਾ ਹੀ ਨਹੀਂ ਅਸੀਂ ਕੋਈ ਕੰਮ ਕਰ ਰਹੇ ਹਾਂ। ਪਤਾ ਹੀ ਨਹੀਂ ਲੱਗਦਾ ਦਿਨ ਰਾਤ। ਸ਼ਾਇਦ ਘਰ ਦੇ ਵਿੱਚ ਵਿਆਹ ਹੋਵੇ ਤਾਂ ਇੰਨਾ ਕੰਮ ਵੀ ਨਾ ਕਰੀਏ ਜਿੰਨਾ ਇੱਥੇ ਕਰਕੇ ਖੁਸ਼ੀ ਮਿਲਦੀ ਹੈ। ਜਾਂ ਜਦੋਂ ਸਭ ਨੂੰ ਆਇਆਂ ਨੂੰ ਮਿਲਦੇ ਹਾਂ ਤਾਂ ਜੋ ਖੁਸ਼ੀਆਂ ਸਾਨੂੰ ਤੁਹਾਡੇ ਲੋਕਾਂ ਕਰਕੇ ਸਾਨੂੰ ਮਿਲਦੀਆਂ ਨੇ, ਉਹਦਾ ਸ਼ਾਇਦ ਕੋਈ ਹੋਰ ਸਾਨੀ ਹੋ ਹੀ ਨਹੀਂ ਸਕਦਾ। 86 ਤੋਂ ਮੈਂ ਆਪਣਾ ਕੈਰੀਅਰ ਐਜ਼ ਏ ਲੈਕਚਰਰ ਸ਼ੁਰੂ ਕੀਤਾ। ਫਿਰ ਮੌਕਾ ਮਿਲਿਆ ਮੈਨੂੰ DAV 'ਚ ਐਜ਼ ਏ ਪ੍ਰਿੰਸੀਪਲ ਕੰਮ ਕਰਨ ਦਾ। ਦਾਣਾ ਪਾਣੀ ਸੀ, ਕੈਨੇਡਾ ਆ ਗਏ। 15 ਤੋਂ ਲੈ ਕੇ ਹੁਣ ਤੱਕ ਪੰਜਾਬੀ ਦੇ ਨਾਲ ਜੋੜਨ ਵਾਲੇ ਚੇਅਰਮੈਨ ਸਾਹਿਬ ਅਜੈਬ ਸਿੰਘ ਚੱਠਾ ਜੀ ਲਈ ਮੈਂ ਕਹਾਂਗੀ ਤਾੜੀਆਂ ਮਾਰੀਆਂ ਜਾਣ। ਅੱਜ ਉਹ ਕੰਮ ਕਰਕੇ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਖੁਸ਼ੀ ਮਹਿਸੂਸ ਕਰ ਰਿਹਾ ਔਰ ਦਿਲੋਂ ਉਸ ਦੀ ਚਾਹਤ ਆ ਕਿ ਇਹ ਜਿਹੜੀ ਕਾਨਫਰੰਸ ਹੈ ਇਹ ਕਾਮਯਾਬ ਹੋਵੇ। ਔਰ ਇਹ ਹੀ ਮੈਂ ਸਮਝਦਾ ਕਿ ਜਿਹੜਾ ਲੀਡਰ ਹੁੰਦਾ ਆ ਉਹਦੇ ਵਿੱਚ ਕਾਬਲੀਅਤ ਹੋਣੀ ਚਾਹੀਦੀ ਆ, ਖੂਬੀ ਹੋਣੀ ਚਾਹੀਦੀ ਆ ਕਿ ਉਹ ਆਪਣੀ ਟੀਮ ਨੂੰ ਇਸ ਤਰੀਕੇ ਨਾਲ ਲਾਮਬੰਦ ਕਰੇ ਕਿ ਹਰੇਕ ਮੈਂਬਰ ਸਮਝੇ ਵੀ ਮੈਂ ਹੀ ਇਹਦਾ ਸਰਪ੍ਰਸਤ ਹਾਂ, ਮੈਂ ਹੀ ਇਹਦਾ ਸਭ ਕੁਛ ਹਾਂ। ਔਰ ਇਹ ਚੱਠਾ ਸਾਹਿਬ ਨੂੰ, ਥਿਆੜਾ ਸਾਹਿਬ ਨੂੰ, ਸੰਧੂ ਸਾਹਿਬ ਨੂੰ ਔਰ ਸਾਰੀ ਟੀਮ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਕਿ ਉਹਨਾਂ ਨੇ ਬਹੁਤ ਬਾਕਮਾਲ ਜਿਹੜੀ ਇੱਕ ਟੀਮ ਬਣਾਈ ਆ ਔਰ ਇੰਨਾ ਖੂਬਸੂਰਤ ਆਰਗੇਨਾਈਜੇਸ਼ਨ। ਕਿਉਂਕਿ ਜਦੋਂ ਆਪਾਂ ਕੋਈ ਵੀ ਇਸ ਲੈਵਲ ਦੀ ਵਿਸ਼ਵ ਪੱਧਰ ਦੀ ਕਾਨਫਰੰਸ ਕਰਾਉਂਦੇ ਆ ਤਾਂ ਉਹਦੇ ਪਿੱਛੇ ਬਹੁਤ ਵੱਡੀ ਮਿਹਨਤ ਹੁੰਦੀ ਹੈ। ਔਰ ਚੱਠਾ ਸਾਹਿਬ ਨੂੰ ਇੱਕ ਵਾਰੀ ਫੇਰ ਵਧਾਈ। ਔਰ ਇੱਕ ਮੈਂ ਜੋ ਅੱਜ ਮਹਿਸੂਸ ਕਰ ਰਿਹਾ ਔਰ ਮੈਂ ਗੱਲ ਕਹਿਣੀ ਚਾਹੂੰਗਾ ਕਿ
ਅਗਲੀ ਕਾਨਫਰੰਸ ਜਦੋਂ ਅਸੀਂ ਕਰੀਏ ਤਾਂ ਜੋ ਅਸੀਂ ਇਹ ਕਾਇਦਾ ਨੂਰ ਔਰ ਜਾਂ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਜੋ ਅਸੀਂ ਹੰਬਲਾ ਮਾਰ ਰਹੇ ਹਾਂ, ਉਸ ਦੇ ਵਿੱਚ ਖਾਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਇਨਵੋਲਵ ਕਰੀਏ। ਇੱਕ ਸੈਸ਼ਨ ਬੱਚਿਆਂ ਦਾ ਜ਼ਰੂਰ ਰੱਖਿਆ ਜਾਵੇ ਕਿ ਉਹਨਾਂ ਨੇ ਇਹ ਕਾਇਦਾ ਨੂਰ ਤੋਂ ਪੜ੍ਹ ਕੇ ਸਿੱਖ ਕੇ ਕੀ ਕੁਝ ਸਿੱਖਿਆ ਆ, ਉਹਨਾਂ ਦੇ ਵਿਚਾਰ ਵੀ ਸਾਨੂੰ ਇਸ ਸਟੇਜ ਤੋਂ ਜੇਕਰ ਅਸੀਂ ਸੁਣੇ ਜਾਣ ਤਾਂ ਮੈਂ ਸਮਝਦਾ ਕਿ ਬੱਚੇ ਵੀ ਪ੍ਰਭਾਵਿਤ ਹੋਣਗੇ ਔਰ ਸਾਡੇ ਜਿਹੜੇ ਸਾਡੇ ਲੈਵਲ ਦੇ ਸਾਡੀ ਪੀੜ੍ਹੀ ਦੇ ਆ ਉਹਨਾਂ ਨੂੰ ਵੀ ਇਹ ਲੱਗੂਗਾ ਕਿ ਸਾਡੇ ਬੱਚੇ ਵਾਕਿਆ ਹੀ ਇਸ ਕਾਨਫਰੰਸ ਤੋਂ ਜੋ ਪੰਜਾਬੀ ਲਈ ਅਸੀਂ ਕਰ ਰਹੇ ਹਾਂ ਉਹ ਤੋਂ ਉਹ ਕੁਝ ਸਿੱਖ ਰਹੇ ਆ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਮੈਂ ਬੇਨਤੀ ਕਰਾਂ ਅਮਰਜੀਤ ਕੌਰ ਚੌਹਾਨ ਪਲੀਜ਼ ਉਹ ਸਟੇਜ ਤੇ ਆ ਕੇ ਇਸ ਕਾਨਫਰੰਸ ਬਾਰੇ ਜੋ ਉਹਨਾਂ ਨੇ ਉਜਾਗਰ ਕੀਤਾ ਉਹ ਆਪਣੇ ਵਿਚਾਰ ਪੇਸ਼ ਕਰਨ। ਸ਼ੁਕਰੀਆ ਜੀ, ਇੱਥੇ ਸਾਰੇ ਬੈਠੇ ਹੋਏ ਮੇਰੇ ਇਸ ਬਹੁਤ ਹੀ ਆਦਰਯੋਗ ਤੇ ਬਹੁਤ ਹਰ ਪੱਖੋਂ ਉੱਚ ਸਿੱਖਿਆ ਦੇ ਵਿਦਵਾਨ ਲੋਕ ਪਹੁੰਚੇ ਹੋਏ ਹਨ, ਜਿਨ੍ਹਾਂ ਵਿੱਚ ਮੈਂ ਬੋਲਣ ਦਾ ਹੌਸਲਾ ਤਾਂ ਨਹੀਂ ਕਰ ਸਕਦੀ ਪਰ ਰਹਿ ਵੀ ਨਹੀਂ ਸਕੀ ਕਿਉਂਕਿ ਵਕਤ ਹੈ, ਮੁੜ ਕੇ ਵਕਤ ਨਹੀਂ ਦਿੰਦਾ। ਇਸ ਕਰਕੇ ਇਸ ਵਕਤ ਦੀ ਸਮੇਂ ਸਿਰ ਵਰਤੋਂ ਕਰਦੇ ਹੋਏ ਮੈਂ ਚਾਹੁੰਦੀ ਹਾਂ 2 ਸ਼ਬਦ ਬੋਲਦਾ। ਮੈਂ ਚੱਠਾ ਸਾਹਿਬ ਦੇ ਬੜਾ ਮੈਨੂੰ ਮਾਣ ਹੈ ਕਿ ਚੱਠਾ ਸਾਹਿਬ ਦੇ ਬਹੁਤ ਨਜ਼ਦੀਕੀ ਰਹਿਣ ਦਾ ਮੌਕਾ ਮਿਲਿਆ ਔਰ ਬਹੁਤ ਸਾਡੇ ਕਲੋਜ਼ ਹੈ। ਉਹਨਾਂ ਦਾ ਸਾਰਾ ਜੀਵਨ ਹੀ ਘਰ ਵਿੱਚ ਵੀ ਦੇਖੀਦਾ ਹੈ ਕਿ ਸਾਰਾ ਟਾਈਮ ਉਹ ਡਿਵੋਟ ਕਰਦੇ ਆ ਪੰਜਾਬੀ ਨੂੰ, ਪੰਜਾਬੀ ਲਿਖਣ ਨੂੰ, ਪੜ੍ਹਨ ਨੂੰ। ਔਰ ਪੰਜਾਬੀ ਲੋਕ ਜਿਸ ਵੇਲੇ ਵੀ ਆਉਂਦੇ ਆ ਉਹਨਾਂ ਪਾਸ ਕਿਸੇ ਕੰਮ ਲਈ ਵੀ ਆਉਂਦੇ ਆ ਤਾਂ ਵੀ ਉਹਨਾਂ ਪਾਸ ਭਾਵੇਂ ਚਾਹ ਦਾ ਕੱਪ ਹੱਥ 'ਚ ਫੜਿਆ ਹੋਵੇ ਉਸੇ ਵੇਲੇ ਰੱਖ ਕੇ ਉਹਨਾਂ ਦੀ ਹੈਲਪ ਕਰਦੇ ਆ। ਸੋ ਪੰਜਾਬੀ ਸਾਹਿਤ ਲਈ ਅੱਜ ਐਡੀ ਵੱਡੀ ਕਾਨਫਰੰਸ ਦਾ ਜਿਹੜਾ ਹਮੇਸ਼ਾ ਹੀ ਉਹ ਕਰਦੇ ਆ, ਇਹਦਾ ਯੋਗਦਾਨ ਜੋ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਐਡੀ ਦੂਰੋਂ ਲੋਕਾਂ ਦਾ ਇਕੱਠ ਵਿੱਚ ਪਹੁੰਚਣਾ ਬਹੁਤ ਮਿਹਨਤ ਦੀ ਗੱਲ ਆ। ਅਸੀਂ ਆਪਣੇ ਕਿਸੇ ਬੱਚੇ ਨੂੰ ਵੀ ਫੋਨ ਕਰਨਾ ਹੋਵੇ ਤਾਂ ਦੇਖੀਦਾ ਹੈ ਕਿ ਟਾਈਮ ਹੋ ਗਿਆ, ਹੁਣ ਰਹਿ ਨਹੀਂ ਦਿੰਦੇ ਆ, ਨੈਕਸਟ ਟਾਈਮ ਕਰਦੇ ਆ। ਪਰ ਉਹ ਟਾਈਮ ਨੂੰ ਦੇਖਦੇ ਹੋਏ ਕਿੰਨਾ ਟਾਈਮ ਹੋ ਗਿਆ ਉਹ ਛੱਡਦੇ ਨਹੀਂ ਆ, ਉਹਨੇ ਜਿਹੜਾ ਕੰਮ ਠਾਣ ਲੈਂਦੇ ਕਰਕੇ ਹਟਦੇ ਆ। ਉਹਨਾਂ ਦੀ ਮਿਹਨਤ ਇੰਨੀ ਲਗਨ ਕਿ ਉਹ ਆਪਣੇ ਪਰਿਵਾਰ ਲਈ ਵੀ ਨਹੀਂ ਇੰਨਾ ਕਰਦੇ ਹੋਣੇ ਜਿੰਨਾ ਆਪਣੇ ਦੇਸ਼ ਔਰ ਸਮਾਜ ਲਈ ਕਰਦੇ ਆ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤਾਂ ਹਰ ਕੋਈ ਕਰਦਾ ਹੀ ਕਰਦਾ ਹੈ। ਸੋ ਮੈਂ ਭਾਜੀ ਉਹਨਾਂ ਦਾ ਇਸ ਵੇਲੇ ਔਰ ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਮਾਣ ਮਹਿਸੂਸ ਕਰਦੀ ਹਾਂ ਕਿ ਅਸੀਂ ਵੀ ਇਸ ਕਾਨਫਰੰਸ ਵਿੱਚ ਪਹੁੰਚੇ ਔਰ ਸਭ ਦੇ ਨਾਲ ਰਲ ਮਿਲ ਕੇ ਗੱਲ ਕਰਨ ਦਾ ਮੌਕਾ ਮਿਲਿਆ। ਧੰਨਵਾਦ ਜੀ। ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਵੀਰ ਉਹ ਆਏ ਆ। ਮੈਂ ਰਿਕੁਐਸਟ ਕਰਾਂ, ਪਹਿਲਾਂ ਵੀ ਕਹਿ ਚੁੱਕਿਆ ਕਿ ਕਾਨਫਰੰਸ ਦੇ ਜਿਨ੍ਹਾਂ ਨੇ 3 ਦਿਨ ਦੀ ਇੱਥੇ ਕਾਰਵਾਈ ਦੇਖੀ ਆ, ਜੇ ਉਹ ਕੁਝ ਆਪਣੇ ਵੱਲੋਂ ਕਹਿਣਾ ਚਾਹੁੰਦੇ ਆ, ਜਿਹੜੇ ਬਾਅਦ ਵਿੱਚ ਆਏ ਆ ਕਈ ਸੱਜਣ, ਉਹਨਾਂ ਵਿੱਚੋਂ ਜੇ ਕੋਈ ਬੋਲਣਾ ਚਾਹੁੰਦਾ ਆ ਪਲੀਜ਼ ਉਹ ਆਪਣਾ ਹੱਥ ਖੜਾ ਕਰ ਸਕਦਾ ਜਾਂ ਮੇਰੇ ਕੋਲ ਸਟੇਜ 'ਤੇ ਆ ਜਾਵੇ। ਆਪਾਂ ਟਾਈਮ ਉਹਨਾਂ ਨੂੰ ਦੇ ਕੇ ਉਹਨਾਂ ਦੇ ਵਿਚਾਰ ਜ਼ਰੂਰ ਸੁਣ ਸਕਦੇ ਹਾਂ। ਹੁਣ ਮੈਂ ਰਿਕੁਐਸਟ ਕਰਾਂ ਮੈਡਮ ਸਤਿੰਦਰ ਕੌਰ ਕਾਲੋ ਜੀ ਨੂੰ, ਪਲੀਜ਼ ਉਹ ਆਪਣੇ ਸਮੇਂ ਦੇ ਵਿੱਚ ਕੁਛ ਨਾ ਕੁਛ ਉਹਨਾਂ ਦਾ ਵਲਵਲਾ ਹੈਗਾ ਉਹ ਕਹਿਣਾ ਚਾਹੁੰਦੇ ਆ। ਥੈਂਕ ਯੂ। ਸਭ ਤੋਂ ਪਹਿਲੇ ਤੇ 9ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਅਪਾਰ ਸਫਲਤਾ ਦੀ ਸਭ ਨੂੰ ਬਹੁਤ-ਬਹੁਤ ਵਧਾਈਆਂ। ਅਸੀਂ 3 ਦਿਨ ਤੋਂ ਇਹ ਕਾਨਫਰੰਸ ਅਟੈਂਡ ਕਰ ਰਹੇ ਹਾਂ। ਬਹੁਤ ਹੀ ਵਧੀਆ ਵਿਚਾਰ ਸੁਣਨ ਨੂੰ ਮਿਲੇ ਸਕਾਲਰਸ ਦੇ, ਬੁੱਧੀਜੀਵੀਆਂ ਦੇ। ਉਹਨਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਇਹ ਆਪਣੇ ਖੋਜ ਪੱਤਰ ਤਿਆਰ ਕੀਤੇ ਹੁੰਦੇ ਨੇ, ਜਿਨ੍ਹਾਂ ਦੇ ਨਾਲ ਸਾਡੀ ਸੋਚ ਵੀ ਵਿਸ਼ਾਲ ਹੁੰਦੀ ਹੈ, ਸਾਡੀ ਸੋਚ ਗਲੋਬਲੀ ਬਣਦੀ ਹੈ ਤੇ ਸਾਡੇ ਗਿਆਨ ਦਾ ਘੇਰਾ ਵਿਸ਼ਾਲ ਹੁੰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਸਾਨੂੰ ਨਹੀਂ ਪਤਾ ਹੁੰਦੀਆਂ। ਜ਼ਰੂਰੀ ਨਹੀਂ ਕਿ ਹਰ ਇਨਸਾਨ ਨੂੰ ਸਭ ਕੁਝ ਪਤਾ ਹੋਏ ਤੇ ਉਹ ਦੂਸਰਿਆਂ ਕੋਲ ਬਹੁਤ ਕੁਝ ਸਿੱਖਦਾ ਹੈ। ਜੇ ਮੈਂ ਗੱਲ ਕਰਾਂ ਅੱਜ ਕਾਨਫਰੰਸ ਦੀ, ਤੇ ਜੋ ਸਰਦਾਰ ਅਜੈਬ ਸਿੰਘ ਚੱਠਾ ਜੀ ਦੀ ਰਹਿਨੁਮਾਈ ਹੇਠ ਇਹ ਕਾਨਫਰੰਸ 3 ਦਿਨ ਚੱਲੀ, ਜੋ ਮੈਂ ਇਹਨਾਂ ਦੀ ਟੀਮ ਦੀ ਇੱਕ ਡੈਡੀਕੇਸ਼ਨ ਵੇਖੀ, ਜਿੰਨਾ ਡਿਸਪਲਿਨ ਵੇਖਿਆ, ਉਸ ਨੂੰ ਸਲਾਮ ਹੈ। ਇੱਕ ਵਾਰੀ ਜ਼ੋਰਦਾਰ ਉਹਦੇ ਵਾਸਤੇ ਤਾੜੀ ਜ਼ਰੂਰ ਲਗਾਈ।
ਬਹੁਤ ਸਾਰੇ ਲੋਕ ਕਾਨਫਰੰਸ ਕਰਵਾਉਂਦੇ ਨੇ, ਉਹਨਾਂ ਦੇ ਦਿਲ 'ਚ ਚਾਹਤ ਹੁੰਦੀ ਹੈ ਕਿ ਅਸੀਂ ਵੀ ਇਹਨਾਂ ਵੱਲ ਵੇਖ ਕੇ ਕਾਨਫਰੰਸਾਂ ਕਰਾਈਏ। ਕੋਈ 1 ਕਰਾਉਂਦਾ, ਕੋਈ 2 ਕਰਾਉਂਦਾ, ਕੋਈ 3 ਕਰਾਉਂਦਾ, ਪਰ ਇਹ ਲਗਾਤਾਰਤਾ ਵਿੱਚ ਸਾਡੀਆਂ ਕਾਨਫਰੰਸਾਂ ਦੀ ਸਫਲਤਾ ਦਾ ਇਹੀ ਰਾਜ ਹੈ ਕਿ ਇਹ ਅਨੁਸ਼ਾਸਨਬੰਧ ਹੁੰਦੀਆਂ ਨੇ, ਸਮਾਂਬੰਧ ਹੁੰਦੀਆਂ ਨੇ ਤੇ ਬਹੁਤ ਹੀ ਵਧੀਆ ਆਰਗੇਨਾਈਜ਼ ਤਰੀਕੇ ਦੇ ਨਾਲ ਹੁੰਦੀਆਂ ਨੇ। ਹਰ ਇੱਕ ਨੂੰ ਇੱਥੇ ਸਮਾਂ ਦਿੱਤਾ ਜਾਂਦਾ ਹੈ। ਔਰ ਜਿਹੜੀਆਂ ਲਾਈਨਾਂ ਨੇ ਨਾ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ, ਚੱਠਾ ਸਾਹਿਬ ਨੇ ਉਹ ਲਾਈਨਾਂ ਨੂੰ ਸਾਬਤ ਕੀਤਾ ਹੈ। ਜੋ ਵੀ ਮਨੁੱਖਤਾ ਦੀ ਸੇਵਾ ਲਈ ਲੋਕ ਅੱਗੇ ਆਉਂਦੇ ਨੇ, ਲੋਕ ਉਹਨਾਂ ਦਾ ਮਾਣ ਕਰਦੇ ਨੇ, ਉਹਨਾਂ ਦੇ ਨਾਲ ਹਮੇਸ਼ਾ ਤੁਰਦੇ ਨੇ। ਤੇ ਜਿੰਨਾ ਮਾਣ ਸਤਿਕਾਰ ਇਸ ਕਾਨਫਰੰਸ ਦੇ ਵਿੱਚ ਸਾਡਾ ਵੀ ਹੋਇਆ ਹੈ। ਅਸੀਂ ਇੰਡੀਆ ਤੋਂ ਆਏ ਹਾਂ, ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ। ਇੱਕ ਦਿਨ ਇੱਥੇ ਇੰਟਰਵਿਊ 'ਚ ਇੱਕ ਲੜਕੀ ਮੈਨੂੰ ਪੁੱਛ ਰਹੀ ਸੀ ਕਿ ਮੈਡਮ ਤੁਸੀਂ ਇਸ ਕਾਨਫਰੰਸ ਤੇ ਕਿੰਨੀ ਵਾਰ ਆਏ ਜੇ? ਮੈਂ ਕਿਹਾ ਮੈਂ ਦੂਸਰੀ ਵਾਰ ਆਈ ਹਾਂ। ਕਹਿੰਦੇ ਕਿਉਂ ਆਏ ਜੇ ਤੁਸੀਂ? ਮੈਂ ਕਿਹਾ ਵੀ ਦੇਖੋ, ਇੰਡੀਆ ਤੋਂ ਐਡੀ ਮਹਿੰਗੇ ਭਾਅ ਦੀ ਟਿਕਟ ਖਰੀਦ ਕੇ ਕਾਨਫਰੰਸ ਸਿਰਫ ਅਟੈਂਡ ਕਰਨ ਆਉਣਾ, ਇਸ ਗੱਲ ਦਾ ਸਬੂਤ ਹੈ ਕਿ ਇਸ ਕਾਨਫਰੰਸ ਦੀਆਂ ਜ਼ਰੂਰ ਕੋਈ ਪ੍ਰਾਪਤੀਆਂ ਨੇ, ਸਾਨੂੰ ਇੱਥੋਂ ਜ਼ਰੂਰ ਕੁਝ ਸਿੱਖਣ ਨੂੰ ਮਿਲਦਾ ਹੈ, ਤਾਂ ਹੀ ਅਸੀਂ ਇਸ ਕਾਨਫਰੰਸ 'ਚ ਆਏ ਹਾਂ। 2 ਲਾਈਨਾਂ ਦੇ ਨਾਲ ਮੈਂ ਆਪਣਾ ਭਾਸ਼ਣ ਸਮਾਪਤ ਕਰਾਂਗੀ ਕਿ ਜ਼ਿੰਦਗੀ ਹਨੇਰੀਆਂ ਦੀ ਕਦੇ ਗੁਲਾਮ ਨਹੀਂ ਹੁੰਦੀ, ਜ਼ਿੰਦਗੀ ਹਨੇਰਿਆਂ ਦੀ ਕਦੇ ਗੁਲਾਮ ਨਹੀਂ ਹੁੰਦੀ, ਸੂਰਜ ਦੇ ਛਿਪਣ ਨਾਲ ਕਦੇ ਸ਼ਾਮ ਨਹੀਂ ਹੁੰਦੀ। ਦਿਨ ਦੀ ਚਾਹਤ ਹੈ ਤਾਂ ਚੀਰੋ ਰਾਤ ਦੀ ਛਾਤੀ ਨੂੰ, ਦੀਵਿਆਂ ਨੂੰ ਐਵੇਂ ਯਾਰੋ ਸਲਾਮ ਨਹੀਂ ਹੁੰਦੀ। ਇੱਕ ਵਾਰ ਫੇਰ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਜੀ ਤੇ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਬਹੁਤ ਵੱਡੀ ਤਾੜੀ ਦੇ ਨਾਲ ਸ਼ਾਲਾ ਅਗਲੀਆਂ ਕਾਨਫਰੰਸਾਂ ਇਹਦੇ ਤੋਂ ਵੀ ਵੱਧ ਸਫਲ ਹੋਣ। ਧੰਨਵਾਦ ਜੀ।